मुर्शिद सोना। पर जब भी उस ज्ञान तक ऐसी पहुंचना है, उस ज्ञान ਨੂੰ ਪ੍ਰਾਪਤ ਕਰਨਾ ਹੈ, ਉਹ ਪ੍ਰਾਪਤ ਸਾਨੂੰ ਆਪਣੇ ਅੰਦਰੋਂ ਹੀ ਕਰਨਾ ਪੈਣਾ ਹੈ। ਸਮਝ ਰਹੇ ਹੋ ਕਿ ਨਹੀਂ? ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਹੈ ਉਹਨਾਂ ਦੀ ਤਰਫ ਇਸ਼ਾਰੇ ਕੀਤੇ ਜਾ ਸਕਦੇ ਹੈ, ਜਿੱਦਾਂ ਅਸੀਂ ਕਈ ਵਾਰ ਦਸੀਦਾ ਨਾ ਕਿ ਇਸ਼ਾਰੇ ਕੀਤੇ ਜਾ ਸਕਦੇ ਆ ਕਿ ਆਹ ਚੀਜ਼ ਬੜੀ ਟੇਸਟੀ ਹੈ, ਆਹ ਚੀਜ਼ ਬੜੀ ਸਵਾਦ ਹੈ, ਉਹਦੀ ਵੱਲ ਇਸ਼ਾਰਾ ਕੀਤਾ ਜਾ ਸਕਦਾ ਹੈ। ਪਰ ਹੁਣ ਜਿੱਦਾਂ ਸਮਝ ਲਓ ਕਿ ਐਪਲ ਪਿਆ ਹੈ, ਸੇਬ ਪਿਆ ਹੈ ਸਾਹਮਣੇ ਟੇਬਲ ਤੇ, ਤੁਸੀਂ ਕਿਸੇ ਆਦਮੀ ਨੂੰ ਇਸ਼ਾਰਾ ਕਰ ਸਕਦੇ ਹੋ ਇਹ ਸੇਬ ਬੜਾ ਸਵਾਦ ਹੈ, ਇਹ ਸੇਬ ਬੜਾ ਮਿੱਠਾ ਹੈ, ਪਰ ਕੀ ਤੁਹਾਡੇ ਇਸ਼ਾਰਾ ਕਰਨ ਦੇ ਨਾਲ ਉਹਨੂੰ ਪਤਾ ਲੱਗ ਜਾਏਗਾ ਕਿ ਸੇਬ ਮਿੱਠਾ ਹੈ, ਸੇਬ ਸਵਾਦ ਹੈ? ਨਹੀਂ। ਉਹਨੂੰ ਸਵਾਦ ਕਦੋਂ ਪਤਾ ਲੱਗੇਗਾ, ਮਿਠਾਸ ਦਾ ਕਦੋਂ ਪਤਾ ਲੱਗੇਗਾ? ਜਦੋਂ ਸੇਬ ਨੂੰ ਉਠਾ ਕੇ ਆਪਣੇ ਮੂੰਹ 'ਚ ਪਾਏਗਾ ਔਰ ਉਹ ਟੇਸਟ ਉਹਦੇ ਅੰਦਰ ਉਹਨੂੰ ਫੀਲ ਹੋਣਾ ਹੈ। ਸੇਬ ਬਾਹਰ ਹੈ ਪਰ ਟੇਸਟ ਉਹਨੂੰ ਕਿੱਥੇ ਫੀਲ ਹੋਣਾ ਹੈ? ਆਪਣੇ ਅੰਦਰ। ਹੁਣ ਕਿਸੇ ਵੀ ਚੀਜ਼ ਨੂੰ ਤੁਸੀਂ ਲੈ ਲਓ, ਚਾਹੇ ਰੋਟੀ ਲੈ ਲਓ, ਚਾਹੇ ਕੋਈ ਫਲ ਲੈ ਲਓ, ਕੋਈ ਫਰੂਟ ਲੈ ਲਓ, ਚੀਜ਼ਾਂ ਬਾਹਰ ਹੁੰਦੀਆਂ ਹੈ, ਇਸ਼ਾਰੇ ਬਾਹਰ ਹੁੰਦੇ ਹੈ। ਬੰਦੇ ਨੇ ਕਹਿਣਾ ਨਾ ਗੰਨੇ ਦਾ ਰਸ, ਹਾਂ ਭਾਈ ਗਲਾਸ ਬਾਹਰ ਹੈ, ਪਰ ਜਦ ਤੱਕ ਪੀਏਗਾ ਨਹੀਂ ਉਹਦਾ ਟੇਸਟ, ਉਹਦੀ ਮਿਠਾਸ ਦਾ ਤੈਨੂੰ ਅਹਿਸਾਸ ਨਹੀਂ ਹੋਏਗਾ। ਮਿਠਾਸ ਤਾਂ ਹੈ ਪਰ ਅਨੁਭਵ ਲੈਣਾ ਪੈਂਦਾ ਹੈ ਆਪਣੇ ਅੰਦਰ। ਇਸੇ ਤਰ੍ਹਾਂ ਇਹ ਸਤ ਗਿਆਨ ਦੀ ਗੱਲ ਜਦੋਂ ਆਂਦੀ ਹੈ ਤਾਂ ਦੁਨੀਆ ਦੇ ਉੱਪਰ ਹਜ਼ਾਰਾਂ ਹੀ ਵੇਦ ਹੈ, ਸ਼ਾਸਤਰ ਹੈ, ਯਾਨੀ ਬਹੁਤ ਧਾਰਮਿਕ ਸ਼ਾਸਤਰ ਹੈ, 4 ਵੇਦ ਹੈ, ਬਹੁਤ ਧਾਰਮਿਕ ਸ਼ਾਸਤਰ ਹੈ। ਹੁਣ ਉਹਨਾਂ ਦੇ ਅੰਦਰ ਜੇ ਬੰਦਾ ਸੋਚੇ ਕਿ ਮੈਨੂੰ ਸਤ ਗਿਆਨ ਮਿਲ ਜਾਏਗਾ, ਤਾਂ ਇੱਕ ਗੱਲ ਯਾਦ ਰੱਖੋ ਕਿ ਸਤ ਗਿਆਨ ਦਾ ਜਿਹੜਾ ਅਨੁਭਵ ਹੈ ਨਾ, ਉਹ ਤੁਹਾਨੂੰ ਹੋਣਾ ਹੈ ਆਪਣੇ ਅੰਦਰ। ਹਾਂ, ਉਹਨਾਂ ਨੂੰ ਪੜ੍ਹ ਕੇ ਤੁਹਾਨੂੰ ਥੋੜਾ ਮਾਰਗ ਤਾਂ ਪਤਾ ਲੱਗ ਸਕਦਾ ਹੈ ਕਿ ਮੈਂ ਕਰਨਾ ਕੀ ਹੈ, ਕਿਸ ਰਸਤੇ ਜਾਣਾ ਹੈ। ਪਰ ਜੇ ਅਸੀਂ ਸੋਚੀਏ ਕਿ ਉਹਦੇ 'ਚ ਹੀ ਸਭ ਕੁਝ ਹੈ, ਤਾਂ ਨਹੀਂ, ਉਹਦੇ 'ਚ ਸਿਰਫ ਇਸ਼ਾਰਾ ਹੈ, ਪਕੜਨਾ ਸਾਨੂੰ ਆਪਣੇ ਅੰਦਰ ਪਏਗਾ। ਔਰ ਇਹੀ ਚੀਜ਼ ਇਸ ਸ਼ਬਦ ਦੇ ਅੰਦਰ ਦੱਸੀ ਗਈ ਹੈ ਕਿ ਸਤ ਗਿਆਨ ਹੈ ਔਸ਼ਧੀ, ਸਤਿਗੁਰ ਦੇਹੀ ਬਤਾਏ, ਕਿ ਪ੍ਰਮਾਤਮਾ ਦੇ ਘਰ ਦਾ ਉਹ ਸਤ ਗਿਆਨ। ਸਤ ਗਿਆਨ ਫਿਰ ਇੱਕ ਵਾਰ ਕਵਾਂਗੇ ਕਿ ਦੁਨੀਆ ਤੇ ਗਿਆਨ ਤਾਂ ਬਹੁਤ ਹੈ, ਪਰ ਜਦੋਂ ਸਤ ਗਿਆਨ ਦੀ ਗੱਲ ਆਉਂਦੀ ਹੈ ਤਾਂ ਸਤ ਗਿਆਨ ਦਾ ਮਤਲਬ ਹੈ ਉਹ ਸੱਤਿਆ ਦਾ ਗਿਆਨ, ਉਹ ਪ੍ਰਮਾਤਮਾ ਦਾ ਗਿਆਨ, ਉਹ ਪ੍ਰਭੂ ਦਾ ਗਿਆਨ, ਉਹ ਪਰਮਾਨੰਦ ਦਾ ਗਿਆਨ। ਔਰ ਉਹ ਸਤ ਤੁਹਾਡੇ ਅੰਦਰ ਹੀ ਬੈਠਾ ਹੋਇਆ ਹੈ। ਠੀਕ ਹੈ, ਬਾਹਰ ਵੀ ਹੈ। ਜਿੱਦਾਂ ਕੋਈ ਪੁੱਛੇ ਪ੍ਰਮਾਤਮਾ ਕਿੱਥੇ ਹੈ, ਬੋਲੋ ਸਮਝਦੇ ਹੋ ਕਿ ਨਹੀਂ? ਕੋਈ ਪੁੱਛੇ ਪ੍ਰਮਾਤਮਾ ਕਿੱਥੇ ਹੈ, ਤੇ ਅਸੀਂ ਇੱਕੋ ਹੀ ਗੱਲ ਕਵਾਂਗੇ ਕਿ ਭਾਈ ਇਹ ਨਾ ਪੁੱਛ ਪ੍ਰਮਾਤਮਾ ਕਿੱਥੇ ਹੈ, ਕਿਉਂਕਿ ਹਰ ਜਗ੍ਹਾ ਪ੍ਰਮਾਤਮਾ ਹੀ ਤਾਂ ਹੈ। ਤੂੰ ਕਹਿੰਦਾ ਪ੍ਰਮਾਤਮਾ ਕਿੱਥੇ ਹੈ? ਪ੍ਰਮਾਤਮਾ ਤਾਂ ਹਰ ਜਗ੍ਹਾ ਹੈ, ਬਸ ਤੂੰ ਆਪਣੇ ਆਪ ਨੂੰ ਜਾਣ ਲੈ, ਤੂੰ ਕਿੱਥੇ ਹੈ, ਆਪਣੇ ਆਪ ਨੂੰ ਸਮਝ ਲੈ। ਬੋਲੋ ਸਮਝਦੇ ਹੋ ਕਿ ਨਹੀਂ? ਕਿਉਂਕਿ ਜਦੋਂ ਤੈਨੂੰ ਆਪਣਾ ਪਤਾ ਲੱਗ ਜਾਏਗਾ ਮੈਂ ਕਿੱਥੇ ਖੜਾ ਹਾਂ, ਉਹਨੂੰ ਮੈਂ ਸਮਝ ਲਵਾਂ, ਤਾਂ ਫਿਰ ਮੈਨੂੰ ਅਹਿਸਾਸ ਹੋ ਜਾਏਗਾ ਆਪਣੀ ਮੰਜ਼ਿਲ ਤੋਂ ਮੈਂ ਕਿੰਨਾ ਕੁ ਦੂਰ ਹੈ ਜਾਂ ਮੇਰੀ ਮੰਜ਼ਿਲ ਕਿੰਨੀ ਕੁ ਨੇੜੇ। ਹੁਣ ਫਰਜ਼ ਕਰੋ ਇੱਕ ਇਨਸਾਨ ਦਿੱਲੀ ਜਾ ਰਿਹਾ ਹੈ, ਹੁਣ ਦਿੱਲੀ ਜਾ ਰਿਹਾ, ਉਹ ਅੰਬਾਲੇ ਖੜਾ ਹੈ, ਹੁਣ ਉਹ ਪੁੱਛਦਾ ਹੈ ਦਿੱਲੀ ਕਿੱਥੇ ਹੈ? ਤਾਂ ਹੁਣ ਜ਼ਰਾ ਧਿਆਨ ਦੇਣਾ, ਦਿੱਲੀ ਤਾਂ ਆਪਣੀ ਜਗ੍ਹਾ ਹੀ ਹੈ, ਪਰ ਤੂੰ ਜਾਣਕਾਰੀ ਲੈ ਲੈ, ਮੈਂ ਅੰਬਾਲੇ ਖੜਾ ਤੇ ਇੱਥੋਂ ਇੰਨੇ ਕਿਲੋਮੀਟਰ ਮੈਨੂੰ ਸਫ਼ਰ ਕਰਨਾ ਪੈਣਾ ਹੈ। ਜਦੋਂ ਮੈਨੂੰ ਆਪਣੀ ਜਾਣਕਾਰੀ ਹੋ ਗਈ ਮੈਂ ਕਿੱਥੇ ਹਾਂ, ਮੈਂ ਸਹੀ ਦਿਸ਼ਾ ਵੱਲ ਜਾ ਰਿਹਾ ਹਾਂ ਜਾਂ ਮੈਂ ਗਲਤ ਦਿਸ਼ਾ ਵੱਲ ਜਾ ਰਿਹਾ ਹਾਂ, ਇਹ ਜਾਣਨਾ ਮੇਰੇ ਵਾਸਤੇ ਜ਼ਰੂਰੀ ਹੈ, ਕਿਉਂਕਿ ਮੰਜ਼ਿਲ ਤਾਂ ਆਪਣੀ ਜਗ੍ਹਾ ਹੈ, ਪਹੁੰਚਣਾ ਤਾਂ ਮੈਂ ਹਾਂ ਉੱਥੇ। ਇਸ ਲਈ ਜਾਣਕਾਰੀ ਸਾਨੂੰ ਆਪਣੀ ਹੋਣੀ ਚਾਹੀਦੀ ਕਿ ਮੈਂ ਇਸ ਲਈ ਕਿੱਥੇ ਸਟੈਂਡ ਕਰਦਾ ਹਾਂ, ਮੈਂ ਇਸ ਲਈ ਕਿੱਥੇ ਬੈਠਾ ਹਾਂ। ਇਸ ਲਈ ਸਮਝਣਾ ਜ਼ਰਾ ਕਿ ਸਤ ਗਿਆਨ ਦੀ ਜਦੋਂ ਗੱਲ ਆਉਂਦੀ ਹੈ, ਇਹ ਗੱਲ ਚੱਲਦੀ ਹੈ ਸਾਡੇ ਅੰਦਰ ਦੀ ਤਰਫ। ਸਤ ਯਾਨੀ ਪ੍ਰਮਾਤਮਾ, ਉਹ ਪ੍ਰਭੂ, ਔਰ ਉਹ ਪ੍ਰਭੂ ਕਿਤੇ ਬਾਹਰ ਨਹੀਂ ਹੈ, ਉਹ ਪ੍ਰਮਾਤਮਾ ਸਾਡੇ ਅੰਦਰ ਹੀ ਹੈ। ਕਿਉਂਕਿ ਜਿੱਦਾਂ ਹੀ ਦੱਸਿਆ ਕਿ ਤੁਸੀਂ ਕਦੀ ਸਪੰਜੀ ਰਸਗੁੱਲਾ ਖਾਧਾ? ਸਪੰਜੀ ਰਸਗੁੱਲਾ ਹੁੰਦਾ ਇੱਕ, ਜਿਹਨੂੰ ਅਸੀਂ ਦੇਖਿਆ ਨਾ, ਉਹ ਪਾਇਆ ਹੁੰਦਾ ਹੈ ਕਿ ਉਹਦੇ ਅੰਦਰ ਵੀ ਮਿਠਾਸ ਹੁੰਦੀ ਤਾਂ ਬਾਹਰ ਵੀ ਪਾਣੀ ਉਹਦੇ ਹੁੰਦਾ ਹੈ। ਹੁਣ ਉਹ ਸਪੰਜੀ ਰਸਗੁੱਲਾ ਪੁੱਛੇ ਇਹ ਮਿਠਾਸ ਕਿੱਥੇ ਹੈ, ਇਹ ਪਾਣੀ ਕਿੱਥੇ ਹੈ, ਤਾਂ ਬੰਦਾ ਕਹਿੰਦਾ ਭਾਈ ਤੇਰੇ ਅੰਦਰ ਵੀ ਉਹੀ ਰਸ ਹੈ, ਔਰ ਜਿਹਦੇ 'ਚ ਤੈਨੂੰ ਬੰਦ ਕੀਤਾ ਗਿਆ ਨਾ ਡੱਬੇ 'ਚ, ਉਹ ਆਲੇ ਦੁਆਲੇ ਵੀ ਉਹੀ ਹੈ, ਉਹੀ ਤਾਂ ਹੈ, ਅੰਦਰ ਵੀ ਉਹੀ ਹੈ, ਬਾਹਰ ਵੀ ਉਹੀ ਹੈ। ਬਸ ਥੋੜਾ ਇਹਨੂੰ ਸਮਝਣ ਦੀ ਜ਼ਰੂਰਤ ਹੈ। ਹੁਣ ਇਹਨੂੰ ਕਹਿੰਦੇ ਸਤ ਗਿਆਨ, ਯਾਨੀ ਸਤ ਦਾ ਗਿਆਨ ਹੋਣਾ ਕਿ ਪ੍ਰਮਾਤਮਾ ਕਿੱਥੇ ਹੈ, ਉਹ ਪ੍ਰਭੂ ਕਿੱਥੇ ਹੈ। ਔਰ ਜਦੋਂ ਉਸ ਨੂੰ ਅਸੀਂ ਜਾਣ ਲਿਆ, ਉਹਦੀ ਸਾਨੂੰ ਸਮਝ ਆ ਗਈ, ਤਾਂ ਸਾਡੇ ਜੀਵਨ ਦੀਆਂ ਸਾਰੀਆਂ ਤਕਲੀਫਾਂ, ਸਾਰੇ ਦੁੱਖ, ਸਾਰੀਆਂ ਪਰੇਸ਼ਾਨੀਆਂ ਉਹਦੇ ਦੂਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੈ। ਕਿਉਂਕਿ ਜਦੋਂ ਇਹ ਅਹਿਸਾਸ ਹੋ ਗਿਆ
ਕਿ ਉਹ ਐਡੀ ਵੱਡੀ ਸ਼ਕਤੀ ਕਿੱਥੇ ਮੇਰੇ ਅੰਦਰ ਬੈਠੀ ਆਪਣਾ ਕੰਮ ਕਰ ਰਹੀ ਹੈ। ਜਦੋਂ ਉਹਦੀ ਜਾਣਕਾਰੀ ਸਾਨੂੰ ਮਿਲ ਗਈ, ਉਹਦਾ ਗਿਆਨ ਸਾਨੂੰ ਹੋ ਗਿਆ, ਤਾਂ ਫਿਰ ਸਾਡੇ ਜੀਵਨ ਦੀਆਂ ਤਕਲੀਫਾਂ, ਦੁੱਖ ਦਲਿੱਦਰ ਤਾਂ ਉਦੋਂ ਹੀ ਦੂਰ ਹੋਣੇ ਸ਼ੁਰੂ ਹੋ ਜਾਂਦੇ ਹੈ। ਇਸ ਲਈ ਕਿਹਾ ਹੈ ਕਿ ਸਤ ਗਿਆਨ ਹੈ ਔਸ਼ਧੀ। ਹੁਣ ਇਨਸਾਨ ਦੇ ਅੰਦਰੋਂ ਸਤ ਗਿਆਨ ਹੈ, ਇਨਸਾਨ ਦੇ ਅੰਦਰੋਂ ਉਹ ਔਸ਼ਧੀ ਹੈ, ਪਰ ਫਿਰ ਵੀ ਇਨਸਾਨ ਦੁਖੀ ਕਿਉਂ ਹੈ, ਫਿਰ ਵੀ ਇਨਸਾਨ ਪਰੇਸ਼ਾਨ ਕਿਉਂ ਹੈ? ਤਾਂ ਉਹਦਾ ਕਾਰਨ ਇਹੀ ਹੈ ਕਿ ਇਨਸਾਨ ਆਪਣੇ ਅੰਦਰਲੀ ਉਸ ਔਸ਼ਧੀ ਨੂੰ ਦੇਖਣ ਦੀ ਕੋਸ਼ਿਸ਼ ਨਹੀਂ ਕਰਦਾ, ਆਪਣੇ ਅੰਦਰ ਉਸ ਪਰਮ ਸ਼ਕਤੀ ਨੂੰ ਦੇਖਣ ਦੀ ਕੋਸ਼ਿਸ਼ ਨਹੀਂ ਕਰਦਾ। ਇਨਸਾਨ ਦਾ ਧਿਆਨ ਹਮੇਸ਼ਾ ਲੱਗਾ ਰਹਿੰਦਾ ਹੈ ਆਪਣੀਆਂ ਬਿਮਾਰੀਆਂ ਦੀ ਤਰਫ, ਆਪਣੀਆਂ ਤਕਲੀਫਾਂ ਦੀ ਤਰਫ, ਆਪਣੇ ਦੁੱਖਾਂ ਦੀ ਤਰਫ। ਇਸ ਲਈ ਅਸੀਂ ਕਈ ਵਾਰ ਇਹ ਚੀਜ਼ ਕਲੀਅਰ ਕੀਤੀ ਹੈ ਕਿ ਜਿੱਧਰ ਅਸੀਂ ਧਿਆਨ ਦੇਣਾ ਹੈ ਨਾ, ਉਹੀ ਚੀਜ਼ ਨੇ ਵਧਣਾ, ਪ੍ਰਫੁੱਲਿਤ ਹੋਣਾ ਸ਼ੁਰੂ ਹੋ ਜਾਣਾ ਹੈ। ਇਹ ਗੱਲ ਹਮੇਸ਼ਾ ਯਾਦ ਰੱਖੋ। ਕਿਹੜੀ ਚੀਜ਼ ਵੱਧਦੀ ਹੈ ਸਾਡੇ ਜੀਵਨ 'ਚ? ਜਿਹੜੀ ਚੀਜ਼ ਵੱਲ ਅਸੀਂ ਧਿਆਨ ਦਿੰਦੇ ਹਾਂ। ਇਹਨੂੰ ਇਦਾਂ ਸਮਝ ਲਓ ਕਿ ਜਦੋਂ ਤੁਸੀਂ ਸਿਹਤ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੰਦੇ ਆ, ਤਾਂ ਤੁਹਾਡੀ ਸਿਹਤ ਅੱਛੀ ਹੋਣੀ ਸ਼ੁਰੂ ਹੋ ਜਾਂਦੀ ਹੈ। ਫੇਰ ਹੀ ਹੁੰਦੀ ਹੈ ਨਾ ਕਿ ਹੁਣ ਮੈਂ ਆਪਣੀ ਸਿਹਤ ਵੱਲ ਧਿਆਨ ਦਿੰਦਾ ਆ, ਮੈਂ ਕੀ ਖਾਣਾ ਹੈ, ਕੀ ਪੀਣਾ ਹੈ, ਕਿੰਨੇ ਵਜੇ ਸੋਣਾ ਹੈ, ਕਿੰਨੇ ਵਜੇ ਜਾਗਣਾ ਹੈ, ਮੇਰੀ ਸਿਹਤ ਵਾਸਤੇ ਚੰਗਾ ਕੀ ਹੈ, ਮੇਰੀ ਸਿਹਤ ਵਾਸਤੇ ਮਾੜਾ ਕੀ ਹੈ। ਜਦੋਂ ਸਿਹਤ ਦਾ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ, ਤਾਂ ਹੌਲੀ ਹੌਲੀ ਸਾਡੀ ਸਿਹਤ ਅੱਛੀ ਹੁੰਦੀ ਚਲੀ ਜਾਂਦੀ ਹੈ। ਹੁਣ ਤੁਹਾਡੇ ਘਰ 'ਚ 4 ਬੱਚੇ ਹੈ, ਹੁਣ ਤੁਹਾਡੇ ਘਰ 'ਚ 4 ਬੱਚੇ ਹੈ, ਔਰ ਤੁਸੀਂ ਜਿਸ ਬੱਚੇ ਵੱਲ ਜ਼ਿਆਦਾ ਧਿਆਨ ਦੇਣਾ ਹੈ, ਉਹ ਬੱਚੇ ਨੇ ਹੀ ਅੱਛਾ ਹੋਣਾ ਸ਼ੁਰੂ ਹੋ ਜਾਣਾ ਹੈ। ਕਿਉਂਕਿ ਮਾਂ-ਬਾਪ ਜਿਸ ਬੱਚੇ ਦਾ ਜ਼ਿਆਦਾ ਧਿਆਨ ਰੱਖਣਗੇ ਨਾ, ਉਹੀ ਬੱਚਾ ਅੱਛਾ ਬਣੇਗਾ। ਬਾਕੀ ਬੱਚੇ ਨੇ ਇਲਤਾਂ ਕਰੀ ਜਾਣੀਆਂ ਹੈ, ਜਾਂ ਹੋ ਸਕਦਾ ਹੈ ਘਰ 'ਚ ਲੜਾਈ ਝਗੜਾ ਕਰਨ, ਕਿਉਂਕਿ ਮਾਂ-ਬਾਪ ਦਾ ਧਿਆਨ ਜਿਸ ਬੱਚੇ ਵੱਲ ਜ਼ਿਆਦਾ ਹੋਏਗਾ, ਮਾਂ-ਬਾਪ ਨੇ ਫਿਕਰ ਵੀ ਉਹਦੀ ਜ਼ਿਆਦਾ ਕਰਨੀ, ਔਰ ਉਹੀ ਬੱਚੇ ਨੇ ਜ਼ਿਆਦਾ ਅੱਛਾ ਹੋਣਾ ਸ਼ੁਰੂ ਹੋ ਜਾਣਾ ਹੈ। ਇਸ ਲਈ ਜਦੋਂ ਸਿਹਤ ਦਾ ਧਿਆਨ ਰੱਖਦੇ ਆ, ਸਿਹਤ ਅੱਛੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜਾਂ ਇਹਨੂੰ ਇਦਾਂ ਵੀ ਸਮਝ ਲਓ ਕਿ ਤੁਸੀਂ ਜਿਮ 'ਚ ਜਾ ਕੇ ਐਕਸਰਸਾਈਜ਼ ਕਰਦੇ ਹੋ, ਹੁਣ ਜਿਸ ਪਾਰਟ ਦਾ, ਬੋਡੀ ਪਾਰਟ ਦਾ ਧਿਆਨ ਕਰਕੇ ਨਾ ਤੁਸੀਂ ਐਕਸਰਸਾਈਜ਼ ਲਾਉਂਦੇ ਹੋ, ਉਹੀ ਪਾਰਟ ਨੂੰ ਤੁਸੀਂ ਦੇਖਦੇ ਹੋ ਸ਼ਕਤੀ ਮਿਲਣੀ ਸ਼ੁਰੂ ਹੋ ਜਾਂਦੀ ਹੈ। ਤਾਂ ਹੀ ਤਾਂ ਜਿਹੜੇ ਐਕਸਰਸਾਈਜ਼ ਕਰਦੇ ਆ, ਉਹਨਾਂ ਨੇ ਟਾਈਮ ਰੱਖਿਆ ਹੁੰਦਾ ਕਿ ਇੱਕ ਦਿਨ ਅਸੀਂ ਚੈਸਟ ਦੀ ਐਕਸਰਸਾਈਜ਼ ਲਾਣੀ ਹੈ ਤੇ ਇੱਕ ਦਿਨ ਬੈਕ ਦੀ ਲਾਣੀ ਹੈ, ਤਾਂ ਕਿ ਪੂਰਾ ਧਿਆਨ ਸਾਡਾ ਉੱਧਰ ਹੋਵੇ, ਤਾਂ ਕਿ ਉਸ ਅੰਗ ਸਾਡਾ, ਉਹ ਬੋਡੀ ਪਾਰਟ ਸਾਡਾ ਤਾਕਤਵਰ ਬਣੇ। ਹੁੰਦਾ ਕਿ ਨਹੀਂ ਏਦਾਂ? ਇਹਦਾ ਮਤਲਬ ਇੱਥੋਂ ਪਤਾ ਲੱਗਦਾ ਹੈ ਕਿ ਜਿਸ ਚੀਜ਼ ਵੱਲ ਅਸੀਂ ਧਿਆਨ ਦੇਣਾ ਸ਼ੁਰੂ ਕਰ ਦਿੰਦੇ ਆ, ਸਾਡੇ ਜੀਵਨ 'ਚ ਉਹੀ ਚੀਜ਼ ਬਲਸ਼ਾਲੀ ਵਧਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਇਸ ਚੀਜ਼ ਤੋਂ ਤੁਸੀਂ ਇਹ ਗੱਲ ਸਮਝ ਲੈਣੀ ਕਿ ਗਮਲੇ ਦੇ ਵਿੱਚ 4 ਪੌਦੇ ਹੈ, ਹੁਣ ਤਿੰਨਾਂ ਨੂੰ ਤੁਸੀਂ ਪੁੱਛਦੇ ਨਹੀਂ ਹੋ, ਪਰ ਇੱਕ ਦਾ ਤੁਸੀਂ ਪੂਰਾ ਧਿਆਨ ਰੱਖਦੇ ਹੋ, ਤਾਂ ਕਿਹੜੇ ਪੌਦੇ ਨੇ ਵਧਣਾ ਹੈ? ਜਵਾਬ ਦਿਓ ਸਾਨੂੰ। ਕਿਉਂਕਿ ਜਿਹਦਾ ਤੁਸੀਂ ਧਿਆਨ ਰੱਖਦੇ ਹੋ, ਧਿਆਨ ਦਾ ਮਤਲਬ ਇਹਨੂੰ ਸਮੇਂ ਸਿਰ ਪਾਣੀ ਦੇਣਾ, ਸਮੇਂ ਸਿਰ ਖਾਦ ਦੇਣੀ, ਕੋਈ ਜਾਨਵਰ ਇਹਨੂੰ ਖਾ ਨਾ ਜਾਵੇ, ਟਾਈਮ ਸਿਰ ਧੁੱਪੇ ਰੱਖਣਾ, ਟਾਈਮ ਸਿਰ ਉਹਨੂੰ ਛਾਵੇਂ ਰੱਖਣਾ, ਬਰਸਾਤ ਤੋਂ, ਮੀਂਹ ਹਨੇਰੀ ਤੋਂ ਬਚਾ ਕੇ ਰੱਖਣਾ, ਇਹਨੂੰ ਕਹਿੰਦੇ ਧਿਆਨ ਦੇਣਾ। ਹੁਣ ਇਸੇ ਤਰ੍ਹਾਂ ਸਾਡੇ ਜੀਵਨ 'ਚ ਸੁੱਖ ਵੀ ਹੈ, ਸਾਡੇ ਜੀਵਨ 'ਚ ਦੁੱਖ ਵੀ ਹੈ, ਸਾਡੇ ਜੀਵਨ 'ਚ ਖੁਸ਼ੀਆਂ ਵੀ ਹੈ, ਸਾਡੇ ਜੀਵਨ 'ਚ ਗਮੀਆਂ ਵੀ ਹੈ, ਸਾਡੇ ਜੀਵਨ 'ਚ ਨੈਗੇਟਿਵਿਟੀ ਵੀ ਹੈ, ਸਾਡੇ ਜੀਵਨ 'ਚ ਪੋਜ਼ਿਟਿਵਿਟੀ ਵੀ ਹੈ। ਪਰ ਸਾਡੇ ਜੀਵਨ 'ਚ ਵਾਧਾ ਕੀ ਹੈ? ਕਿਹੜੀ ਚੀਜ਼ ਸਾਡੇ ਜੀਵਨ 'ਚ ਵਧੇਗੀ? ਕਿਹੜੀ ਚੀਜ਼ ਨੂੰ ਬਲ ਮਿਲੇਗਾ? ਕਿਹੜੀ ਚੀਜ਼ ਨੂੰ ਸ਼ਕਤੀ ਮਿਲੇਗੀ? ਇਹ ਯਾਦ ਰੱਖੋ, ਸ਼ਕਤੀ ਉਸੇ ਚੀਜ਼ ਨੂੰ ਮਿਲੇਗੀ ਜਿਸ ਚੀਜ਼ ਵੱਲ ਅਸੀਂ ਜ਼ਿਆਦਾ ਧਿਆਨ ਰੱਖਾਂਗੇ। ਜੇ ਜ਼ਿਆਦਾ ਧਿਆਨ ਆਪਣੇ ਦੁੱਖਾਂ ਵੱਲ ਹੀ ਰੱਖਾਂਗੇ, ਹਾਏ ਮੈਨੂੰ ਆਹ ਦੁੱਖ ਹੈ, ਮੈਨੂੰ ਆਹ ਦੁੱਖ ਹੈ, ਮੈਨੂੰ ਆਹ ਦੁੱਖ ਹੈ, ਤਾਂ ਦੁੱਖ ਕਰਕੇ ਤੁਸੀਂ ਆਪਣੀ ਪੂਰੀ ਅਟੈਂਸ਼ਨ, ਪੂਰਾ ਧਿਆਨ ਜਿਹੜਾ ਦੁੱਖ ਨੂੰ ਦਿੱਤਾ ਹੋਇਆ ਹੈ, ਤਾਂ ਸਮਝ ਲਓ ਤੁਹਾਡੇ ਜੀਵਨ 'ਚ ਦੁੱਖ ਹੀ ਵੱਧਦਾ ਚਲਾ ਜਾਏਗਾ। ਕਿਉਂਕਿ ਦੁੱਖ ਵੀ ਇੱਕ ਪੌਦਾ ਹੈ, ਸੁੱਖ ਵੀ ਇੱਕ ਪੌਦਾ ਹੈ। ਤੁਸੀਂ ਜਿਸ ਪੌਦੇ ਵੱਲ ਜ਼ਿਆਦਾ ਧਿਆਨ ਰੱਖਣਾ ਹੈ, ਜਿੱਧਰ ਤੁਸੀਂ ਜ਼ਿਆਦਾ ਆਪਣੀ ਸੁਰਤੀ ਰੱਖਣੀ ਹੈ, ਜਿਹਦੇ ਬਾਰੇ ਜ਼ਿਆਦਾ ਗੱਲ ਕਰਨੀ ਹੈ, ਜਿਹਦੇ ਬਾਰੇ ਜ਼ਿਆਦਾ ਸੋਚਣਾ, ਉਹੀ ਚੀਜ਼ ਤੁਹਾਡੇ ਜੀਵਨ 'ਚ ਵਧਣੀ ਸ਼ੁਰੂ ਹੋ ਜਾਣੀ ਹੈ। ਜਿਹਦਾ ਇੱਕ ਕਹਾਵਤ ਬੜੀ ਪਿਆਰੀ ਹੈ, ਇੱਕ ਕਹਾਣੀ ਬੜੀ ਪਿਆਰੀ ਹੈ, ਜੋ ਮਹਾਤਮਾ ਬੁੱਧ ਆਪਣੇ ਸੇਵਕਾਂ ਨੂੰ ਸੁਣਾਉਂਦੇ ਹੁੰਦੇ ਸੀ। ਮਹਾਤਮਾ ਬੁੱਧ ਆਪਣੇ ਸੇਵਕਾਂ ਨੂੰ ਇੱਕ ਕਹਾਣੀ ਸੁਣਾਉਂਦੇ ਹੁੰਦੇ ਸੀ ਕਿ ਇੱਕ ਜੰਗਲ ਦੇ ਵਿੱਚ 2 ਸ਼ੇਰ ਲੜ ਰਹੇ ਹੈ। ਇੱਕ ਜੰਗਲ ਵਿੱਚ 2 ਸ਼ੇਰ ਲੜ ਰਹੇ ਹੈ, ਉਹ ਦਿਨ ਰਾਤ ਲੜੀ ਜਾਂਦੇ ਹੈ, ਦਿਨ ਰਾਤ ਲੜੀ ਜਾਂਦੇ ਹੈ। ਤਾਂ ਹੁਣ ਜ਼ਰਾ ਗੌਰ ਕਰਨਾ, ਜਦੋਂ ਇੰਨੀ ਗੱਲ ਕਹਿ ਕੇ ਉਹ ਚੁੱਪ ਹੋਏ, ਤੇ ਇੱਕ ਸੇਵਕ ਨੇ ਪੁੱਛਿਆ, ਮਹਾਰਾਜ ਉਹਨਾਂ 'ਚ ਜਿੱਤੇਗਾ ਕੌਣ ਫਿਰ? ਜੇ 2 ਸ਼ੇਰ ਲੜ ਰਹੇ ਹੈ ਤਾਂ ਜਿੱਤ ਕਿਹਦੀ ਹੁੰਦੀ ਹੈ? ਤਾਂ ਮਹਾਤਮਾ ਬੁੱਧ ਨੇ ਮੁਸਕਰਾ ਕੇ ਕਿਹਾ, ਕਹਿੰਦੇ ਜਿੱਤ ਉਸ ਸ਼ੇਰ ਦੀ ਹੋਣੀ ਹੈ ਜਿਹਨੂੰ ਤੁਸੀਂ ਖੁਰਾਕ ਦੇਣੀ ਹੈ। ਕਹਿੰਦੇ ਮਹਾਰਾਜ ਸਮਝੇ ਨਹੀਂ ਅਸੀਂ। ਤਾਂ ਮਹਾਤਮਾ ਬੁੱਧ ਕਹਿੰਦੇ ਇਹ ਤੁਹਾਨੂੰ ਤੁਹਾਡੇ ਅੰਦਰ ਦੀ ਖਬਰ ਦਿੱਤੀ ਹੈ ਅਸੀਂ, ਕਿਉਂਕਿ ਤੁਹਾਡੇ ਇਹ ਜੀਵਨ ਦੇ ਅੰਦਰ ਨਾ 2 ਸ਼ੇਰ ਲੜ ਰਹੇ ਹੈ। ਇੱਕ ਅੱਛੀ ਸੋਚ ਹੈ ਔਰ ਇੱਕ ਬੁਰੀ ਸੋਚ ਹੈ।
ਇੱਕ ਨੈਗੇਟਿਵਿਟੀ ਹੈ, ਇੱਕ ਪੋਜ਼ਿਟਿਵਿਟੀ ਹੈ। ਇਸ ਲਈ ਤੁਸੀਂ ਦੇਖੋਗੇ ਤੁਹਾਡੇ ਮਨ 'ਚ ਅੱਛਾ ਵੀ ਚੱਲਦਾ ਹੈ, ਤੁਹਾਡੇ ਮਨ 'ਚ ਬੁਰਾ ਵੀ ਚੱਲਦਾ ਹੈ। ਚੱਲਦਾ ਕਿ ਨਹੀਂ? ਕਦੀ ਕਦੀ ਮਨ 'ਚ ਅੱਛਾ ਹੁੰਦਾ ਹੈ ਔਰ ਕਦੀ ਕਦੀ ਮਨ 'ਚ ਇੰਨਾ ਬੁਰਾ ਹੋ ਜਾਂਦਾ ਹੈ ਕਿ ਨੈਗੇਟਿਵਿਟੀ ਚੱਲਦੀ ਹੈ। ਹੁਣ ਇਹ ਦੋ ਸ਼ੇਰ ਹੈ ਜੋ ਸਾਡੇ ਅੰਦਰ ਹਰ ਵੇਲੇ ਲੜ ਰਹੇ ਹੈ, ਅੱਛੇ ਵਿਚਾਰ ਬੁਰੇ ਵਿਚਾਰ। ਹੁਣ ਜਿੱਤ ਕਿਹਦੀ ਹੋਣੀ ਹੈ? ਜਿੱਤ ਉਹਦੀ ਹੋਣੀ ਹੈ ਜਿਹਨੂੰ ਤੁਸੀਂ ਖੁਰਾਕ ਦੇਣੀ ਹੈ। ਔਰ ਖੁਰਾਕ ਦਾ ਮਤਲਬ ਹੈ ਜਿਹਦਾ ਤੁਸੀਂ ਜ਼ਿਆਦਾ ਧਿਆਨ ਦੇਣਾ ਹੈ, ਜਿਹਦੇ ਬਾਰੇ ਜ਼ਿਆਦਾ ਸੋਚਣਾ ਹੈ, ਉਹਨੂੰ ਬਲ ਮਿਲਣਾ ਹੈ। ਕਿਉਂਕਿ ਜਿਹੜੀ ਸੋਚ ਬਾਰੇ ਤੁਸੀਂ ਜ਼ਿਆਦਾ ਸੋਚਦੇ ਗਏ ਸੋਚ ਨੂੰ ਬਲ ਮਿਲਣਾ, ਸ਼ਕਤੀ ਮਿਲਣੀ ਸ਼ੁਰੂ ਹੋ ਜਾਣੀ ਔਰ ਉਹਨਾਂ ਹੀ ਵੱਧਦੀ ਚਲੀ ਜਾਣਾ ਹੈ। ਇਸ ਲਈ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਜੀਵਨ 'ਚ ਸੁੱਖ ਵਧਣ, ਤੁਹਾਡੇ ਜੀਵਨ 'ਚ ਖੁਸ਼ੀਆਂ ਵਧਣ, ਤੁਹਾਡੇ ਜੀਵਨ 'ਚ ਸ਼ਾਂਤੀ ਵਧੇ, ਤੁਹਾਡੇ ਜੀਵਨ 'ਚ ਪ੍ਰੇਮ ਵਧੇ, ਤੁਹਾਡੇ ਜੀਵਨ 'ਚ ਤੰਦਰੁਸਤੀ ਆਵੇ, ਤਾਂ ਫਿਰ ਧਿਆਨ ਕਿੱਥੇ ਦੇਣਾ ਹੈ? ਖੁਸ਼ੀਆਂ ਦੀ ਤਰਫ, ਤੰਦਰੁਸਤੀ ਦੀ ਤਰਫ। ਧਿਆਨ ਕਿੱਥੇ ਦੇਣਾ ਹੈ? ਆਨੰਦ ਦੀ ਤਰਫ, ਸ਼ਾਂਤੀ ਦੀ ਤਰਫ। ਧਿਆਨ ਕਿੱਥੇ ਦੇਣਾ? ਪੋਜ਼ਿਟਿਵਿਟੀ ਦੀ ਤਰਫ, ਆਪਣੇ ਮਾਲਿਕ ਦੀ ਰਹਿਮਤ ਦੀ ਤਰਫ ਧਿਆਨ ਦੇਣਾ ਹੈ। ਕਿਉਂਕਿ ਜਦੋਂ ਰਹਿਮਤ ਵੱਲ ਧਿਆਨ ਜਾਂਦਾ ਤਾਂ ਸਾਡੇ ਜੀਵਨ 'ਚ ਰਹਿਮਤ ਵਧਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਦੁੱਖਾਂ ਵੱਲ ਧਿਆਨ ਜਾਂਦਾ ਹੈ ਤਾਂ ਫਿਰ ਦੁੱਖ ਵਧਣੇ ਸ਼ੁਰੂ ਹੋ ਜਾਂਦੇ ਆ। ਹੁਣ ਇਹ ਤੁਸੀਂ ਸੋਚਣਾ ਹੈ, ਇਹਨੂੰ ਇਦਾਂ ਸਮਝ ਲਓ ਕਿ ਤੁਹਾਡੇ ਅੰਦਰ ਹੀ ਦੁੱਖਾਂ ਦਾ ਪੌਦਾ ਵੀ ਹੈ ਤਾਂ ਸੁੱਖਾਂ ਦਾ, ਮਾਲਕ ਦੀਆਂ ਰਹਿਮਤਾਂ ਦਾ ਪੌਦਾ ਵੀ ਹੈ। ਪੌਦਾ ਯਾਨੀ ਉਹ ਪੇੜ ਹੈ, ਬ੍ਰਿਕਸ਼ ਹੈ। ਹੁਣ ਤੁਸੀਂ ਜਿਸ ਪੌਦੇ ਨੂੰ ਆਪਣੇ ਜੀਵਨ 'ਚ ਵਧਾਉਣਾ ਚਾਹੁੰਦੇ ਹੋ ਉਹਦੇ ਵੱਲ ਧਿਆਨ ਦੇਣਾ ਸ਼ੁਰੂ ਕਰ ਦਿਓ। ਜੇ ਤੁਰਦੇ ਫਿਰਦੇ ਉੱਠਦੇ ਬੈਠਦੇ ਆਪਣੇ ਮਾਲਿਕ ਦਾ ਧਿਆਨ ਕਰੋਗੇ, ਆਪਣੇ ਮਾਲਿਕ ਦੀ ਰਹਿਮਤ ਤੇ ਵਿਸ਼ਵਾਸ ਰੱਖੋਗੇ ਕਿ ਮੇਰੇ ਮਾਲਿਕ ਦੀ ਰਹਿਮਤ ਹਮੇਸ਼ਾ ਮੇਰੇ ਨਾਲ ਹੈ, ਤਾਂ ਸਮਝ ਲਓ ਤੁਸੀਂ ਆਪਣੇ ਮਾਲਿਕ ਦੀ ਰਹਿਮਤ ਦੇ ਪੌਦੇ ਨੂੰ ਧਿਆਨ ਦਾ ਜਲ ਦੇ ਰਹੇ ਹੋ, ਤਾਂ ਉਹ ਤੁਹਾਡੇ ਜੀਵਨ 'ਚ ਰਹਿਮਤ ਵਧਣੀ ਸ਼ੁਰੂ ਹੋ ਜਾਏਗੀ। ਤਾਂ ਜੇ ਰਹਿਮਤ ਨੂੰ ਭੁੱਲ ਕੇ, ਮਾਲਿਕ ਦੀ ਕਿਰਪਾ ਨੂੰ ਭੁੱਲ ਕੇ ਤੁਸੀਂ ਸੋਚੀ ਦੁੱਖਾਂ ਬਾਰੇ ਜਾਓਗੇ, ਸੋਚੀ ਆਪਣੀਆਂ ਪਰੇਸ਼ਾਨੀਆਂ ਬਾਰੇ ਜਾਓਗੇ, ਗੱਲ ਹੀ ਆਪਣੀਆਂ ਬਿਮਾਰੀਆਂ ਦੀ ਕਰੀ ਜਾਓਗੇ, ਆਪਣੀਆਂ ਤਕਲੀਫਾਂ ਦੀ ਕਰੀ ਜਾਓਗੇ, ਤਾਂ ਇਹਦਾ ਮਤਲਬ ਤੁਸੀਂ ਆਪਣੇ ਦੁੱਖਾਂ, ਤਕਲੀਫਾਂ, ਪਰੇਸ਼ਾਨੀਆਂ ਦੇ ਪੌਦੇ ਨੂੰ ਪਾਣੀ ਦੇ ਰਹੇ ਹੋ। ਤਾਂ ਤੁਹਾਡੇ ਜੀਵਨ 'ਚ ਇਹ ਪਰੇਸ਼ਾਨੀਆਂ, ਇਹ ਤਕਲੀਫਾਂ, ਦੁੱਖਾਂ ਦੇ ਹੀ ਪੌਦੇ ਨੇ ਫਲੀਭੂਤ ਹੋਣਾ ਹੈ, ਵਧਣਾ ਹੈ। ਇਸ ਲਈ ਥੋੜਾ ਜਿਹਾ ਆਪਣੀ ਸੋਚ ਨੂੰ ਚੈੱਕ ਕਰਿਆ ਕਰੋ। ਚੈੱਕ ਕਰਨ ਦਾ ਮਤਲਬ ਹੈ ਥੋੜਾ ਦੇਖਿਆ ਕਰੋ ਕਿ ਮੇਰੇ ਅੰਦਰ ਕਿਹੜੇ ਵਿਚਾਰ ਚੱਲ ਰਹੇ ਹੈ, ਮੈਂ ਕਿਸ ਪੌਦੇ ਨੂੰ ਪਾਣੀ ਦੇ ਰਿਹਾ ਹਾਂ, ਮੈਂ ਕਿਸ ਪੌਦੇ ਨੂੰ ਜਲ ਦੇ ਰਿਹਾ ਹਾਂ। ਤਾਂ ਜਿਸ ਪੌਦੇ ਨੂੰ ਮੈਂ ਜਲ ਦੇਣਾ ਹੈ ਉਹੀ ਤਾਂ ਮੈਨੂੰ ਮਿਲਣਾ ਹੈ। ਸਮਝਦੇ ਹੋ ਕਿ ਨਹੀਂ? ਕਿਉਂਕਿ ਜਿੱਦਾਂ ਦੱਸਿਆ, ਮਾਲਿਕ ਦੇ ਘਰ 'ਚ, ਇਸ ਸੰਸਾਰ ਦੇ ਵਿੱਚ, ਇਸ ਬ੍ਰਹਿਮੰਡ ਦੇ ਵਿੱਚ ਨੈਗੇਟਿਵਿਟੀ ਵੀ ਹੈ, ਪੋਜ਼ਿਟਿਵਿਟੀ ਵੀ ਹੈ, ਦੁੱਖ ਵੀ ਹੈ, ਸੁੱਖ ਵੀ ਹੈ। ਪਰ ਤੁਹਾਨੂੰ ਉਹ ਮਿਲਣਾ ਜਿਹਦੇ ਵੱਲ ਤੁਸੀਂ ਸੁਰਤੀ ਜੋੜ ਦੇਣੀ ਹੈ। ਇੱਕ ਥੋੜਾ ਜਿਹਾ ਤੁਹਾਨੂੰ ਇੱਕ ਸਵਾਲ ਪੁੱਛਾਂਗੇ, ਉਹਦਾ ਜਵਾਬ ਦੇਣਾ। ਤਿਆਰ ਹੋ ਜਵਾਬ ਦੇਣ ਨੂੰ? ਤਾਂ ਪਹਿਲਾਂ ਸਵਾਲ ਸੁਣ ਲਓ। ਹੁਣ ਸਵਾਲ ਇਹ ਹੈ ਕਿ ਤੁਸੀਂ ਤੁਰੇ ਜਾ ਰਹੇ ਹੋ, ਤੁਹਾਡੇ ਹੱਥ ਵਿੱਚ ਥੋੜਾ ਕਚਰਾ ਹੈ, ਕਚਰਾ ਯਾਨੀ ਕੂੜਾ ਹੈ, ਔਰ ਤੁਹਾਡੇ ਹੱਥ ਵਿੱਚ ਇੱਕ ਫੁੱਲਾਂ ਦਾ ਗੁਲਦਸਤਾ ਵੀ ਹੈ। ਹੁਣ ਤੁਸੀਂ ਤੁਰੇ ਜਾ ਰਹੇ ਹੋ, ਤੁਰੇ ਜਾ ਰਹੇ ਹੋ, ਔਰ ਅੱਗੇ ਇੱਕ ਜਗ੍ਹਾ ਦੋ ਆਦਮੀ ਖੜੇ ਹੈ। ਇੱਕ ਦੇ ਕੋਲ ਕਚਰੇ ਦਾ ਵੱਡਾ ਟੋਕਰਾ ਹੈ ਤਾਂ ਦੂਜੇ ਦੇ ਕੋਲ ਫੁੱਲ ਹੈ। ਹੁਣ ਜੇ ਤੁਸੀਂ ਆਪਣੇ ਹੱਥ 'ਚ ਫੜਿਆ ਕਚਰਾ ਕਿਸੇ ਨੂੰ ਦੇਣਾ ਹੋਵੇ ਤਾਂ ਕਿਹਨੂੰ ਦਵੋਗੇ? ਫੁੱਲਾਂ ਵਾਲੇ ਨੂੰ ਦਵੋਗੇ, ਜਾਂ ਜਿਹਦੇ ਕੋਲ ਪਹਿਲਾਂ ਹੀ ਕਚਰੇ ਦਾ ਟੋਕਰਾ ਚੱਕਿਆ ਹੋਇਆ ਹੈ ਉਹ ਕਚਰਾ ਉੱਥੇ ਦਵੋਗੇ? ਤੁਸੀਂ ਜਵਾਬ ਦਿਓ। ਇਹ ਸਵਾਲ ਦਾ ਜਵਾਬ ਦੇਣਾ ਤੁਸੀਂ। ਜੇ ਤੁਹਾਡੇ ਕੋਲ ਕਚਰਾ ਹੈ, ਯਾਨੀ ਤੁਹਾਡੇ ਕੋਲ ਕੂੜਾ ਕਰਕਟ ਹੈ, ਤਾਂ ਤੁਸੀਂ ਕਿਹਨੂੰ ਦਵੋਗੇ? ਉਹ ਜਿਹੜਾ ਪਹਿਲਾਂ ਹੀ ਕੂੜਾ ਲੈ ਕੇ ਖੜਾ ਹੈ। ਤੁਹਾਨੂੰ ਪਤਾ ਕੂੜੇ ਵਾਲਾ ਹੈ, ਇਹਨੂੰ ਕੂੜਾ ਦੇਣਾ ਹੈ, ਇਹ ਫੁੱਲਾਂ ਵਾਲਾ ਹੈ, ਇਹਨੂੰ ਮੈਂ ਫੁੱਲ ਦੇਣੇ ਆ। ਇਹ ਕਦੀ ਨਹੀਂ ਹੋਏਗਾ ਕਿ ਫੁੱਲਾਂ ਵਾਲੇ ਨੂੰ ਤੁਸੀਂ ਕਚਰਾ ਦੇ ਦਿਓ ਤਾਂ ਕਚਰੇ ਦੀ ਜਗ੍ਹਾ ਫੁੱਲ ਦੇ ਦਿਓ। ਕਿਉਂਕਿ ਇੰਨੀ ਕੁ ਸੈਂਸ ਤਾਂ, ਇੰਨੀ ਕੁ ਸਮਝ ਤਾਂ ਸਭ ਨੂੰ ਹੁੰਦੀ ਹੈ, ਇੱਕ ਬੱਚੇ ਨੂੰ ਵੀ ਹੁੰਦੀ ਹੈ ਕਿ ਜਿੱਥੇ ਫੁੱਲ ਪਏ ਉੱਥੇ ਫੁੱਲ ਰੱਖਣੇ ਹੈ। ਹੁਣ ਤੁਸੀਂ ਕਿਸੇ ਛੋਟੇ ਬੱਚੇ ਨੂੰ, 5-6 ਸਾਲ ਦੇ ਬੱਚੇ ਨੂੰ ਇੱਕ ਫੁੱਲ ਦੇ ਦਿਓ ਔਰ ਇੱਕ ਉਹਨੂੰ ਕਾਗਜ਼ ਦਾ ਟੁਕੜਾ ਦੇ ਦਿਓ ਔਰ ਕਹੋ ਲੈ ਬੇਟਾ ਆ ਫੁੱਲ ਰੱਖ ਕੇ ਆਣਾ ਔਰ ਕਾਗਜ਼ ਦਾ ਟੁਕੜਾ ਸਿੱਟ ਕੇ ਆਣਾ ਹੈ, ਤਾਂ ਉਹਨੂੰ ਵੀ ਸਮਝ ਹੈ ਕਿ ਕਾਗਜ਼ ਮੈਂ ਡਸਟਬਿਨ 'ਚ ਪਾਣਾ ਹੈ, ਕਿਉਂਕਿ ਇਹ ਡਸਟਬਿਨ ਇੱਥੇ ਹੀ ਮੈਂ ਕਚਰਾ ਪਾਉਂਦਾ ਹਾਂ ਤੇ ਫੁੱਲ ਮੈਂ ਉੱਥੇ ਰੱਖਣੇ ਆ ਜਿੱਥੇ ਫੁੱਲ ਪਏ ਹੋਏ ਆ। ਇੰਨੀ ਸਮਝ ਬੱਚੇ ਨੂੰ ਵੀ ਹੋਏਗੀ। ਤਾਂ ਹੀ ਤੁਸੀਂ ਦੇਖਦੇ ਹੋ ਨਾ, ਜਦੋਂ ਤੁਸੀਂ ਖਾਂਦੇ ਪੀਂਦੇ ਹੋ ਕੁਝ ਕਿਸੇ ਰੈਸਟੋਰੈਂਟ 'ਚ ਬਹਿ ਕੇ ਜਾਂ ਬਾਜ਼ਾਰ 'ਚ ਤੁਰੇ ਜਾਂਦੇ ਤਾਂ ਤੁਸੀਂ ਦੇਖਦੇ ਹੋ ਇੱਥੇ ਕੋਈ ਡਸਟਬਿਨ ਹੈ, ਜਿੱਥੇ ਪਿਆ ਹੁੰਦਾ ਤੁਸੀਂ ਖਾ ਪੀ ਕੇ ਉਹ ਕੂੜੇ 'ਚ ਸੁੱਟ ਦਿੰਦੇ ਹੋ। ਜਰਾ ਹੁਣ ਗੌਰ ਕਰਨ ਵਾਲੀ ਗੱਲ ਹੈ। ਅਸੀਂ ਕਿਉਂ ਦੱਸ ਰਹੇ ਹਾਂ ਤੁਹਾਨੂੰ? ਇਹੀ ਚੀਜ਼ ਤਾਂ ਸਮਝਣ ਵਾਲੀ ਹੈ ਕਿ ਜਦੋਂ ਸਾਨੂੰ ਇੰਨੀ ਸਮਝ ਹੈ
ਕਿ ਜਿਹੜਾ ਕੂੜਾ ਲੈ ਕੇ ਖੜਾ ਹੈ ਉਹਨੂੰ ਅਸੀਂ ਕੂੜਾ ਹੀ ਦੇਣਾ ਹੈ, ਤਾਂ ਜਿਹੜਾ ਫੁੱਲ ਲੈ ਕੇ ਖੜਾ ਉਹਨੂੰ ਅਸੀਂ ਫੁੱਲ ਹੀ ਦੇਣੇ ਹੈ। ਤਾਂ ਜ਼ਰਾ ਸੋਚੋ ਕਿ ਬ੍ਰਹਿਮੰਡ ਪ੍ਰਮਾਤਮਾ ਕਿੰਨਾ ਸਮਝਦਾਰ ਹੈ। ਹੁਣ ਜਿਹੜਾ ਇਨਸਾਨ ਨੈਗੇਟਿਵਿਟੀ ਦਾ, ਬੁਰੀਆਂ ਸੋਚਾਂ ਦਾ ਕਚਰਾ ਲੈ ਕੇ ਖੜਾ ਹੈ, ਦੁੱਖਾਂ ਦੀ ਸੋਚ ਲੈ ਕੇ ਖੜਾ ਹੈ, ਬ੍ਰਹਿਮੰਡ ਨੇ, ਪ੍ਰਮਾਤਮਾ ਨੇ ਉਹਨੂੰ ਹੋਰ ਦੁੱਖ ਹੀ ਦੇਣੇ ਹੈ ਕਿ ਭਾਈ ਤੂੰ ਦੁੱਖ ਲੈ ਕੇ ਖੜਾ ਤੇ ਲੈ ਹੋਰ ਦੁੱਖ ਲੈ। ਤਾਂ ਜਿਹੜਾ ਸਮਾਈਲ ਕਰਦਾ ਹੈ, ਮੁਸਕਰਾਉਂਦਾ ਹੈ, ਜਿਹੜਾ ਹਮੇਸ਼ਾ ਪੋਜ਼ਿਟਿਵਿਟੀ ਦੀ ਗੱਲ ਕਰਦਾ ਹੈ, ਮਾਲਕ ਦੀਆਂ ਰਹਿਮਤਾਂ ਦੀ ਗੱਲ ਕਰਦਾ ਹੈ, ਤਾਂ ਬ੍ਰਹਿਮੰਡ ਯਾਨੀ ਉਹ ਮਾਲਕ ਵੀ ਦੇਖਦਾ ਹੈ ਕਿ ਇਹ ਪੋਜ਼ਿਟਿਵਿਟੀ ਦੇ ਫੁੱਲ ਲੈ ਕੇ ਖੜਾ ਹੈ, ਇਹ ਵਿਸ਼ਵਾਸ ਦੇ ਫੁੱਲ ਲੈ ਕੇ ਖੜਾ ਹੈ, ਇਹ ਰਹਿਮਤਾਂ ਦੇ ਫੁੱਲ ਲੈ ਕੇ ਖੜਾ, ਇਹਨੂੰ ਹੋਰ ਮੈਂ ਉਹ ਖੁਸ਼ੀਆਂ ਹੀ ਦੇਣੀਆਂ ਹੈ। ਕਿਉਂਕਿ ਜੋ ਸਾਡੇ ਅੰਦਰ ਚੱਲਣਾ ਹੈ ਨਾ, ਕੁਦਰਤ ਨੇ ਉਹੀ ਦੇਣਾ, ਸਾਨੂੰ ਸ਼ੁਰੂ ਕਰ ਦੇਣਾ ਹੈ। ਹੁਣ ਤੁਸੀਂ ਆਪਣੇ ਦਿਮਾਗ ਵਿੱਚ ਦੁੱਖਾਂ ਦਾ ਕਚਰਾ ਰੱਖਦੇ ਹੋ ਤਾਂ ਤੁਹਾਨੂੰ ਹੋਰ ਦੁੱਖ ਮਿਲਣਗੇ। ਇਸ ਲਈ ਗੌਰ ਕਰਨਾ। ਅੱਜ ਕਈਆਂ ਜੀਵਾਂ ਨੇ ਇੱਕ ਗੱਲ ਕਹੀ ਹੈ ਕਿ ਮੰਨ ਲਓ ਇੱਕ ਦੁੱਖ ਹਟਦਾ ਹੈ ਤਾਂ ਦੂਜਾ ਆ ਜਾਂਦਾ ਹੈ, ਦੂਜਾ ਹਟਦਾ ਤੀਜਾ ਆ ਜਾਂਦਾ ਹੈ, ਮੇਰੇ ਜੀਵਨ 'ਚ ਦੁੱਖ ਵੱਧਦੇ ਹੀ ਜਾ ਰਹੇ ਹੈ। ਤਾਂ ਇਹਦਾ ਮਤਲਬ ਕੀ ਹੈ? ਦੁੱਖ ਵੱਧਦੇ ਕਿਉਂ ਜਾ ਰਹੇ? ਕਿਉਂਕਿ ਕਦੀ ਤੁਸੀਂ ਵੀ ਦੇਖਿਆ ਹੋਵੇਗਾ, ਜਦੋਂ ਇੱਕ ਪਰੇਸ਼ਾਨੀ ਆਉਂਦੀ ਹੈ ਤਾਂ ਉਹਦੇ ਨਾਲ ਦੂਜੀ ਆ ਜਾਂਦੀ, ਫਿਰ ਤੀਜੀ ਆ ਜਾਂਦੀ ਹੈ। ਤਾਂ ਦੂਜੇ ਪਾਸੇ ਜਦੋਂ ਕਿਸੇ ਨੂੰ ਇੱਕ ਪਾਸੇ ਕਾਮਯਾਬੀ ਮਿਲਦੀ ਹੈ, ਖੁਸ਼ੀ ਮਿਲਦੀ, ਤਾਂ ਉਹਦੇ ਨਾਲ ਦੂਜੀ ਖੁਸ਼ੀ ਆ ਜਾਂਦੀ ਹੈ, ਤੀਜੀ ਖੁਸ਼ੀ ਆ ਜਾਂਦੀ ਹੈ। ਕਾਰਨ ਕੀ ਹੈ? ਇਹਦਾ ਕਾਰਨ ਇਹੀ ਹੈ ਕਿ ਜਦੋਂ ਸਾਡੇ ਜੀਵਨ 'ਚ ਕੋਈ ਦੁੱਖ ਆਉਂਦਾ ਹੈ ਤੇ ਅਸੀਂ ਦੁੱਖ ਬਾਰੇ ਇੰਨਾ ਸੋਚਦੇ ਹਾਂ, ਇੰਨਾ ਸੋਚਦੇ ਹਾਂ, ਦੁੱਖ ਦਾ ਕਚਰਾ ਇੰਨਾ ਇਕੱਠਾ ਕਰ ਲੈਂਦੇ ਹਾਂ ਕਿ ਬ੍ਰਹਿਮੰਡ ਕੋਲ ਦੁੱਖ ਵੀ ਹੈ, ਸੁੱਖ ਵੀ ਹੈ। ਹੁਣ ਉਹ ਸੋਚਦਾ ਦੁੱਖ ਕਿਹਨੂੰ ਦੇਵਾਂ, ਸੁੱਖ ਕਿਹਨੂੰ ਦੇਵਾਂ? ਤਾਂ ਇਹ ਪਹਿਲਾਂ ਹੀ ਦੁੱਖ ਲੈ ਕੇ ਖੜਾ ਹੈ, ਇਹਦੀ ਝੋਲੀ ਦੁੱਖ ਪਾ ਦੇਵਾਂ ਕਿਉਂਕਿ ਕਚਰਾ ਹੈ ਇਹਦੇ ਕੋਲ, ਇਹਨੂੰ ਕਚਰਾ ਹੀ ਦੇਵਾਂ। ਔਰ ਇਹ ਖੁਸ਼ੀਆਂ ਦੇ ਫੁੱਲ ਲੈ ਕੇ ਖੜਾ ਹੈ, ਇਹਨੂੰ ਹੋਰ ਮੈਂ ਖੁਸ਼ੀਆਂ ਦੇ ਦੇਵਾਂ। ਇਸ ਲਈ ਜੇ ਤੁਹਾਡੇ ਜੀਵਨ 'ਚ ਦੁੱਖ ਆਉਂਦੇ ਜਾ ਰਹੇ ਹੈ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਤੁਸੀਂ ਦੁੱਖਾਂ ਦੇ ਕਚਰੇ ਬਾਰੇ ਸੋਚ ਲੈ ਕੇ ਅੰਦਰ ਬੈਠੇ ਹੋ। ਇਸ ਲਈ ਬ੍ਰਹਿਮੰਡ ਤੁਹਾਨੂੰ ਉਦਾਂ ਦੀ એનર્ਜੀ ਦੇ ਦਿੰਦਾ ਹੈ। ਹੁਣ ਜੇ ਤੁਸੀਂ ਚਾਹੁੰਦੇ ਹੋ ਕਿ ਮੇਰੇ ਜੀਵਨ 'ਚ ਦੁੱਖ ਹੈ ਪਰ ਮੈਂ ਨਹੀਂ ਚਾਹੁੰਦਾ ਹੋਰ ਦੁੱਖ ਮੇਰੇ ਜੀਵਨ 'ਚ ਆਵੇ, ਤਾਂ ਹੁਣ ਮੈਨੂੰ ਕੀ ਕਰਨਾ ਪਏਗਾ? ਜੇ ਮੈਂ ਨਹੀਂ ਚਾਹੁੰਦਾ ਕਿ ਹੋਰ ਕਚਰਾ ਮੈਨੂੰ ਮਿਲੇ, ਤਾਂ ਭਾਈ ਜਿਹੜਾ ਹੱਥ 'ਚ ਕਚਰਾ ਫੜਿਆ ਇਹਨੂੰ ਪਹਿਲਾਂ ਸੁੱਟ ਦੇ, ਕਿਉਂਕਿ ਇਹਨੂੰ ਫੜ ਕੇ ਰੱਖੇਗਾ ਤਾਂ ਲੋਕਾਂ ਨੇ ਤੈਨੂੰ ਕਚਰੇ ਵਾਲਾ ਹੀ ਸਮਝਣਾ ਹੈ, ਉਹਨਾਂ ਹੋਰ ਦੇ ਹੀ ਜਾਣਾ ਹੈ। ਹੁਣ ਜੇ ਤੂੰ ਚਾਹੁੰਦਾ ਮੇਰੇ ਜੀਵਨ 'ਚ ਖੁਸ਼ੀਆਂ ਦੀ ਮਹਿਕ ਆਵੇ, ਇਹ ਕਚਰਾ ਸੁੱਟ ਔਰ ਫੁੱਲ ਚੱਕ ਲੈ, ਫੁੱਲ ਉਠਾ ਲੈ, ਅੱਛਾ ਉਠਾ ਲੈ, ਕਿਉਂਕਿ ਜਿਹੜੀ ਚੀਜ਼ ਫੜ ਕੇ ਤੂੰ ਖੜਾ ਹੋਏਗਾ ਨਾ ਉਹੀ ਚੀਜ਼ ਤੈਨੂੰ ਮਿਲਣੀ ਹੈ। ਇਹਨੂੰ ਇਦਾਂ ਵੀ ਸਮਝ ਲਓ ਕਿ ਇੱਕ ਜਗ੍ਹਾ ਚਾਰ ਬੰਦੇ ਖੜੇ ਕਰਦੇ ਹੋ ਤੁਸੀਂ, ਇੱਕ ਦੇ ਹੱਥ 'ਚ ਲੱਡੂਆਂ ਦਾ ਡੱਬਾ ਦੇ ਦਿਓ, ਇੱਕ ਦੇ ਹੱਥ 'ਚ ਬਰਫੀ ਦਾ ਡੱਬਾ ਦੇ ਦਿਓ, ਇੱਕ ਦੇ ਹੱਥ 'ਚ ਤੁਸੀਂ ਕੁਝ ਹੋਰ ਦੇ ਦਿਓ, ਔਰ ਉਹ ਜਿੰਨੀਆਂ ਚੀਜ਼ਾਂ ਚਾਰਾਂ ਬੰਦਿਆਂ ਕੋ ਹੈ, ਕਿਸੇ ਇੱਕ ਬੰਦੇ ਨੂੰ ਕਹੋ ਆਹ ਚਾਰ ਚੀਜ਼ਾਂ ਲੈ ਲੈ ਔਰ ਜਾ ਦੇ ਕੇ ਆ, ਤਾਂ ਉਹ ਵੀ ਸਮਝੇਗਾ ਜੇ ਕੋਈ ਲੱਡੂ ਹੋਏਗਾ ਉਹ ਲੱਡੂ ਦੇ ਡੱਬੇ 'ਚ ਲੱਡੂ ਹੀ ਰੱਖੇਗਾ, ਬਰਫੀ ਦੇ ਡੱਬੇ 'ਚ ਬਰਫੀ ਰੱਖੇਗਾ, ਕਿਉਂਕਿ ਉਹਨੂੰ ਪਤਾ ਹੈ ਕਿ ਜਿਹਦੇ ਕੋਲ ਜੋ ਹੈ ਉਹਦੇ ਕੋਲ ਡੱਬਾ ਹੈ, ਤਾਂ ਮੈਨੂੰ ਜੇ ਚਾਰ ਚੀਜ਼ਾਂ ਮਿਲੀਆਂ ਤਾਂ ਮੈਂ ਉਹਨੂੰ ਹੀ ਦੇਣੀਆਂ ਹੈ। ਹੁੰਦਾ ਕਿ ਨਹੀਂ ਇਸ ਤਰ੍ਹਾਂ? ਤਾਂ ਹੀ ਤਾਂ ਜਿੱਥੇ ਸਟਾਲ ਲੱਗੇ ਹੁੰਦੇ ਆ ਕਦੀ ਵਿਆਹਾਂ ਸ਼ਾਦੀਆਂ 'ਚ, ਤਾਂ ਇੱਥੇ ਥੋੜਾ ਕਹਿਣਾ ਚਾਹਾਂਗੇ ਜਿਸ ਸਟਾਲ ਤੇ ਜਿਹੜੀ ਚੀਜ਼ ਵਿਕਦੀ ਹੈ ਨਾ, ਬੰਦਾ ਉੱਥੇ ਜਾ ਕੇ ਉਹਦੀ ਡਿਮਾਂਡ ਹੀ ਕਰਦਾ ਹੈ। ਇਹ ਨਹੀਂ ਕਹਿੰਦਾ ਕਿ ਇੱਥੇ ਨਿਊਡਲ ਦਾ ਹੈ ਤਾਂ ਪੀਜ਼ਾ ਮੰਗ ਲਵਾਂ, ਉੱਥੇ ਗੋਲ ਗੱਪੇ ਆ ਤਾਂ ਉੱਥੇ ਮੈਂ ਕੁਝ ਹੋਰ ਮੰਗ ਲਵਾਂ। ਉਹਨੂੰ ਪਤਾ ਜਿਸ ਚੀਜ਼ ਤੇ ਜੋ ਹੈ ਉੱਥੇ ਜਾ ਕੇ ਮੈਨੂੰ ਉਹੀ ਮਿਲਣਾ ਹੈ। ਹੁਣ ਇਹ ਇਸ਼ਾਰਾ ਕਿਉਂ ਕਰ ਰਹੇ ਹੈ? ਤੁਸੀਂ ਦੇਖੋ ਤੁਸੀਂ ਆਪਣੇ ਅੰਦਰ ਕਿਹੜਾ ਸਟਾਲ ਲਾਇਆ ਹੋਇਆ ਹੈ, ਕਿਹੜੀਆਂ ਸੋਚਾਂ ਦਾ ਲਾਇਆ ਹੋਇਆ ਹੈ। ਫਿਰ ਬ੍ਰਹਿਮੰਡ ਨੇ ਉਹੀ ਚੀਜ਼ ਤੁਹਾਨੂੰ ਸਪਲਾਈ ਕਰਨੀ ਸ਼ੁਰੂ ਕਰ ਦੇਣੀ ਹੈ ਕਿ ਉੱਥੇ ਆਹ ਚੀਜ਼ ਵਿਕਦੀ ਹੈ ਭਾਈ, ਉੱਥੇ ਆਹ ਸੋਚ ਚੱਲਦੀ ਹੈ, ਇਸ ਲਈ ਇਹ ਸੋਚ ਮੈਂ ਹੋਰ ਦੇ ਹੀ ਜਾਵਾਂ, ਤਾਂ ਕਿ ਕਿਉਂਕਿ ਉਹਦੀ ਖਿੱਚ ਹੀ ਐਸੀ ਹੈ, ਇਹਨੂੰ ਹੋਰ ਦੇਵਾਂ। ਗੱਲ ਸਮਝ ਆਈ ਕਿ ਨਹੀਂ? ਇਸ ਲਈ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਜੀਵਨ 'ਚ ਖੁਸ਼ੀਆਂ ਆਣ, ਕਾਮਯਾਬੀ ਆਵੇ, ਸਫਲਤਾ ਆਵੇ, ਤਾਂ ਅੱਜ ਤੋਂ ਦੁੱਖਾਂ ਬਾਰੇ ਸੋਚਣਾ ਬੰਦ ਕਰ ਦਿਓ। ਇਹ ਦੁੱਖਾਂ ਦਾ ਕਚਰਾ ਜਿਹੜਾ ਹਰ ਵੇਲੇ ਸਾਡੇ ਅੰਦਰ ਚੱਲਦਾ ਰਹਿੰਦਾ, ਕੂੜਾ ਕਰਕਟ ਸਾਡੇ ਅੰਦਰ ਭਰਿਆ ਪਿਆ ਹੈ ਨਾ, ਇਹਨੂੰ ਅੱਜ ਹੀ ਸਾਫ਼ ਕਰ ਦਿਓ। ਅੱਜ ਆਪਣੇ ਆਪ ਨਾਲ ਇੱਕ ਫੈਸਲਾ ਲੈ ਲਓ ਕਿ ਅੱਜ ਤੋਂ ਬਾਅਦ ਮੈਂ ਦੁੱਖਾਂ ਬਾਰੇ ਨਹੀਂ ਸੋਚਣਾ, ਅੱਜ ਤੋਂ ਬਾਅਦ ਮੈਂ ਪਰੇਸ਼ਾਨੀਆਂ ਬਾਰੇ ਨਹੀਂ ਸੋਚਣਾ, ਅੱਜ ਤੋਂ ਬਾਅਦ ਆਪਣੀ ਹਾਰ ਬਾਰੇ ਨਹੀਂ ਸੋਚਣਾ, ਅੱਜ ਤੋਂ ਬਾਅਦ ਮੈਂ ਖੁਸ਼ੀਆਂ ਬਾਰੇ ਸੋਚਣਾ ਹੈ, ਮਾਲਕ ਦੀਆਂ ਰਹਿਮਤਾਂ ਬਾਰੇ ਸੋਚਣਾ ਹੈ, ਮਾਲਕ ਦੀ ਕਿਰਪਾ ਬਾਰੇ ਸੋਚਣਾ ਹੈ, ਕਾਮਯਾਬੀ ਬਾਰੇ ਸੋਚਣਾ ਹੈ ਕਿ ਜੇ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਮੈਨੂੰ ਕਾਮਯਾਬੀ ਜ਼ਰੂਰ ਮਿਲੇਗੀ, ਜੇ ਮੇਰਾ ਮਾਲਿਕ ਮੇਰੇ ਨਾਲ ਹੈ ਮੈਨੂੰ ਖੁਸ਼ੀਆਂ ਜ਼ਰੂਰ ਮਿਲਣਗੀਆਂ, ਜੇ ਮੇਰਾ ਮਾਲਿਕ ਮੇਰੇ ਨਾਲ ਹੈ ਮੈਨੂੰ ਤੰਦਰੁਸਤੀ ਜ਼ਰੂਰ ਮਿਲੇਗੀ, ਜੇ ਮੇਰਾ ਮਾਲਿਕ ਮੇਰੇ ਨਾਲ ਹੈ ਮੈਨੂੰ ਕਾਮਯਾਬੀ ਜ਼ਰੂਰ ਮਿਲੇਗੀ। ਜਦੋਂ ਇਹੀ ਚੀਜ਼ ਅਸੀਂ ਉੱਠਦੇ ਬੈਠਦੇ ਸੋਚਦੇ ਹਾਂ ਤਾਂ ਫਿਰ ਸਾਡੀ ਸੋਚ ਉਹਦੀ ਰਹਿਮਤ ਨਾਲ ਜੁੜ ਜਾਂਦੀ ਹੈ, ਤਾਂ ਫਿਰ ਉਹਦੀ ਰਹਿਮਤ ਸਾਡੀ ਤਰਫ ਆਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਜਿੱਧਰ ਸਾਡਾ ਧਿਆਨ ਜਾਂਦਾ ਉਹੀ ਚੀਜ਼ ਸਾਡੇ ਜੀਵਨ 'ਚ ਵਧਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਅੱਜ ਤੋਂ ਤੁਸੀਂ ਆਪਣੇ ਮਾਈਂਡ ਨੂੰ ਇਦਾਂ ਦਾ ਬਣਾ ਲਓ ਕਿ ਇਹਦੇ ਅੰਦਰ ਦੁੱਖਾਂ ਦੀ ਸੋਚ ਆਵੇ ਹੀ ਨਾ ਕਾਮਯਾਬੀ ਦੀ ਸੋਚ ਆਵੇ ਹੀ ਨਾ, ਇਹਦੇ ਅੰਦਰ ਡਰ ਦੀ ਸੋਚ ਆਵੇ ਹੀ ਨਾ ਕਿ ਪਤਾ ਨਹੀਂ ਆ ਹੋਣਾ ਜਾਂ ਨਹੀਂ ਹੋਣਾ। ਇਹ ਯਕੀਨ ਰੱਖਣਾ ਹੈ
ਕਿ ਮੇਰਾ ਮਾਲਿਕ ਮੇਰੇ ਨਾਲ ਹੈ, ਮੇਰੇ ਮਾਲਿਕ ਦੀ ਰਹਿਮਤ ਮੇਰੇ ਨਾਲ ਹੈ, ਤਾਂ ਮੈਨੂੰ ਕਾਮਯਾਬੀ ਜ਼ਰੂਰ ਮਿਲੇਗੀ। ਕਿਉਂਕਿ ਜਿੱਦਾਂ ਪਹਿਲਾਂ ਹੀ ਦੱਸਿਆ ਕਿ ਜਿੱਧਰ ਸਾਡਾ ਧਿਆਨ ਜਾਣਾ ਉਹੀ ਚੀਜ਼ ਸਾਡੇ ਜੀਵਨ 'ਚ ਆਣੀ ਸ਼ੁਰੂ ਹੋ ਜਾਣੀ ਹੈ। ਇਹਨੂੰ ਇਦਾਂ ਵੀ ਸਮਝ ਲਓ ਕਿ ਜਿੱਧਰ ਤੁਸੀਂ ਧਿਆਨ ਦਾ ਮਤਲਬ ਜਿੱਧਰ ਦੇਖਣਾ ਸ਼ੁਰੂ ਕਰ ਦੇਣਾ ਉਹੀ ਨਜ਼ਰ ਆਣਾ ਸ਼ੁਰੂ ਹੋ ਜਾਣਾ ਤੁਹਾਨੂੰ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਅਸੀਂ ਦੋ ਹੱਥ ਕਰਦੇ ਹਾਂ, ਜੇ ਤੁਹਾਨੂੰ ਕਹੀਏ ਸਾਡੇ ਖੱਬੇ ਹੱਥ ਵੱਲ ਦੇਖੋ ਤਾਂ ਤੁਹਾਨੂੰ ਖੱਬਾ ਨਜ਼ਰ ਆਣਾ ਸ਼ੁਰੂ ਹੋ ਜਾਣਾ, ਕਹਾਂਗੇ ਸੱਜੇ ਹੱਥ ਵੱਲ ਦੇਖੋ ਤਾਂ ਸੱਜਾ ਨਜ਼ਰ ਆਣਾ ਸ਼ੁਰੂ ਹੋ ਜਾਣਾ। ਯਾਨੀ ਇਹ ਲੈਫਟ ਰਾਈਟ ਤੁਸੀਂ ਜਿੱਧਰ ਦੇਖਣਾ ਸ਼ੁਰੂ ਕਰ ਦਿੱਤਾ ਉਹੀ ਚੀਜ਼ ਕਲੀਅਰਲੀ ਨਜ਼ਰ ਆਣੀ ਸ਼ੁਰੂ ਹੋ ਜਾਣੀ ਹੈ। ਇੱਦਾਂ ਸਮਝ ਲਓ ਕੁਦਰਤ 'ਚ ਦੁੱਖ ਵੀ ਹੈ, ਸੁੱਖ ਵੀ ਹੈ, ਗਮੀ ਵੀ ਹੈ, ਖੁਸ਼ੀ ਵੀ ਹੈ। ਹੁਣ ਤੁਸੀਂ ਜਿੱਧਰ ਦੇਖਣਾ ਸ਼ੁਰੂ ਕਰ ਦਿੱਤਾ ਉਹੀ ਚੀਜ਼ ਤੁਹਾਡੇ ਜੀਵਨ 'ਚ ਕਲੀਅਰ ਹੋ ਕੇ ਨਜ਼ਰ ਆਣੀ ਸ਼ੁਰੂ ਹੋ ਜਾਣੀ ਹੈ। ਹੁਣ ਤੁਸੀਂ ਜੀਵਨ 'ਚ ਕੀ ਚਾਹੁੰਦੇ ਹੋ? ਖੁਸ਼ੀ ਚਾਹੁੰਦੇ ਹੋ, ਮਾਲਿਕ ਦੀ ਕਿਰਪਾ ਚਾਹੁੰਦੇ ਹੋ, ਮਾਲਿਕ ਦੀ ਰਹਿਮਤ ਚਾਹੁੰਦੇ ਹੋ, ਤਾਂ ਫਿਰ ਪੋਜ਼ਿਟਿਵ ਸੋਚ ਆਪਣੇ ਅੰਦਰ ਲਿਆਓ, ਵਿਸ਼ਵਾਸ ਦੀ ਸੋਚ ਆਪਣੇ ਅੰਦਰ ਲਿਆਓ, ਭਰੋਸੇ ਦੀ ਸੋਚ ਆਪਣੇ ਅੰਦਰ ਲਿਆਓ ਕਿ ਮੇਰਾ ਮਾਲਿਕ ਮੇਰੇ ਨਾਲ ਹੈ, ਮੇਰੇ ਮਾਲਿਕ ਦੀ ਰਹਿਮਤ ਮੇਰੇ ਨਾਲ ਹੈ, ਮੈਨੂੰ ਕਾਮਯਾਬੀ ਜ਼ਰੂਰ ਮਿਲੇਗੀ, ਮੈਨੂੰ ਸਫਲਤਾ ਜ਼ਰੂਰ ਮਿਲੇਗੀ, ਮੇਰੇ ਜੀਵਨ 'ਚ ਖੁਸ਼ੀਆਂ ਜ਼ਰੂਰ ਆਉਣਗੀਆਂ। ਕਿਉਂਕਿ ਹੋ ਹੀ ਨਹੀਂ ਸਕਦਾ ਕਿ ਮੇਰਾ ਮਾਲਿਕ ਮੇਰੇ ਨਾਲ ਹੋਵੇ ਤਾਂ ਮੈਨੂੰ ਸਫਲਤਾ ਨਾ ਮਿਲੇ। ਜਿੱਦਾਂ ਬੰਦਾ ਕਹਿੰਦਾ ਨਾ, ਇਹ ਹੋ ਹੀ ਨਹੀਂ ਸਕਦਾ ਸੂਰਜ ਚੜ੍ਹਿਆ ਹੋਵੇ ਤਾਂ ਰਾਤ ਹੋ ਜਾਵੇ, ਇਹ ਹੋ ਹੀ ਨਹੀਂ ਸਕਦਾ ਸੂਰਜ ਚੜ੍ਹਿਆ ਹੋਵੇ ਤਾਂ ਅੰਧੇਰਾ ਹੋ ਜਾਵੇ। ਇਸੇ ਤਰ੍ਹਾਂ ਮੈਨੂੰ ਆਪਣੇ ਮਾਲਿਕ ਦੀ ਰਹਿਮਤ ਤੇ ਇੰਨਾ ਯਕੀਨ ਹੈ ਕਿ ਮੇਰਾ ਮਾਲਿਕ ਮੇਰੇ ਨਾਲ ਹੈ, ਉਹਦਾ ਹੱਥ ਮੇਰੇ ਸਿਰ ਤੇ ਆ ਤਾਂ ਮੇਰੇ ਲਾਗੇ ਦੁੱਖ ਆ ਹੀ ਨਹੀਂ ਸਕਦੇ। ਮੈਨੂੰ ਇੰਨਾ ਵਿਸ਼ਵਾਸ ਹੈ ਆਪਣੇ ਮਾਲਿਕ ਤੇ। ਇਹ ਵਿਸ਼ਵਾਸ ਹੋਣਾ ਚਾਹੀਦਾ ਹੈ, ਕਿਉਂਕਿ ਇਸ ਵਿਸ਼ਵਾਸ ਨੇ ਹੀ ਤੁਹਾਡੀ ਤਾਰ ਨੂੰ ਤੁਹਾਡੇ ਮਾਲਿਕ ਨਾਲ ਜੋੜਨਾ ਹੈ, ਉਸ ਪ੍ਰਭੂ ਦੇ ਨਾਲ ਜੋੜਨਾ ਹੈ। ਔਰ ਜਦੋਂ ਤਾਰ ਜੁੜੇਗੀ ਤਾਂ ਜੀਵਨ 'ਚ ਖੁਸ਼ੀਆਂ ਵੀ ਫੇਰ ਹੀ ਆਣੀਆਂ ਹੈ। ਬੋਲੋ ਸਮਝਦੇ ਹੋ ਕਿ? ਇਸ ਲਈ ਫਿਰ ਇੱਕ ਵਾਰ ਇਹ ਗੱਲ ਦੁਹਰਾਵਾਂਗੇ ਕਿ ਕਚਰਾ ਹਮੇਸ਼ਾ ਇਨਸਾਨ ਉੱਥੇ ਫੇਂਕਦਾ ਜਿੱਥੇ ਪਹਿਲਾਂ ਹੀ ਕਚਰਾ ਪਿਆ ਹੋਵੇ। ਤਾਂ ਜਿੱਥੇ ਰਸਤਾ ਸਾਫ਼ ਹੋਵੇ, ਘਰ ਸਾਫ਼ ਹੋਵੇ, ਤਾਂ ਉੱਥੇ ਬੰਦੇ ਦਾ ਕਚਰਾ ਸੁੱਟਣ ਨੂੰ ਦਿਲ ਨਹੀਂ ਕਰਦਾ। ਬੋਲੋ ਹੁੰਦੀ ਹੈ ਕਿ ਨਹੀਂ? ਕਿਉਂਕਿ ਬੰਦੇ ਨੇ ਪਹਿਲਾਂ ਦੇਖਣਾ, ਆਹ ਮੇਰੇ ਹੱਥ 'ਚ ਗੰਦਗੀ ਹੈ, ਮੈਨੂੰ ਸਿੱਟਾਂ ਕਿੱਥੇ? ਕਿੱਥੇ ਗੰਦਗੀ ਦਾ ਢੇਰ ਹੈ, ਕੂੜੇ ਦਾ ਢੇਰ ਕਿੱਥੇ ਹੈ? ਔਰ ਬੰਦਾ ਕੂੜੇ ਦਾ ਢੇਰ ਦੇਖ ਕੇ ਉੱਤੇ ਹੀ ਕੂੜਾ ਸੁੱਟਦਾ ਹੈ। ਕਿਉਂਕਿ ਹਰ ਇੱਕ ਚੀਜ਼ ਆਪਣੇ ਵਰਗੀ ਚੀਜ਼ ਨੂੰ ਆਪਣੀ ਤਰਫ ਖਿੱਚਦੀ ਹੈ। ਕੂੜੇ ਨੇ ਕੂੜੇ ਨੂੰ ਖਿੱਚਣਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਸੇ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਕੂੜੇ ਦੇ ਢੇਰ ਤੇ ਬੰਦਾ ਕੂੜਾ ਸੁੱਟਦਾ ਹੈ, ਤਾਂ ਜਦੋਂ ਪੈਸਾ ਜਮ੍ਹਾਂ ਕਰਾਉਣ ਦੀ ਗੱਲ ਆਉਂਦੀ ਤਾਂ ਬੰਦਾ ਬੈਂਕ 'ਚ ਜਾਂਦਾ ਹੈ, ਕਿਉਂਕਿ ਪਤਾ ਬੈਂਕ 'ਚ ਪੈਸਾ ਹੈ, ਇਹ ਪੈਸਾ ਮੈਂ ਉੱਥੇ ਜਮ੍ਹਾਂ ਕਰਾਉਣਾ ਹੈ। ਪੈਸਾ ਪੈਸੇ ਨੂੰ ਖਿੱਚਦਾ ਹੈ ਤਾਂ ਕੂੜਾ ਕੂੜੇ ਨੂੰ ਖਿੱਚਦਾ ਹੈ। ਅੱਛਾਈ ਅੱਛਾਈ ਨੂੰ ਖਿੱਚਦੀ ਹੈ ਤਾਂ ਬੁਰਾਈ ਬੁਰਾਈ ਨੂੰ ਖਿੱਚਦੀ ਹੈ। ਜੇ ਇੱਕ ਬੰਦਾ ਸ਼ਰਾਬੀ ਹੈ ਤਾਂ ਉਹਨਾਂ ਕਿੱਥੇ ਜਾ ਕੇ ਬੈਠਣਾ? ਜਿੱਥੇ ਪਹਿਲਾਂ ਹੀ ਸ਼ਰਾਬੀ ਹੋਣ। ਜੇ ਇੱਕ ਬੰਦਾ ਸਤਸੰਗੀ ਹੈ ਤਾਂ ਉਹਨਾਂ ਕਿੱਥੇ ਜਾ ਕੇ ਬੈਠਣਾ? ਜਿੱਥੇ ਸਤਸੰਗੀ ਹੋਣ। ਇੱਕ ਬੰਦਾ ਅੱਛਾ ਹੈ, ਉਹਨਾਂ ਹਮੇਸ਼ਾ ਅੱਛਿਆਂ ਕੋ ਜਾ ਕੇ ਬੈਠਣਾ ਹੈ। ਇੱਕ ਬੰਦਾ ਬੁਰਾ, ਉਹਨਾਂ ਹਮੇਸ਼ਾ ਬੁਰਿਆਂ ਕੋ ਜਾ ਕੇ ਬੈਠਣਾ ਹੈ। ਕਿਉਂਕਿ ਜੈਸਾ ਬੰਦਾ ਹੁੰਦਾ ਹੈ ਉਦਾਂ ਦੀ ਸੰਗਤ ਉਹਨੂੰ ਆਪਣੇ ਵੱਲ ਖਿੱਚਣੀ ਸ਼ੁਰੂ ਕਰ ਦਿੰਦੀ ਹੈ। ਜੇ ਅੱਜ ਤੁਸੀਂ ਮਾਲਕ ਦੇ ਚਰਨਾਂ 'ਚ ਆਏ ਹੋ, ਸਤਸੰਗ 'ਚ ਬੈਠੇ ਹੋ, ਇਹਦਾ ਮਤਲਬ ਤੁਹਾਡੀ ਸੋਚ ਕਿਤੇ ਨਾ ਕਿਤੇ ਪੋਜ਼ਿਟਿਵ ਹੈ, ਅੱਛੀ ਹੈ, ਤਾਂ ਹੀ ਤੁਸੀਂ ਸਤਸੰਗ ਵੱਲ ਆਏ ਹੋ। ਇਹਦਾ ਮਤਲਬ ਤੁਸੀਂ ਰਹਿਮਤ ਨੂੰ ਪ੍ਰਾਪਤ ਕਰਨ ਦੀ ਤਿਆਰੀ ਕਰ ਰਹੇ ਹੋ, ਉਹਦੀ ਰਹਿਮਤ ਨੂੰ ਹਾਸਲ ਕਰਨ ਦੇ ਲਾਇਕ ਬਣਨਾ ਚਾਹੁੰਦੇ ਹੋ, ਤਾਂ ਹੀ ਤੁਸੀਂ ਸਤਸੰਗ ਦੀ ਤਰਫ ਆਏ ਹੋ। ਜਿਸ ਤਰ੍ਹਾਂ ਇੱਕ ਬੱਚਾ ਡਾਕਟਰ ਬਣਨਾ ਚਾਹੁੰਦਾ ਤਾਂ ਹੀ ਉਹ ਕਾਲਜ ਜਾਂਦਾ ਹੈ, ਪੜ੍ਹਾਈ ਕਰਦਾ ਹੈ, ਕਿਉਂਕਿ ਉਹਨੂੰ ਪਤਾ ਹੈ ਮੈਂ ਪੜ੍ਹੂੰਗਾ, ਕਾਲਜ ਜਾਊਂਗਾ ਤਾਂ ਫੇਰ ਹੀ ਡਿਗਰੀ ਹਾਸਲ ਕਰੂੰਗਾ। ਇਹੀ ਤਾਂ ਇੱਕ ਇਨਸਾਨ ਦੇ ਅੰਦਰ ਖਿੱਚ ਹੁੰਦੀ ਹੈ। ਇਸ ਲਈ ਜੇ ਤੁਸੀਂ ਤੇਜ਼ੀ ਦੇ ਨਾਲ ਮਤਲਬ ਜਲਦੀ ਉਹਦੀ ਰਹਿਮਤ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਉਹਦੀਆਂ ਬਖਸ਼ਿਸ਼ਾਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਕਾਮਯਾਬੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਸਫਲਤਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਅੱਜ ਤੋਂ ਆਪਣੀ ਸੋਚ ਨੂੰ ਪੋਜ਼ਿਟਿਵ ਕਰ ਲਓ। ਪੋਜ਼ਿਟਿਵ ਮਤਲਬ ਵਿਸ਼ਵਾਸ ਨਾਲ ਭਰ ਲਓ। ਕਿਉਂਕਿ ਜਿਹੜੀ ਚੀਜ਼ ਸਾਨੂੰ ਚਾਹੀਦੀ ਨਹੀਂ ਉਹਦੇ ਬਾਰੇ ਅਸੀਂ ਸੋਚਣਾ ਵੀ ਬੰਦ ਕਰੀਏ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਫਰਜ਼ ਕਰੋ ਤੁਹਾਡੇ ਸਿਰ ਦਰਦ ਹੋ ਰਹੀ ਹੈ, ਹੁਣ ਤੁਸੀਂ ਨਹੀਂ ਚਾਹੁੰਦੇ ਮੇਰੇ ਸਿਰ ਦਰਦ ਹੋਵੇ। ਬੋਲੋ ਸਮਝਦੇ ਹੋ ਕਿ ਨਹੀਂ? ਤੁਹਾਡੇ ਸਿਰ ਦਰਦ ਹੋ ਰਹੀ ਹੈ ਪਰ ਤੁਸੀਂ ਨਹੀਂ ਚਾਹੁੰਦੇ ਮੇਰੇ ਸਿਰ ਦਰਦ ਹੋਵੇ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਮੈਂ ਨਹੀਂ ਚਾਹੁੰਦਾ ਮੇਰੇ ਸਿਰ ਦਰਦ ਹੋਵੇ ਤਾਂ ਮੈਂ ਸਿਰ ਦਰਦ ਵੱਲ ਧਿਆਨ ਨਾ ਦੇਵਾਂ, ਧਿਆਨ ਦੇਵਾਂ ਆਪਣੇ ਮਾਲਿਕ ਦੇ ਸਿਮਰਨ ਦੀ ਤਰਫ, ਆਪਣੇ ਮਾਲਿਕ ਦੇ ਰਹਿਮਤ ਦੀ ਤਰਫ। ਧਿਆਨ ਰਹਿਮਤ ਵੱਲ ਨਹੀਂ ਦਿੰਦਾ ਬੰਦਾ, ਆਪਣੇ ਸਿਰ ਦਰਦ ਦੀਆਂ ਗੱਲਾਂ ਕਰਦਾ ਰਹਿੰਦਾ ਹੈ। ਆਪਣੇ ਬੱਚਿਆਂ ਨੂੰ ਕਹੇਗਾ ਹਾਏ ਮੇਰੇ ਸਿਰ 'ਚ ਬੜੀ ਦਰਦ ਹੋ ਰਹੀ ਹੈ, ਹਾਏ ਮੇਰਾ ਸਿਰ ਬਹੁਤ ਦੁਖਦਾ ਹੈ, ਇਹ ਮੇਰਾ ਸਿਰ ਹਟਦਾ ਹੀ ਨਹੀਂ ਹੈ, ਹਰ ਵੇਲੇ ਦੁਖਦਾ ਹੀ ਰਹਿੰਦਾ, ਬੜੇ ਬੜੇ ਡਾਕਟਰਾਂ ਕੋਲ ਦਵਾਈ ਲੈ ਲਈ ਪਰ ਮੇਰਾ ਸਿਰ ਹਟਦਾ ਹੀ ਨਹੀਂ ਹੈ। ਹੁਣ ਜ਼ਰਾ ਗੌਰ ਕਰੋ, ਧਿਆਨ ਪੂਰਾ ਕਿੱਥੇ ਹੈ? ਸਿਰ ਦਰਦ ਉੱਤੇ। ਹੁਣ ਜਿੰਨਾ ਧਿਆਨ ਦਰਦ ਉੱਤੇ ਰਹੇਗਾ ਉਹ ਦਰਦ ਕਦੀ ਠੀਕ ਹੋਣੀ ਨਹੀਂ ਹੈ। ਹੁਣ ਜਰਾ ਗੌਰ ਕਰਨਾ, ਬੰਦੇ ਦਾ ਸਿਰ ਦਰਦ ਹੋ ਰਿਹਾ ਹੈ, ਅਚਾਨਕ ਕੋਈ ਹਾਦਸਾ ਹੋ ਜਾਵੇ, ਅਚਾਨਕ ਕੁਝ ਐਸਾ ਹੋ ਜਾਵੇ ਜਿਹੜੀ ਗੱਲ ਬੜੀ ਹੋਵੇ, ਬੰਦੇ ਦਾ ਧਿਆਨ ਉੱਧਰ ਲੱਗ ਜਾਂਦਾ। ਬੰਦਾ ਕਹਿੰਦਾ ਹੈ ਆਪਣੇ ਦਰਦ ਨੂੰ ਤਾਂ ਭੁੱਲ ਹੀ ਗਿਆ ਕਿਉਂਕਿ ਮੇਰਾ ਧਿਆਨ ਉੱਧਰ ਚਲਾ ਗਿਆ ਸੀ। ਹੁੰਦਾ ਕਿ ਨਹੀਂ ਏਦਾਂ? ਬੰਦੇ ਦਾ ਸਿਰ ਦਰਦ ਹੋ ਰਹੀ ਹੈ, ਖਬਰ ਆ ਜਾਵੇ ਕਿਸੇ ਦੀ ਮੌਤ ਹੋ ਗਈ ਤਾਂ ਬੰਦੇ ਨੂੰ ਆਪਣੀ ਸਿਰ ਦਰਦ ਭੁੱਲ ਜਾਂਦੀ ਹੈ।
ਇਹਦਾ ਮਤਲਬ ਕੀ ਹੈ, ਹੁਣ ਧਿਆਨ ਉਧਰੋਂ ਹਟ ਗਿਆ ਤਾਂ ਦਰਦ ਗਾਇਬ, ਧਿਆਨ ਫਿਰ ਆ ਗਿਆ ਤਾਂ ਦਰਦ ਸ਼ੁਰੂ। ਹੁਣ ਦਰਦ ਕਿੱਥੇ ਹੈ? ਸਾਡੇ ਧਿਆਨ ਵਿੱਚ ਹੈ। ਬਾਡੀ 'ਚ ਦਰਦ ਹੋਵੇ, ਹੁਣ ਕਈ ਵਾਰ ਤੁਸੀਂ ਕਈ ਖਿਡਾਰੀ ਦੇਖਦੇ ਹੋ, ਕਈ ਬੱਚੇ ਦੇਖਦੇ ਹੋ ਗਰਾਊਂਡ 'ਚ ਖੇਡਦੇ ਐ, ਉਹਨਾਂ ਦੇ ਪੈਰ 'ਚ ਸੱਟ ਲੱਗ ਜਾਂਦੀ ਹੈ ਪਰ ਉਹ ਖੇਡਦੇ ਰਹਿੰਦੇ ਐ। ਜਦੋਂ ਗੇਮ ਖਤਮ ਹੁੰਦੀ ਹੈ ਫਿਰ ਪਤਾ ਲੱਗਦਾ ਮੇਰੇ ਲਹੂ ਨਿਕਲਦਾ ਪਿਆ, ਮੇਰਾ ਗੋਡਾ ਰਗੜ ਹੋ ਗਿਆ, ਮੇਰੀ ਲੱਤ ਰਗੜ ਹੋ ਗਈ। ਫਿਰ ਬਾਅਦ 'ਚੋਂ ਪਤਾ ਲੱਗਦਾ ਜਿੰਨੀ ਦੇਰ ਗੇਮ ਚੱਲ ਰਹੀ ਹੈ ਪੂਰਾ ਧਿਆਨ ਗੇਮ 'ਚ ਹੋਣ ਕਰਕੇ ਉਹਨਾਂ ਨੂੰ ਖਬਰ ਹੀ ਨਹੀਂ ਹੈ। ਸਮਝ ਰਹੇ ਹੋ ਕਿ ਨਹੀਂ? ਹੁਣ ਦਰਦ ਕਿੱਥੇ ਹੈ? ਜਿੱਧਰ ਅਸੀਂ ਧਿਆਨ ਦੇਣਾ ਸ਼ੁਰੂ ਕਰ ਦਿੰਦੇ ਆ ਨਾ, ਜੇ ਥੋੜੀ ਜਿਹੀ ਵੀ ਦਰਦ ਹੈ ਉਹਦੇ ਬਾਰੇ ਬਾਰ-ਬਾਰ ਗੱਲ ਕਰਨੀ ਸ਼ੁਰੂ ਕਰ ਦਈਏ ਤਾਂ ਉਹੀ ਦਰਦ ਵੱਧਦੀ ਵੱਧ ਜਾਂਦੀ ਹੈ। ਕਿਉਂਕਿ ਜਿੱਦਾਂ ਦੱਸਿਆ, ਜਿਸ ਪੌਦੇ ਵਾਲੇ ਅਸੀਂ ਧਿਆਨ ਦੇਣਾ ਉਹੀ ਪੌਦੇ ਨੇ ਵਧਣਾ ਸ਼ੁਰੂ ਹੋ ਜਾਣਾ, ਉਸ ਨੂੰ ਤਾਕਤ ਮਿਲਣੀ ਸ਼ੁਰੂ ਹੋ ਜਾਣੀ ਹੈ। ਹੁਣ ਤੁਸੀਂ ਕਹਿੰਦੇ ਹੋ ਮੈਂ ਚਾਹੁੰਦਾ ਹਾਂ ਤੰਦਰੁਸਤੀ, ਮੈਂ ਚਾਹੁੰਦਾ ਹਾਂ ਖੁਸ਼ੀ, ਪਰ ਸੱਚ ਦੱਸਿਓ ਤੁਹਾਡੀ ਸੁਰਤੀ ਕਿਹਦੇ ਵੱਲ ਰਹਿੰਦੀ ਹੈ ਜ਼ਿਆਦਾ? ਗੱਲ ਤੁਸੀਂ ਕਿਹਦੀ ਜ਼ਿਆਦਾ ਕਰਦੇ ਹੋ? ਗੱਲ ਜ਼ਿਆਦਾ ਦਰਦਾਂ ਦੀ ਹੀ ਹੁੰਦੀ ਹੈ। ਜਦੋਂ ਆਪਾਂ ਸਿਰ ਦਰਦ ਦੀ ਮਿਸਾਲ ਦਿੱਤੀ ਕਿ ਬੰਦਾ ਘਰ 'ਚ ਬੈਠਾ ਤਾਂ ਸਿਰ ਦਰਦ ਦੀ ਗੱਲ ਕਰਦਾ ਹੀ ਹੈ, ਜੇ ਕਿਸੇ ਦਾ ਫੋਨ ਵੀ ਆ ਜਾਵੇ ਤਾਂ ਉੱਥੇ ਵੀ ਸਿਰ ਦਰਦ ਦਾ ਹੀ ਰੌਲਾ ਪਾਉਂਦਾ ਹੈ, ਮੈਂ ਤਾਂ ਠੀਕ ਹੀ ਨਹੀਂ ਹੈ, ਬੜੇ ਡਾਕਟਰਾਂ ਕੋਲ ਗਿਆ, ਬੜੀਆਂ ਦਵਾਈਆਂ ਖਾ ਲਈਆਂ, ਦਰਦ ਨਹੀਂ ਠੀਕ ਹੁੰਦੀ। ਇਹ ਦਰਦ ਨੇ ਤਾਂ ਮੇਰੀ ਜਾਨ ਲੈ ਕੇ ਜਾਣਾ। ਹੁਣ ਜੇ ਸੋਚ ਲਿਆ ਦਰਦ ਨੇ ਮੇਰੀ ਜਾਨ ਲੈ ਕੇ ਜਾਣਾ ਤਾਂ ਪੱਕੀ ਗੱਲ ਹੈ ਜਾਨ ਲੈ ਕੇ ਹੀ ਜਾਣਾ, ਕਿਉਂਕਿ ਅਸੀਂ ਸੋਚ ਲਿਆ ਇਹ ਬਿਮਾਰੀ ਨਹੀਂ ਮੇਰੀ ਠੀਕ ਹੋਣੀ, ਇਹ ਬਿਮਾਰੀ ਨੇ ਮੇਰੀ ਜਾਨ ਲੈ ਕੇ ਹੀ ਜਾਣਾ ਹੈ। ਤਾਂ ਫਿਰ ਤਿਆਰ ਹੋ ਜਾਓ, ਵਾਕਈ ਉਹ ਬਿਮਾਰੀ ਤੁਹਾਡੀ ਜਾਨ ਲੈ ਕੇ ਹੀ ਜਾਏਗੀ, ਕਿਉਂਕਿ ਤੁਸੀਂ ਸੋਚ ਲਿਆ, ਬਿਮਾਰੀ ਨੂੰ ਬੜਾ ਕਰ ਦਿੱਤਾ, ਆਪਣੇ ਮਾਲਿਕ ਤੇ ਤਾਂ ਯਕੀਨ ਕੀਤਾ ਹੀ ਨਹੀਂ। ਜੇ ਆਪਣੇ ਮਾਲਿਕ ਤੇ ਯਕੀਨ ਹੋਵੇ ਤਾਂ ਤੁਸੀਂ ਕੀ ਕਹਿਣਾ ਹੈ? ਉਹ ਲੈ ਆਹ ਬਿਮਾਰੀ ਮੇਰੇ ਮਾਲਿਕ ਦੀ ਰਹਿਮਤ ਦੇ ਸਾਹਮਣੇ, ਆਹ ਬਿਮਾਰੀ ਕੁਛ ਵੀ ਨਹੀਂ ਹੈ, ਮੈਂ ਨਹੀਂ ਪਰਵਾਹ ਕਰਦਾ ਇਦਾਂ ਦੀਆਂ ਬਿਮਾਰੀਆਂ ਦੀ। ਇਦਾਂ ਦੀਆਂ ਬਿਮਾਰੀਆਂ ਆਉਂਦੀਆਂ ਚਲੀਆਂ ਜਾਂਦੀਆਂ ਆ, ਮੇਰੇ ਮਾਲਿਕ ਦੀ ਰਹਿਮਤ ਤਾਂ ਸਦਾ ਹੀ ਸਦਾ ਹੈ, ਕਿਉਂਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਤਾਂ ਸਦਾ ਹੀ ਹੈ, ਉਹ ਨਾ ਆਂਦਾ ਹੈ ਨਾ ਜਾਂਦਾ ਹੈ। ਇਹ ਦੁੱਖ ਆਂਦੇ ਵੀ ਹੈ ਚਲੇ ਜਾਂਦੇ ਵੀ ਹੈ, ਦਿਨ ਚੜ੍ਹਦਾ ਵੀ ਹੈ ਚਲਾ ਜਾਂਦਾ ਹੈ, ਰਾਤ ਆਂਦੀ ਹੈ ਚਲੀ ਜਾਂਦੀ ਹੈ, ਬਿਮਾਰੀ ਆਂਦੀ ਹੈ ਚਲੀ ਜਾਂਦੀ ਹੈ, ਪਰ ਉਹਦੀ ਰਹਿਮਤ ਸਦਾ ਸਦਾ ਹੀ ਹੈ, ਉਹ ਨਾ ਆਂਦੀ ਹੈ ਨਾ ਜਾਂਦੀ ਹੈ। ਹੁਣ ਜਿਹੜੀ ਚੀਜ਼ ਸਥਿਰ ਹੈ, ਅਟਲ ਹੈ, ਬੇਅੰਤ ਹੈ, ਉਹਦੇ ਵੱਲ ਧਿਆਨ ਰੱਖਣਾ ਚਾਹੀਦਾ ਹੈ, ਤਾਂ ਫਿਰ ਸਾਡੇ ਜੀਵਨ 'ਚ ਖੁਸ਼ੀਆਂ ਹੀ ਰਹਿੰਦੀਆਂ ਹੈ, ਆਨੰਦ ਹੀ ਰਹਿੰਦਾ ਹੈ, ਸ਼ਾਂਤੀ ਰਹਿੰਦੀ ਹੈ, ਸਕੂਨ ਰਹਿੰਦਾ ਹੈ। ਪਰ ਜਦੋਂ ਅਸੀਂ ਉਹਦੀ ਰਹਿਮਤ ਨੂੰ ਭੁਲਾ ਕੇ ਧਿਆਨ ਹੀ ਆਪਣਾ ਪੂਰਾ ਬਿਮਾਰੀ ਵੱਲ ਦੇ ਦਿੰਦੇ ਹਾਂ ਤਾਂ ਫਿਰ ਹੁੰਦਾ ਵੀ ਉਹੀ ਹੈ ਕਿ ਸਾਡੇ ਜੀਵਨ 'ਚ ਬਿਮਾਰੀ ਵਧਣੀ ਸ਼ੁਰੂ ਹੋ ਜਾਂਦੀ ਹੈ। ਹੁਣ ਤੁਸੀਂ ਵੀ ਦੇਖੋਗੇ ਕਈਆਂ ਦੇ ਛੋਟੇ ਛੋਟੇ ਬੱਚੇ ਹੁੰਦੇ ਆ, 4 ਸਾਲ ਦਾ ਬੱਚਾ, 5 ਸਾਲ ਦਾ ਬੱਚਾ, 6 ਸਾਲ ਦਾ ਬੱਚਾ। ਜੇ ਮਾਂ-ਬਾਪ ਸੋਚੀ ਜਾਣ ਹਾਏ ਸਰਦੀ ਆ ਗਈ ਕਿਤੇ ਮੇਰਾ ਬੱਚਾ ਬਿਮਾਰ ਨਾ ਹੋ ਜਾਵੇ, ਸਰਦੀ ਆ ਗਈ ਕਿਤੇ ਮੇਰੇ ਬੱਚੇ ਨੂੰ ਠੰਡ ਨਾ ਲੱਗ ਜਾਵੇ, ਸਰਦੀ ਆ ਗਈ ਕਿਤੇ ਮੇਰਾ ਬੱਚਾ ਬਿਮਾਰ ਨਾ ਹੋ ਜਾਵੇ, ਤਾਂ ਤੁਸੀਂ ਦੇਖੋਗੇ ਉਹ ਬੱਚੇ ਬਿਮਾਰ ਵੀ ਜ਼ਿਆਦਾ ਹੋਣਗੇ। ਤਾਂ ਜਿਹੜੇ ਆ ਤੁਸੀਂ ਦੇਖੇ ਹੋਣਗੇ ਕਿ ਰੋਡ ਦੇ ਕਿਨਾਰੇ ਵਿਚਾਰੇ ਤੰਬੂਆਂ 'ਚ ਰਹਿਣ ਵਾਲੇ, ਝੁੱਗੀਆਂ 'ਚ ਰਹਿਣ ਵਾਲੇ, ਉਹਨਾਂ ਦੇ ਬੱਚੇ ਨੰਗੇ ਪਿੰਡੇ ਹੀ ਘੁੰਮਦੇ ਰਹਿੰਦੇ ਐ, ਉਹ ਕਦੀ ਬਿਮਾਰ ਹੀ ਨਹੀਂ ਹੁੰਦੇ, ਕਿਉਂਕਿ ਉਹਨਾਂ ਦੇ ਮਾਂ-ਬਾਪ ਨੂੰ ਕਦੀ ਇਹ ਨੈਗੇਟਿਵ ਫੀਲਿੰਗ ਆਂਦੀ ਨਹੀਂ ਹੈ ਕਿ ਜੇ ਠੰਡ 'ਚ ਗਿਆ ਮੇਰਾ ਬੱਚਾ ਬਿਮਾਰ ਹੋਣਾ, ਉਹ ਕਹਿੰਦੇ ਜਾ ਬੱਚਾ ਖੇਲ, ਕੁਝ ਨਹੀਂ ਹੁੰਦਾ। ਔਰ ਵਾਕਈ ਕੁਝ ਨਹੀਂ ਹੁੰਦਾ, ਕਿਉਂਕਿ ਸਰਦੀ ਸਾਨੂੰ ਬਿਮਾਰ ਨਹੀਂ ਕਰਦੀ। ਜੇ ਸਰਦੀ ਬਿਮਾਰ ਕਰਦੀ ਹੁੰਦੀ ਤਾਂ ਬੜੇ ਬੜੇ ਰਿਸ਼ੀ ਮੁਨੀ ਹਿਮਾਲਿਆ 'ਚ ਜਾ ਕੇ, ਬਰਫਾਂ ਦੇ ਵਿੱਚ ਜਾ ਕੇ ਵੀ ਭਗਤੀ ਕਰਦੇ, ਉਹ ਤਾਂ ਸਦਾ ਬਿਮਾਰ ਹੀ ਰਹਿੰਦੇ। ਫਿਰ ਜਿੰਨੇ ਹਸਪੀਟਲ ਬਣਨੇ ਸੀ ਹਿਮਾਲਿਆ 'ਚ ਬਣਨੇ ਸੀ ਜਾ ਕੇ, ਕਿ ਜਿੱਥੇ ਠੰਡ ਹੋਈ ਉੱਥੇ ਬਿਮਾਰੀ ਜ਼ਿਆਦਾ, ਉੱਥੇ ਹਸਪੀਟਲ। ਪਰ ਜਿੰਨੇ ਹਸਪੀਟਲ ਬਣਦੇ ਐ ਪਹਾੜਾਂ ਤੇ ਘੱਟ ਹੈ, ਮੈਦਾਨੀ ਇਲਾਕਿਆਂ 'ਚ ਜ਼ਿਆਦੇ ਹੈ, ਸ਼ਹਿਰਾਂ 'ਚ ਜ਼ਿਆਦੇ ਹੈ। ਸ਼ਹਿਰਾਂ 'ਚ ਜ਼ਿਆਦੇ ਕਿਉਂ ਹੈ? ਕਿਉਂਕਿ ਸ਼ਹਿਰਾਂ 'ਚ ਜ਼ਿਆਦੇ ਬੰਦਾ ਝਗੜਿਆਂ 'ਚ ਫਸਿਆ ਹੋਇਆ ਹੈ, ਸ਼ਹਿਰਾਂ 'ਚ ਜ਼ਿਆਦੇ ਬੰਦਾ ਨਿੰਦਿਆ ਚੁਗਲੀ ਕਰਦਾ ਹੈ। ਕਿਟੀ ਪਾਰਟੀ ਵਿੱਚ ਜਦੋਂ ਔਰਤਾਂ ਇਕੱਠੀਆਂ ਹੁੰਦੀਆਂ ਤਾਂ ਕੀ ਚੱਲਦਾ ਹੈ ਉੱਥੇ? ਨਿੰਦੇ ਚੱਲਦੀ ਹੈ ਇੱਕ ਦੂਜੇ ਦੀ, ਆ ਇਹਨਾਂ ਆਹ ਕਰ ਲਿਆ, ਉਹਨਾਂ ਆਹ ਕਰ ਲਿਆ, ਉਹਦੀ ਕੁੜੀ ਇਦਾਂ, ਉਹਦਾ ਮੁੰਡਾ ਇਦਾਂ, ਉਹਦਾ ਘਰ ਵਾਲਾ ਇਦਾਂ, ਉਹਦਾ ਫਲਾਨਾ ਇਦਾਂ। ਹੁਣ ਜਿੱਥੇ ਜਿੱਦਾਂ ਦੀ ਚਰਚਾ ਹੋਣੀ ਹੈ ਉੱਥੇ ਉਦਾਂ ਦੀ એનર્ਜੀ ਬਣਨੀ ਹੈ, ਔਰ ਜਿੱਥੇ ਜਿੱਦਾਂ ਦੀ એનર્ਜੀ ਬਣਨੀ ਹੈ ਉਹਦਾ ਫਿਰ ਰਿਜ਼ਲਟ ਵੀ ਤਾਂ ਉਦਾਂ ਦਾ ਹੀ ਆਉਣਾ ਹੈ। ਪਹਾੜਾਂ ਦੇ ਉੱਪਰ ਪੋਜ਼ਿਟਿਵ એનર્ਜੀ ਜ਼ਿਆਦਾ ਹੈ, ਇਸ ਲਈ ਉੱਥੇ ਲੋਕ ਬਿਮਾਰ ਵੀ ਘੱਟ ਹੁੰਦੇ ਹੈ। ਸਮਝਣਾ ਜ਼ਰਾ, ਕਿਉਂਕਿ ਉੱਥੇ ਪੋਜ਼ਿਟਿਵਿਟੀ ਜ਼ਿਆਦਾ ਹੈ। ਪੋਜ਼ਿਟਿਵਿਟੀ ਜ਼ਿਆਦਾ ਮਤਲਬ ਉੱਥੇ ਲੋਕ ਰੱਬ ਤੇ ਯਕੀਨ ਰੱਖਦੇ ਆ, ਪਰਮਾਤਮਾ ਤੇ ਯਕੀਨ ਰੱਖਦੇ ਆ, ਭਗਵਾਨ ਤੇ ਯਕੀਨ ਰੱਖਦੇ ਆ, ਗੁਰੂਆਂ ਪੀਰਾਂ ਫਕੀਰਾਂ ਤੇ ਯਕੀਨ ਰੱਖਦੇ ਆ। ਪਰ ਜਿੰਨਾ ਬੰਦਾ ਸ਼ਹਿਰਾਂ ਦੀ ਤਰਫ ਆ ਜਾਂਦਾ ਹੈ ਉਹਨਾਂ ਬੰਦਾ ਕਹਿੰਦਾ ਰੱਬ ਹੈ ਹੀ ਨਹੀਂ, ਕੋਈ ਪੀਰ ਫਕੀਰ ਹੈ ਨਹੀਂ, ਇਹ ਤਾਂ ਪਖੰਡ ਹੈ। ਔਰ ਜਿੰਨਾ ਬੰਦਾ ਰੱਬ ਨੂੰ ਇਨਕਾਰ ਕਰਦਾ ਚਲਾ ਜਾਂਦਾ ਹੈ, ਪੀਰਾਂ ਫਕੀਰਾਂ ਦੀ ਤਾਕਤ ਨੂੰ ਇਨਕਾਰ ਕਰਦਾ ਚਲਾ ਜਾਂਦਾ ਹੈ, ਉਨੀ ਬੰਦੇ ਦੇ ਜੀਵਨ 'ਚ ਨੈਗੇਟਿਵਿਟੀ ਵੱਧਦੀ ਚਲੀ ਜਾਂਦੀ ਹੈ। ਔਰ ਜਿੰਨੀ ਨੈਗੇਟਿਵਿਟੀ ਵੱਧਦੀ ਹੈ ਉਨੀਆਂ ਬਿਮਾਰੀਆਂ ਵੀ ਵੱਧਦੀਆਂ ਚਲੀਆਂ ਜਾਂਦੀਆਂ, ਕਿਉਂਕਿ ਹਰ ਬਿਮਾਰੀ ਨਾਲ ਲੜਨ ਵਾਸਤੇ ਸਾਡੇ ਅੰਦਰ ਵਿਸ਼ਵਾਸ ਦਾ ਹੋਣਾ ਜ਼ਰੂਰੀ ਹੈ ਕਿ ਮੈਂ ਇਸ ਬਿਮਾਰੀ ਨੂੰ ਹਰਾ ਸਕਦਾ ਹਾਂ, ਮੈਂ ਜਿੱਤ ਸਕਦਾ ਹਾਂ। ਇਹ ਬਿਮਾਰੀ ਬੜੀ ਨਹੀਂ ਹੈ, ਮੇਰਾ ਮਾਲਿਕ ਬੜਾ ਹੈ, ਮੇਰੇ ਮਾਲਿਕ ਦੀ ਰਹਿਮਤ ਬੜੀ ਹੈ। ਜਦੋਂ ਇਦਾਂ ਦੇ ਵਿਸ਼ਵਾਸ ਦੇ ਸੈੱਲ ਬੰਦੇ ਦੇ ਅੰਦਰ ਬਣਨੇ ਸ਼ੁਰੂ ਹੋ ਜਾਂਦੇ ਆ ਤਾਂ ਬੜੀਆਂ ਬੜੀਆਂ ਤਕਲੀਫਾਂ ਵੀ ਦੂਰ ਹੋ ਜਾਂਦੀਆਂ ਹੈ। ਸਮਝ ਲਓ ਜ਼ਰਾ ਹੁਣ ਇਸ ਚੀਜ਼ ਨੂੰ। ਇਸ ਲਈ
जिस चीज वाल तुसी ध्यान देना है उही चीज तुहाडे जीवन च वधदी चली जानी है। इसलिए फिर एक बार कहांगे, जे तुसी चाहते हो मेरे सिर दर्द ना होवे तो कदी सिर दर्द की गल ही ना करो, जे होवे भी तां भी उधर ध्यान ना दो, ध्यान ही ना दो उधर, इदां लगे है ही नहीं। हुण जिद्दां समझ लो कोई रिश्तेदार तुहाडे घर आया, आके कुर्सी ते बह गया, पर तुसी उहदे वल ध्यान ही नहीं दिंदे, तुसी उद्दां ही उहदे कोल दी लंघ जांदे हो, ना उहनूं पानी पुछदे हो, ना चाह पुछदे हो, ना उहनूं खाण नूं पुछदे हो, ना रहण नूं पुछदे हो, तां रिश्तेदार किन्नी कुछ देर बैठा रहेगा उत्थे? उहनां कहना भाई ये तां मैनूं इग्नोर करी जांदा है, ये तां मेरे वल ध्यान ही नहीं दिंदा, इदां दे घर च की रहना है, उठ के जावां इत्थों। ਉਹ 10-15 ਮਿੰਟ ਅੱਧਾ ਘੰਟਾ ਵੱਧ ਤੋਂ ਵੱਧ ਬੈਠੇਗਾ, ਦੇਖੇਗਾ ਮੇਰਾ ਧਿਆਨ ਹੀ ਨਹੀਂ ਕਰਦਾ ਤਾਂ ਇੱਥੇ ਰਹਿ ਕੇ ਮੈਂ ਕੀ ਕਰਨਾ, ਉਹ ਚਲਾ ਜਾਂਦਾ ਉੱਠ ਕੇ। ਪਰ ਹੁਣ ਇੱਕ ਦੂਜਾ ਰਿਸ਼ਤੇਦਾਰ ਹੈ, ਜਦੋਂ ਘਰ ਆ ਗਿਆ ਤੁਸੀਂ ਹੱਥ ਜੋੜ ਕੇ ਬਹਿ ਜਾਂਦੇ ਹੋ, ਹਾਂਜੀ ਦੱਸੋ ਜੀ ਕੀ ਖਾਣਾ ਹੈ, ਕੀ ਪੀਣਾ ਹੈ, ਕੀ ਸੇਵਾ ਕਰੀਏ, ਉਹਦੇ ਆਲੇ ਦੁਆਲੇ ਚੱਕਰ ਲਾਈ ਜਾਂਦੇ ਹੋ, ਤਾਂ ਰਿਸ਼ਤੇਦਾਰ ਕਹਿੰਦਾ ਭਾਈ ਹੈ ਇੰਨੀ ਸੇਵਾ, ਹੁਣ ਤਾਂ 2-4 ਮਹੀਨੇ ਰਹਿ ਕੇ ਜਾਈਏ, ਕਿਉਂਕਿ ਜਿੱਥੇ ਇੰਨੀ ਪੁੱਛ-ਗਿੱਛ ਹੈ, ਇੰਨੀ ਸੇਵਾ ਆ, ਉੱਥੋਂ ਜਾਣ ਨੂੰ ਦਿਲ ਕਿਹਦਾ ਕਰਦਾ ਹੈ। ਇਹ ਬਿਮਾਰੀ ਵੀ ਉਹ ਰਿਸ਼ਤੇਦਾਰ ਦੀ ਤਰ੍ਹਾਂ ਹੁੰਦੀ ਹੈ कि जदों इनू ज़्यादा ध्यान देनी शुरू कर दी है, ज़्यादा तवज्जो देनी शुरू कर दी है, ज़्यादा ये बारे सोचना शुरू कर दी, तो उठ के जाती नहीं है, बैठी रहती है, क्योंकि वो दिल ही नहीं करता, क्योंकि जिथे प्यार मिले सत्कार मिले उतों भी जान नूं दिल किहदा करदा है। तो जदों असीं इग्नोर कर दईए, किहड़ा दर्द किहड़ी पीड़ा, जदों उहदे वल ध्यान ही ना दईए, ठीक है दर्द है पीड़ा है, पर असीं नहीं मनदे इहनूं, किहड़ी पीड़ा किहड़ी दर्द है, इदां ਦੀਆਂ चीज़ां तां आंदियां चलियां जांदियां, असीं इहदी परवाह की करनी, गल ही ना करो किसी ने, इदा लगे है ही नहीं, ਉਹਦੇ ਬਾਰੇ ਚਰਚਾ ਹੀ ਨਾ ਕਰੋ, ਤੁਸੀਂ ਦੇਖੋਗੇ 2 ਦਿਨ ਚ ਉਦਾਂ ਹੀ ਉਹ ਚਲੀ ਜਾਏਗੀ, ਕਿਉਂਕਿ ਤੁਸੀਂ ਉਹਦੇ ਵੱਲ ਧਿਆਨ ਹੀ ਨਹੀਂ ਦਿੱਤਾ। ਤਾਂ ਹੀ ਤਾਂ ਕਿਹਾ ਜਾਂਦਾ ਉੱਠਦੇ ਬੈਠਦੇ ਸੌਂਦੇ ਜਾਗਦੇ ਆਪਣੇ ਮਾਲਿਕ ਨੂੰ ਯਾਦ ਕਰੋ। ਇਹਦਾ ਕਾਰਨ ਕੀ ਹੈ? ਜਦੋਂ ਉੱਠਦੇ ਬੈਠਦੇ ਸੌਂਦੇ ਜਾਗਦੇ ਅਸੀਂ ਆਪਣੇ ਮਾਲਿਕ ਨੂੰ ਯਾਦ ਕਰਾਂਗੇ, ਯਾਨੀ ਸਾਡਾ ਧਿਆਨ ਕਿੱਥੇ ਹੈ? ਸਾਡੇ ਮਾਲਿਕ ਦੀ ਤਰਫ। ਹਰ ਵੇਲੇ ਮਾਲਿਕ ਦੀ ਗੱਲ ਕਰਾਂਗੇ, ਉਹਦਾ ਸਿਮਰਨ ਕਰਾਂਗੇ, ਉਹਨੂੰ ਯਾਦ ਕਰਾਂਗੇ, ਤਾਂ ਜਿਹਨੂੰ ਯਾਦ ਕਰਨਾ ਉਹੀ ਚੀਜ਼ ਸਾਡੇ ਜੀਵਨ 'ਚ ਵਧਣੀ ਸ਼ੁਰੂ ਹੋ ਜਾਣੀ ਹੈ। ਇਸ ਲਈ ਇਨਸਾਨ ਦੀ ਸੋਚ ਦਾ ਅਸਰ ਇਨਸਾਨ ਦੇ ਜੀਵਨ ਤੇ ਹੁੰਦਾ ਹੈ। ਮੰਨਦੇ ਹੋ ਕਿ ਨਹੀਂ? ਹੋ ਸਕਦਾ ਕਈ ਜੀਵ ਕਹਿਣ ਅਸੀਂ ਨਹੀਂ ਮੰਨਦੇ, ਸੋਚ ਦਾ ਅਸਰ ਸਾਡੇ ਜੀਵਨ ਤੇ ਹੁੰਦਾ ਹੈ, ਅਸੀਂ ਨਹੀਂ ਮੰਨਦੇ। ਕਿਹੜਾ ਜੀਵ ਹੈ? ਕੋਈ ਹੱਥ ਖੜਾ ਕਰਕੇ ਦੱਸੋ, ਹੁਣੇ ਮਨਾ ਦਿੰਦੇ ਉਹਨੂੰ, ਕਿਉਂਕਿ ਸਾਨੂੰ ਇਦਾਂ ਬੜਾ ਮਜ਼ਾ ਆਉਂਦਾ ਮਨਾਉਣ ਦਾ। ਹੁਣ ਚਲੋ ਇੱਕ ਜੀਵ ਕਹਿ ਦਿੰਦਾ ਮੈਂ ਨਹੀਂ ਮੰਨਦਾ ਕਿ ਸੋਚ ਦਾ ਅਸਰ ਸਾਡੇ ਜੀਵਨ ਤੇ ਹੁੰਦਾ ਹੈ, ਤਾਂ ਹੁਣ ਤੁਸੀਂ ਜਵਾਬ ਦੇਣਾ। ਅਗਰ ਇਸ ਇਨਸਾਨ ਨੂੰ ਕਿਹਾ ਜਾਵੇ ਕਿ ਭਾਈ ਬੈਠ ਔਰ ਸੋਚ, ਜਦੋਂ ਤੈਨੂੰ ਕਿਸੇ ਬਹੁਤ ਬੜੀ ਪੀੜਾ ਦਾ ਸਾਹਮਣਾ ਕਰਨਾ ਪਿਆ ਹੋਵੇ, ਜਦੋਂ ਤੇਰਾ ਕੋਈ ਇੰਨਾ ਪਿਆਰਾ ਤੇ ਤੋਂ ਦੂਰ ਗਿਆ ਹੋਵੇ, ਕਿਸੇ ਦੀ ਡੈਥ ਹੋਈ ਹੋਵੇ, ਜਾਂ ਕੋਈ ਇਦਾਂ ਦਾ ਹਾਦਸਾ ਹੋਇਆ ਹੋਵੇ ਜਦੋਂ ਤੈਨੂੰ ਬੜੀ ਪੀੜਾ ਹੋਈ ਹੋਵੇ। ਹੁਣ ਜਰਾ ਸੋਚੋ, ਜੇ ਉਹ ਬੈਠ ਕੇ ਸੋਚੇਗਾ ਉਹ ਪੀੜਾ ਬਾਰੇ, ਉਹ ਹਾਦਸੇ ਬਾਰੇ, ਕਿਸੇ ਦੀ ਮਾਂ ਚਲੀ ਗਈ, ਕਿਸੇ ਦਾ ਪਿਤਾ ਚਲਾ ਗਿਆ, ਉਹਨੂੰ ਬੜਾ ਪਿਆਰ ਸੀ ਉਹਦੇ ਨਾਲ, ਅੱਜ ਵੀ ਜਦੋਂ ਮਾਤਾ ਜਾਂ ਪਿਤਾ ਬਾਰੇ ਸੋਚੇਗਾ ਉਹਦੀ ਅੱਖਾਂ 'ਚ ਪਾਣੀ ਆ ਜਾਏਗਾ ਕਿ ਨਹੀਂ? ਜਵਾਬ ਦਿਓ ਸਾਨੂੰ, ਆ ਜਾਏਗਾ ਨਾ? ਉਹ ਸੀਨ ਨੂੰ ਯਾਦ ਕਰਕੇ ਬੰਦੇ ਦੀਆਂ ਅੱਖਾਂ 'ਚ ਅੱਜ ਵੀ ਪਾਣੀ ਆ ਜਾਏਗਾ। ਤਾਂ ਹੁਣ ਉਸੇ ਇਨਸਾਨ ਨੂੰ ਕਿਹਾ ਜਾਵੇ ਹੁਣ ਉਸ ਚੀਜ਼ ਬਾਰੇ ਸੋਚ ਜਦੋਂ ਤੈਨੂੰ ਬੜੀ ਖੁਸ਼ੀ ਹੋਈ ਸੀ, ਜਦੋਂ ਤੂੰ ਬੜਾ ਖੁਸ਼ ਸੀ, ਤੂੰ ਨੱਚ ਰਿਹਾ ਸੀ, ਭੰਗੜੇ ਪਾ ਰਿਹਾ ਸੀ, ਉਹ ਸੀਨ ਬਾਰੇ ਸੋਚ। ਤਾਂ ਜਿੱਦਾਂ ਹੀ ਉਹਨਾਂ ਉਹਦੇ ਬਾਰੇ ਸੋਚਣਾ ਤਾਂ ਉਹਦੇ ਚਿਹਰੇ ਤੇ ਕੀ ਆ ਜਾਏਗਾ? ਸਮਾਈਲ ਆ ਜਾਏਗੀ, ਖੁਸ਼ੀ ਆ ਜਾਏਗੀ। ਸਮਝਦੇ ਹੋ ਕਿ ਨਹੀਂ? ਹੁਣ ਉਸੇ ਬੰਦੇ ਨੂੰ ਕਿਹਾ ਜਾਵੇ ਭਾਈ ਤੈਨੂੰ ਭੁੱਖ ਲੱਗੀ ਹੈ, ਹਾਂਜੀ ਭੁੱਖ ਲੱਗੀ ਹੈ, ਚੱਲ ਕਿਸੇ ਸਵਾਦਿਸ਼ਟ ਭੋਜਨ ਬਾਰੇ ਸੋਚ, ਸਵਾਦਿਸ਼ਟ ਖਾਣੇ ਬਾਰੇ ਸੋਚ, ਸਵਾਦਿਸ਼ਟ ਖਾਣੇ ਬਾਰੇ ਸੋਚ ਜਿਹੜਾ ਤੈਨੂੰ ਪਸੰਦ ਹੈ। ਤਾਂ ਬੰਦੇ ਨੇ ਕਹਿਣਾ ਲੈ ਉਹ ਖਾਣਾ ਯਾਦ ਕਰਕੇ ਤਾਂ ਮੇਰੇ ਮੂੰਹ 'ਚ ਪਾਣੀ ਆ ਗਿਆ। ਹੁੰਦਾ ਕਿ ਨਹੀਂ ਇਦਾਂ? ਕਈ ਵਾਰ ਤੁਸੀਂ ਵੀ ਕਹਿੰਦੇ ਹੋ ਬੜੀ ਭੁੱਖ ਲੱਗੀ, ਉਹ ਖਾਣੇ ਬਾਰੇ ਸੋਚ ਗਈ, ਮੇਰੇ ਮੂੰਹ 'ਚ ਪਾਣੀ ਆ ਗਿਆ, ਹੁਣ ਤਾਂ ਬਸ ਉਹ ਖਾਣਾ ਮਿਲ ਜਾਵੇ ਮੈਂ ਪੇਟ ਭਰ ਕੇ ਖਾਵਾਂ। ਹੁੰਦਾ ਕਿ ਨਹੀਂ ਇਦਾਂ? ਹੁਣ ਜ਼ਰਾ ਇਹ ਚੀਜ਼ ਨੂੰ ਅੱਛੀ ਤਰ੍ਹਾਂ ਸਮਝ ਲੈਣਾ। ਹੁਣ ਜੇ ਸੋਚਣ ਨਾਲ ਸਾਡੀਆਂ ਅੱਖਾਂ 'ਚ ਪਾਣੀ ਆ ਸਕਦਾ, ਅਸੀਂ ਰੋ ਸਕਦੇ ਹਾਂ, ਉੱਥੇ ਕੀ ਹੈ? ਸੋਚ ਹੀ ਹੈ। ਹਾਦਸਾ ਤਾਂ 10 ਸਾਲ ਪਹਿਲਾਂ ਹੋ ਗਿਆ, 15 ਸਾਲ ਪਹਿਲਾਂ ਹੋ ਗਿਆ, 4 ਸਾਲ ਪਹਿਲਾਂ ਹੋ ਗਿਆ, ਪਰ ਉਹ ਹਾਦਸੇ ਦੀ ਸੋਚ ਨੂੰ ਅੱਜ ਵੀ ਅਸੀਂ ਜਦੋਂ ਯਾਦ ਕਰਦੇ ਹਾਂ ਸਾਡੀਆਂ ਅੱਖਾਂ 'ਚ ਪਾਣੀ ਆ ਜਾਂਦਾ ਹੈ। ਇਹ ਸਾਡੇ ਜੀਵਨ ਤੇ ਸੋਚ ਦਾ ਅਸਰ ਹੁੰਦਾ ਹੈ ਕਿ ਨਹੀਂ? ਅਸੀਂ ਦੁੱਖ ਬਾਰੇ ਸੋਚਿਆ, ਅੱਖਾਂ 'ਚ ਪਾਣੀ ਆ ਗਿਆ। ਅਸੀਂ ਸੁੱਖ ਬਾਰੇ ਸੋਚਿਆ, ਚਿਹਰੇ ਤੇ ਸਮਾਈਲ ਆ ਗਈ। ਅਸੀਂ ਭੋਜਨ ਬਾਰੇ ਸੋਚਿਆ, ਮੂੰਹ 'ਚ ਪਾਣੀ ਆ ਗਿਆ। ਹੁਣ ਜੇ ਦੁੱਖ ਬਾਰੇ ਸੋਚ ਕੇ ਅੱਖਾਂ 'ਚ ਆਂਸੂ ਆ ਸਕਦੇ ਹੈ, ਜੇ ਖੁਸ਼ੀ ਬਾਰੇ ਸੋਚ ਕੇ ਚਿਹਰੇ ਤੇ ਸਮਾਈਲ ਆ ਸਕਦੀ ਹੈ, ਜੇ ਭੋਜਨ ਬਾਰੇ ਸੋਚ ਕੇ ਮੂੰਹ 'ਚ ਪਾਣੀ ਆ ਸਕਦਾ ਹੈ, ਤਾਂ ਫਿਰ ਆਪਣੇ ਮਾਲਿਕ ਬਾਰੇ ਸੋਚ ਕੇ ਸਾਡੇ ਜੀਵਨ 'ਚ ਰਹਿਮਤਾਂ ਕਿਉਂ ਨਹੀਂ ਆ ਸਕਦੀ? ਸਾਡੇ ਜੀਵਨ 'ਚ ਖੁਸ਼ੀਆਂ ਕਿਉਂ ਨਹੀਂ ਆ ਸਕਦੀ? ਕਿਉਂਕਿ ਜਿੱਧਰ ਸਾਡੀ ਸੋਚ ਲੱਗਣੀ ਹੈ ਨਾ, ਉਹੀ ਚੀਜ਼ ਸਾਡੇ ਜੀਵਨ 'ਚ ਆਣੀ ਸ਼ੁਰੂ ਹੋ ਜਾਣੀ ਹੈ।
ਦੁੱਖ ਦੀ ਸੋਚ ਸੋਚਣ ਨਾਲ ਸਾਡੀਆਂ ਅੱਖਾਂ 'ਚ ਪਾਣੀ ਕਿਉਂ ਜਾਂਦਾ? ਕਿਉਂਕਿ ਦੁੱਖ ਦੀ એનર્ਜੀ ਜਦੋਂ ਉਹਨੂੰ ਯਾਦ ਕਰਦੇ ਆ, ਉਹਦੇ ਨਾਲ ਕਨੈਕਟਡ ਹੁੰਦੇ ਆ, ਤਾਂ ਉਹ ਦੁੱਖ ਦੀ એનર્ਜੀ ਅੱਜ ਆ ਕੇ ਸਾਨੂੰ ਸਾਡੀ ਤਰਫ ਪ੍ਰਵਾਹਿਤ ਹੁੰਦੀ ਹੈ, ਸਾਡੀ ਤਰਫ ਆਉਂਦੀ ਹੈ ਤਾਂ ਸਾਨੂੰ ਦੁਖੀ ਕਰ ਦਿੰਦੀ ਹੈ। ਜਦੋਂ ਅਸੀਂ ਖੁਸ਼ੀ ਦੀ ਗੱਲ ਬਾਰੇ ਸੋਚਦੇ ਹਾਂ, ਖੁਸ਼ੀ ਇੱਕ એનર્ਜੀ ਹੈ, ਉਦੋਂ ਸਾਡਾ ਮਾਈਂਡ ਖੁਸ਼ੀ ਦੀਆਂ ਤਰੰਗਾਂ ਛੱਡ ਕੇ ਉਹ ਖੁਸ਼ੀ ਦੀ એનર્ਜੀ ਨੂੰ ਆਪਣੇ ਵੱਲ ਖਿੱਚਦਾ ਹੈ। ਉਹ ਖੁਸ਼ੀ ਦੀ એનર્ਜੀ ਸਾਡੇ ਵੱਲ ਆ ਕੇ ਸਾਨੂੰ ਖੁਸ਼ੀ ਦੇ ਦਿੰਦੀ ਹੈ। ਜਦੋਂ ਭੋਜਨ ਦੀ ਗੱਲ ਕਰਦੇ ਹਾਂ ਤਾਂ ਸਾਡਾ ਮਾਈਂਡ ਭੋਜਨ ਬਾਰੇ ਸੋਚਦਾ ਹੈ, ਉਹ ਤਰੰਗਾ ਭੋਜਨ ਵੱਲ ਭੇਜਦਾ ਹੈ, ਭੋਜਨ ਦੇ ਬਾਰੇ ਸੋਚ ਕੇ ਸਾਡੇ ਮੂੰਹ 'ਚ ਪਾਣੀ ਆ ਜਾਂਦਾ ਹੈ। ਤਾਂ ਜਦੋਂ ਸਾਡਾ ਮਾਈਂਡ ਸਾਡੇ ਮਾਲਿਕ ਬਾਰੇ ਸੋਚੇਗਾ ਕਿ ਮੇਰਾ ਮਾਲਿਕ ਹੈ, ਉਹਦੀ ਰਹਿਮਤ ਹੈ, ਤਾਂ ਇਹ ਮਾਈਂਡ ਉਹ ਤਰੰਗਾ ਨੂੰ ਮਾਲਿਕ ਦੀ ਤਰਫ ਭੇਜੇਗਾ। ਜਦੋਂ ਤਰੰਗਾ ਮਾਲਿਕ ਦੀ ਤਰਫ ਜਾਣਗੀਆਂ ਤਾਂ ਉਦੋਂ ਮਾਲਿਕ ਦੀਆਂ ਰਹਿਮਤ ਦੀਆਂ ਤਰੰਗਾਂ ਸਾਡੇ ਤੱਕ ਵੀ ਜ਼ਰੂਰ ਆਉਣਗੀਆਂ। ਉਹਦੇ ਨਾਲ ਸਾਡੇ ਜੀਵਨ 'ਚ ਵੀ ਸਾਨੂੰ ਲਾਭ ਹੋਏਗਾ, ਸਾਨੂੰ ਫਾਇਦਾ ਹੋਏਗਾ। ਸਾਡੇ ਜੀਵਨ ਦੀਆਂ ਕਈ ਤਕਲੀਫਾਂ, ਕਈ ਦੁੱਖ, ਕਈ ਦਲਿੱਦਰ ਦੂਰ ਹੋਣੇ ਸ਼ੁਰੂ ਹੋ ਜਾਣਗੇ। ਇਸ ਲਈ ਇਹਨੂੰ ਕਹਿੰਦੇ ਐ ਸਾਡੀ ਸੋਚ ਦਾ ਅਸਰ ਸਾਡੇ ਜੀਵਨ ਤੇ ਜ਼ਰੂਰ ਹੁੰਦਾ ਹੈ। ਜਿੱਧਰ ਅਸੀਂ ਆਪਣੀ ਸੋਚ ਨੂੰ ਲਾ ਦੇਣਾ ਹੈ, ਜਿੱਧਰ ਆਪਣੀ ਸੁਰਤੀ ਨੂੰ ਲਾ ਦੇਣਾ ਹੈ, ਉਹੀ ਚੀਜ਼ ਸਾਡੇ ਜੀਵਨ 'ਚ ਆਣੀ ਸ਼ੁਰੂ ਹੋ ਜਾਣੀ ਹੈ। ਹੁਣ ਜੇ ਤੁਸੀਂ ਮਾਲਿਕ ਦੀ ਰਹਿਮਤ ਚਾਹੁੰਦੇ ਹੋ, ਖੁਸ਼ੀਆਂ ਚਾਹੁੰਦੇ ਹੋ, ਤਾਂ ਫਿਰ ਇਹ ਦੇਖ ਲਓ ਤੁਹਾਡਾ ਮਾਈਂਡ ਕਿੱਧਰ ਹੋਣਾ ਚਾਹੀਦਾ ਹੈ, ਫਿਰ ਤੁਹਾਡੀ ਸੋਚ ਕਿੱਧਰ ਹੋਣੀ ਚਾਹੀਦੀ ਹੈ? ਉਹ ਮਾਲਿਕ ਦੀ ਤਰਫ, ਉਹਦੀਆਂ ਰਹਿਮਤਾਂ ਦੀ ਤਰਫ। ਤਾਂ ਹੀ ਤਾਂ ਜੀਵਨ 'ਚ ਕਿਹਾ ਜਾਂਦਾ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ, ਮੁਰਸ਼ਦ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜਦੋਂ ਅਸੀਂ ਮੁਰਸ਼ਦ ਨੂੰ ਦੇਖਦੇ ਆ ਨਾ, ਤਾਂ ਜਿਹਦੀ ਇੱਕ ਛਵੀ ਹੋਵੇ, ਜਿਹਦਾ ਇੱਕ ਆਕਾਰ ਹੋਵੇ, ਜਦੋਂ ਉਹਨੂੰ ਦੇਖਦੇ ਆ ਤਾਂ ਉਹਦੇ ਨਾਲ ਸੁਰਤੀ ਜੋੜਨੀ ਆਸਾਨ ਹੋ ਜਾਂਦੀ ਹੈ। ਔਰ ਉਹਦੇ ਨਾਲ ਸੁਰਤੀ ਜਦੋਂ ਜੋੜਦੇ ਆ, ਉਹਦੀ ਤਸਵੀਰ ਨੂੰ ਆਪਣੀਆਂ ਅੱਖਾਂ 'ਚ ਵਸਾਉਂਦੇ ਆ, ਤਾਂ ਉਧਰੋਂ ਕਿਰਪਾ ਆਣੀ, ਰਹਿਮਤ ਆਣੀ ਸ਼ੁਰੂ ਹੋ ਜਾਂਦੀ ਹੈ। ਹੁਣ ਜਿਹਦੀ ਕੋਈ ਤਸਵੀਰ ਹੀ ਨਾ ਹੋਵੇ, ਉਹਦੇ ਨਾਲ ਸੁਰਤੀ ਜੋੜਨੀ ਥੋੜੀ ਔਖੀ ਲੱਗਦੀ। ਹੁਣ ਜਿਹੜੇ ਜਾਨਵਰ ਦੀ ਕੋਈ ਤਸਵੀਰ ਹੋਵੇ, ਆਕਾਰ ਹੋਵੇ, ਜਾਂ ਕਿਸੇ ਫਲ ਫਰੂਟ ਦਾ, ਕਿਸੇ ਬ੍ਰਿਕਸ਼ ਦਾ ਆਕਾਰ ਹੋਵੇ, ਉਹਦੇ ਬਾਰੇ ਸੋਚਣਾ ਆਸਾਨ ਹੈ। ਅਸੀਂ ਤੁਹਾਨੂੰ ਕਵਾਂਗੇ ਪਿੱਪਲ ਦਾ ਪੇੜ, ਤੁਹਾਡੇ ਵਾਸਤੇ ਸੋਚਣਾ ਆਸਾਨ ਹੈ। ਅਸੀਂ ਕਵਾਂਗੇ ਸੇਬ, ਤੁਹਾਡੇ ਬਾਰੇ ਸੋਚਣਾ ਆਸਾਨ ਹੈ। ਅਸੀਂ ਕਵਾਂਗੇ ਅੰਬ, ਤੁਹਾਡੇ ਬਾਰੇ ਸੋਚਣਾ ਆਸਾਨ ਹੈ। ਪਰ ਇੱਕ ਉਹ ਫਰੂਟ ਹੈ ਜਿਹਦਾ ਕੋਈ ਆਕਾਰ ਹੀ ਨਹੀਂ ਹੈ, ਉਹਦੇ ਬਾਰੇ ਸੋਚੋ ਤਾਂ ਬੰਦੇ ਨੇ ਕਹਿਣਾ ਜਿਹਦਾ ਆਕਾਰ ਹੀ ਨਹੀਂ ਹੈ ਉਹਦੇ ਬਾਰੇ ਕਿੱਦਾਂ ਸੋਚਾਂ? ਕਿਉਂਕਿ ਸਾਡੇ ਮਨ ਦੀ ਇੱਕ ਖਾਸੀਅਤ ਹੈ, ਸਾਡਾ ਮਨ ਕਦੀ ਸ਼ਬਦਾਂ 'ਚ ਨਹੀਂ ਸੋਚਦਾ, ਸਾਡਾ ਮਨ ਕਦੀ ਲੈਟਰ 'ਚ ਨਹੀਂ ਸੋਚਦਾ। ਜਿੱਦਾਂ ਲੈਟਰ ਹੁੰਦੇ ਅੱਖਰ, ਸਾਡਾ ਮਨ ਜਦ ਵੀ ਸੋਚਦਾ ਹੈ ਤਸਵੀਰ ਦੇ ਰੂਪ 'ਚ ਸੋਚਦਾ ਹੈ। ਹੁਣ ਅਸੀਂ ਕਵਾਂਗੇ ਕਾਰ, ਲਾਲ ਰੰਗ ਦੀ ਕਾਰ, ਤਾਂ ਤੁਹਾਡੇ ਮੂਹਰੇ ਕਿਹੜੀ ਚੀਜ਼ ਆਏਗੀ, ਕਿਹੜੀ ਤਸਵੀਰ ਆਏਗੀ? ਲਾਲ ਰੰਗ ਦੀ ਕਾਰ ਆਏਗੀ ਜਾਂ ਲਿਖਿਆ ਆਏਗਾ LALCAR? ਨਹੀਂ, ਲਿਖਿਆ ਨਹੀਂ ਆਏਗਾ। ਜਦ ਵੀ ਇਨਸਾਨ ਦੇ ਮੂਹਰੇ ਤਸਵੀਰ ਆਂਦੀ ਹੈ ਤਾਂ ਉਹ ਚੀਜ਼ ਦੀ ਆਂਦੀ ਹੈ। ਕਦੀ ਸੋਚ ਕੇ ਦੇਖਣਾ ਤੁਸੀਂ ਕਿ ਮੈਂ ਜਿਸ ਵੀ ਚੀਜ਼ ਦਾ ਨਾਮ ਲੈਣਾ ਅੱਖਾਂ ਬੰਦ ਕਰਕੇ, ਉਹ ਚੀਜ਼ ਲਿਖੀ ਹੋਈ ਨਹੀਂ ਆਣੀ, ਉਹਦੀ ਤਸਵੀਰ ਆਣੀ ਹੈ ਮੇਰੇ ਮੂਹਰੇ। ਜੇ ਮੈਂ ਘੋੜਾ ਕਹੂੰਗਾ ਨਾ, ਘੋੜਾ ਆਏਗਾ, ਤਸਵੀਰ ਆਏਗੀ, ਘੋੜਾ ਲਿਖਿਆ ਨਹੀਂ ਆਏਗਾ। ਬਹੁਤ ਘੱਟ ਚਾਂਸ ਹੈ ਘੋੜਾ ਲਿਖਿਆ ਆਵੇ, ਜ਼ਿਆਦਾਤਰ ਤਾਂ ਤਸਵੀਰ ਆਂਦੀ ਹੈ। ਹੁਣ ਜਦੋਂ ਅਸੀਂ ਪ੍ਰਮਾਤਮਾ ਨਾਲ ਧਿਆਨ ਜੋੜਨਾ ਹੋਵੇ ਤਾਂ ਉਹ ਨਿਰੰਕਾਰ ਹੈ, ਉਹਦਾ ਕੋਈ ਆਕਾਰ ਨਹੀਂ ਹੈ। ਇਸ ਲਈ ਫਿਰ ਬੰਦੇ ਨੂੰ ਹੋ ਜਾਂਦਾ ਕਿਹਨੂੰ ਮੈਂ ਯਾਦ ਕਰਾਂ। ਪਰ ਜਦੋਂ ਇਨਸਾਨ ਸਤਿਗੁਰ ਦੇ ਨਾਲ, ਮੁਰਸ਼ਦ ਦੇ ਨਾਲ ਜੁੜਦਾ ਹੈ ਤਾਂ ਫਿਰ ਇਨਸਾਨ ਦੇ ਮੂਹਰੇ ਤਸਵੀਰ ਅਕਸ ਆਣਾ ਆਸਾਨ ਹੋ ਜਾਂਦਾ ਹੈ। ਇਸੇ ਲਈ ਬੁੱਲੇ ਸ਼ਾਹ ਕਹਿੰਦੇ ਜਦੋਂ ਮੈਂ ਆਪਣੇ ਮੁਰਸ਼ਦ ਨੂੰ ਦੇਖਦਾ ਹਾਂ, ਮੁਰਸ਼ਦ ਦਾ ਦੀਦਾਰ ਕਰਦਾ ਹਾਂ, ਤਾਂ ਮੁਰਸ਼ਦ ਦੇ ਦੀਦਾਰ ਚੋਂ ਮੈਨੂੰ ਰੱਬ ਦਾ ਦੀਦਾਰ ਮਿਲ ਜਾਂਦਾ ਹੈ, ਰੱਬ ਦੀਆਂ ਰਹਿਮਤਾਂ ਮਿਲ ਜਾਂਦੀਆਂ। ਕਿਉਂਕਿ ਇਹ ਜਰੀਆ ਹੈ, ਸੂਰਜ ਇੱਕ ਜਰੀਆ ਹੈ, ਪ੍ਰਕਾਸ਼ ਤਾਂ ਪ੍ਰਮਾਤਮਾ ਦਾ ਹੈ, ਪਰ ਮਿਲਦਾ ਇਹ ਸੂਰਜ ਦੇ ਜ਼ਰੀਏ ਹੈ। ਜੇ ਜਰੀਆ ਸੂਰਜ ਹੀ ਹਟ ਜਾਵੇ ਤਾਂ ਫਿਰ ਪ੍ਰਭੂ ਦਾ ਪ੍ਰਕਾਸ਼ ਸਾਡੇ ਤੱਕ ਕਿੱਦਾਂ ਪਹੁੰਚੇਗਾ? ਇਸੇ ਤਰ੍ਹਾਂ ਫਕੀਰ, ਗੁਰੂ, ਰਹਿਬਰ, ਸੰਤ ਜਰੀਆ ਬਣਦੇ ਹੈ। ਇਸੇ ਲਈ ਅਸੀਂ ਕਹਿ ਰਹੇ ਹਾਂ ਕਿ ਜਦੋਂ ਜੀਵਨ 'ਚ ਤਕਲੀਫ, ਦੁੱਖ ਹੋਵੇ ਤਾਂ ਦੁੱਖਾਂ ਦੀ ਤਰਫ ਨਾ ਦੇਖੋ, ਆਪਣੇ ਮਾਲਿਕ ਦੀ ਛਵੀ ਲਿਆਓ, ਆਪਣੇ ਮਾਲਿਕ ਦੀ ਤਸਵੀਰ ਲਿਆਓ। ਇਸੇ ਲਈ ਤਾਂ ਇੱਕ ਸ਼ੇਰ ਵੀ ਅਸੀਂ ਕਹੀਦਾ ਹੈ कि पंडित कहते हैं कहीं भी जाने से पहले राशि दिन मुहूर्त देख के निकला करो। पंडित कहते हैं कहीं भी जाने से पहले राशि दिन मुहूर्त देख के निकला करो, मगर हम ये कहते हैं कहीं भी जाने से पहले अपने मुर्शद की सूरत देख के निकला करो। क्योंकि कोई कहता ना पहला राशि देख ली, अज मेरी राशि चंगी है, अज मुहूर्त चंगा, दिन चंगा या नहीं, अज पैंचगा आ गई, आ काम नहीं करना, अज फलाना आ गया, आ काम नहीं करना, आ बिल्ली ने रास्ता कटता, आ काम नहीं करना। बंदा एवं मुहूर्त
ਇਹ ਸਮੇਂ ਦੀ ਚਿੰਤਾ ਕਰੀ ਜਾਂਦਾ ਹੈ ਤਾਂ ਜਿਹੜੇ ਗੁਰੂ ਤੇ ਯਕੀਨ ਰੱਖਣ ਵਾਲੇ, ਆਪਣੇ ਮਾਲਿਕ ਨਾਲ ਪਿਆਰ ਕਰਨ ਵਾਲੇ ਹੈ, ਆਪਣੇ ਮੁਰਸ਼ਿਦ ਨਾਲ ਪਿਆਰ ਕਰਨ ਵਾਲੇ ਹੈ, ਉਹ ਕਹਿੰਦੇ ਪੰਡਿਤ ਪੁਰੋਹਿਤ ਦੁਨੀਆ ਕੀ ਕਹਿੰਦੀ ਹੈ, ਸਾਨੂੰ ਪਰਵਾਹ ਨਹੀਂ, ਅਸੀਂ ਕੁਝ ਵੀ ਕਰਨਾ ਹੈ, ਕਿਤੇ ਵੀ ਜਾਣਾ ਹੈ, ਆਪਣੇ ਮੁਰਸ਼ਿਦ ਨੂੰ ਯਾਦ ਕਰਕੇ, ਉਹਦੀ ਤਸਵੀਰ ਦੇਖ ਕੇ, ਉਹਦਾ ਨਾਮ ਲੈ ਕੇ ਆਪਣੀ ਸੁਰਤੀ ਨੂੰ ਮਾਲਿਕ ਨਾਲ ਜੋੜ ਕੇ ਕਦਮ ਵਧਾਉਣਾ ਹੈ। ਤਾਂ ਜਦੋਂ ਸੁਰਤੀ ਉਹਦੇ ਨਾਲ ਜੋੜ ਕੇ ਕਦਮ ਵੱਧਦਾ ਹੈ ਤਾਂ ਕਾਮਯਾਬੀ ਵੀ ਜ਼ਰੂਰ ਮਿਲਦੀ ਹੈ, ਕਿਉਂਕਿ ਰਕਸ਼ਾ ਤਾਂ ਉਹਨੇ ਹੀ ਕਰਨੀ ਹੈ, ਉਹ ਪਰਮ ਪਿਤਾ ਪਰਮਾਤਮਾ ਨੇ, ਔਰ ਉਹਦੇ ਨਾਲ ਕਨੈਕਟਡ ਬੰਦਾ ਹੁੰਦਾ ਜ਼ਰੀਏ ਨਾਲ। ਇਸ ਲਈ ਗੁਰੂ ਦੁਆਰਾ, ਤਾਂ ਹੀ ਤਾਂ ਕਹਿੰਦਾ ਗੁਰੂ ਦੇ ਦੁਆਰਾ ਹੀ ਪ੍ਰਭੂ ਦੀ ਕਿਰਪਾ ਸਾਨੂੰ ਮਿਲਦੀ ਹੈ। ਗੁਰੂ ਦੁਆਰ ਹੈ ਉਹ ਪ੍ਰਭੂ ਦੀ ਕਿਰਪਾ ਨੂੰ ਸਾਡੇ ਤੱਕ ਲੈ ਕੇ ਆਉਣ ਦਾ। ਜੇ ਦਰਵਾਜ਼ਾ ਹੀ ਨਾ ਹੋਏਗਾ ਤਾਂ ਫਿਰ ਪ੍ਰਭੂ ਦੀ ਕਿਰਪਾ ਸਾਡੇ ਤੱਕ ਕਿੱਦਾਂ ਪਹੁੰਚੇਗੀ? ਜਿੱਦਾਂ ਪ੍ਰਕਾਸ਼ ਨੂੰ ਦੇਖਣ ਵਾਸਤੇ, ਸੰਸਾਰ ਨੂੰ ਦੇਖਣ ਵਾਸਤੇ ਤੁਹਾਡੀਆਂ ਦੋ ਅੱਖਾਂ ਦਰਵਾਜ਼ਾ ਹੈ। ਜੇ ਦਰਵਾਜ਼ੇ ਨੂੰ ਬੰਦ ਕਰ ਦਵੋ ਤਾਂ ਤੁਹਾਨੂੰ ਨਾ ਪ੍ਰਕਾਸ਼ ਨਜ਼ਰ ਆਣਾ, ਨਾ ਸੰਸਾਰ ਨਜ਼ਰ ਆਣਾ ਹੈ। ਇਹ ਜ਼ਰੀਆ ਹੈ। ਇਸੇ ਤਰ੍ਹਾਂ ਪ੍ਰਭੂ ਦੀ ਰਹਿਮਤ ਨੂੰ ਦੇਖਣ ਵਾਸਤੇ ਮੁਰਸ਼ਦ ਗੁਰੂ ਦੁਆਰ ਹੈ। ਗੁਰੂ ਦੇ ਦੁਆਰਾ ਹੀ ਅਸੀਂ ਉਹਦੀ ਰਹਿਮਤ ਤੱਕ ਪਹੁੰਚ ਸਕਦੇ ਹਾਂ। ਗੁਰੂ ਦੇ ਦੁਆਰਾ ਹੀ ਉਹਦੀ ਰਹਿਮਤ ਸਾਡੇ ਤੱਕ ਪਹੁੰਚਦੀ ਹੈ। ਇਸ ਲਈ ਜੇ ਤੁਹਾਡੇ ਜੀਵਨ 'ਚ ਮੁਸ਼ਕਿਲ ਹੈ, ਪਰੇਸ਼ਾਨੀ ਹੈ, ਤਾਂ ਪਰੇਸ਼ਾਨੀਆਂ ਦੀ ਤਰਫ ਨਹੀਂ ਦੇਖਣਾ, ਪਰੇਸ਼ਾਨੀਆਂ ਬਾਰੇ ਨਹੀਂ ਸੋਚਣਾ, ਆਪਣੇ ਮਾਲਿਕ ਦੀਆਂ ਰਹਿਮਤਾਂ ਬਾਰੇ ਸੋਚਣਾ ਹੈ, ਆਪਣੇ ਮਾਲਿਕ ਦੀਆਂ ਬਖਸ਼ਿਸ਼ਾਂ ਬਾਰੇ ਸੋਚਣਾ ਹੈ। ਇਹਨੂੰ ਹੀ ਕਹਿੰਦੇ ਸਤ ਗਿਆਨ, ਕਿ ਮੈਨੂੰ ਗਿਆਨ ਹੋ ਗਿਆ ਸੱਤਿਆ ਦਾ, ਕਿ ਮੈਂ ਕੀ ਸੋਚਣਾ ਹੈ, ਕੀ ਨਹੀਂ ਸੋਚਣਾ, ਮੇਰੇ ਅੰਦਰ ਕਿਹੜੀ ਭਾਵਨਾ ਹੋਣੀ ਚਾਹੀਦੀ ਹੈ, ਕਿਹੜੀ ਨਹੀਂ ਹੋਣੀ ਚਾਹੀਦੀ ਹੈ। ਇਹਨੂੰ ਕਹਿੰਦੇ ਮੈਨੂੰ ਆਪਣੇ ਅੰਦਰਲਾ ਗਿਆਨ ਹੋ ਗਿਆ। ਜੇ ਹੁਣ ਮੇਰੇ ਅੰਦਰ ਚੱਲ ਕੀ ਰਿਹਾ ਹੈ, ਨੈਗੇਟਿਵਿਟੀ ਚੱਲ ਰਹੀ ਹੈ, ਬੁਰੀਆਂ ਸੋਚਾਂ ਚੱਲ ਰਹੀਆਂ ਹੈ, ਜਾਂ ਮੇਰੇ ਅੰਦਰ ਆਪਣੇ ਮਾਲਿਕ ਦਾ ਨਾਮ ਚੱਲ ਰਿਹਾ ਹੈ, ਸਿਮਰਨ ਚੱਲ ਰਿਹਾ ਹੈ, ਸ਼ਬਦ ਚੱਲ ਰਿਹਾ ਹੈ, ਆਪਣੇ ਮਾਲਿਕ ਦੀ ਰਹਿਮਤ ਦਾ ਵਿਸ਼ਵਾਸ ਚੱਲ ਰਿਹਾ ਹੈ, ਆਪਣੇ ਮਾਲਿਕ ਦਾ ਪ੍ਰੇਮ ਚੱਲ ਰਿਹਾ ਹੈ, ਕਿਹੜੀ ਚੀਜ਼ ਮੇਰੇ ਅੰਦਰ ਚੱਲ ਰਹੀ ਹੈ? ਜਦੋਂ ਇਹ ਚੀਜ਼ ਨੂੰ ਅਸੀਂ ਦੇਖਣਾ ਸ਼ੁਰੂ ਕਰ ਦਿੱਤਾ ਤਾਂ ਸਾਨੂੰ ਆਪਣੇ ਅੰਦਰ ਦਾ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਅੰਦਰ ਆਪਣੇ ਅੰਦਰਲਾ ਗਿਆਨ, ਇਹਨੂੰ ਸਮਝ, ਔਰ ਇਹਦਾ ਮਤਲਬ ਦੇਖ ਤੇਰੇ ਅੰਦਰ ਕਚਰਾ ਹੈ, ਨੈਗੇਟਿਵਿਟੀ ਹੈ, ਬੇਵਿਸ਼ਵਾਸੀ ਹੈ, ਤੇਰੇ ਅੰਦਰ ਅਸ਼ਰਦਾ ਹੈ, ਤੇਰੇ ਅੰਦਰ ਨਫ਼ਰਤ ਹੈ, ਤੇਰੇ ਅੰਦਰ ਕੀ ਹੈ? ਅਗਰ ਇਹ ਕਚਰਾ ਹੈ ਤਾਂ ਇਹਨੂੰ ਸਾਫ਼ ਕਰ ਦੇ। ਹੁਣ ਲਿਆ ਆਪਣੇ ਅੰਦਰ ਵਿਸ਼ਵਾਸ ਨੂੰ, ਲਿਆ ਆਪਣੇ ਅੰਦਰ ਯਕੀਨ ਨੂੰ, ਲਿਆ ਆਪਣੇ ਅੰਦਰ ਪਿਆਰ ਨੂੰ, ਭਰੋਸੇ ਨੂੰ, ਆਪਣੀ ਮਾਲਿਕ ਦੀ ਰਹਿਮਤ ਨੂੰ, ਆਪਣੇ ਮਾਲਿਕ ਦੇ ਪ੍ਰੇਮ ਨੂੰ ਅੰਦਰ ਲਿਆ। ਕਿਉਂਕਿ ਜਦੋਂ ਵਿਸ਼ਵਾਸ, ਪ੍ਰੇਮ, ਸ਼ਰਧਾ ਤੇਰੇ ਅੰਦਰ ਆ ਗਈ ਤਾਂ ਇਹਦਾ ਮਤਲਬ ਤੂੰ ਜਾਣ ਲਿਆ ਕਿ ਮੇਰੇ ਅੰਦਰ ਕੀ ਸਹੀ ਸੀ, ਕੀ ਗਲਤ ਸੀ। ਹੁਣ ਗਲਤ ਨੂੰ ਹਟਾ ਕੇ ਮੈਂ ਸਹੀ ਨੂੰ ਲਿਆਂਦਾ, ਔਰ ਜਦੋਂ ਅੰਦਰ ਸਹੀ ਆ ਗਿਆ ਤਾਂ ਬਾਹਰੋਂ ਵੀ ਸਹੀ એનર્ਜੀ ਸਾਡੇ ਵੱਲ ਆਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਫਿਰ ਇੱਕ ਵਾਰ ਕਹਾਂਗੇ ਕਿ ਹਰੇਕ ਚੀਜ਼ ਆਪਣੇ ਵਰਗੀ ਚੀਜ਼ ਨੂੰ ਆਪਣੀ ਤਰਫ ਖਿੱਚਦੀ ਹੈ। ਬੋਲੋ ਹੁੰਦਾ ਹੈ ਕਿ ਨਹੀਂ? ਤਾਂ ਹੀ ਤਾਂ ਅਸੀਂ ਪਹਿਲਾਂ ਹੀ ਦੱਸਿਆ, ਜੁਆਰੀ ਹਮੇਸ਼ਾ ਜੁਆਰੀ ਵੱਲ ਹੀ ਜਾਣਗੇ, ਸ਼ਰਾਬੀ ਹਮੇਸ਼ਾ ਸ਼ਰਾਬੀਆਂ ਵੱਲ ਹੀ ਜਾਣਗੇ, ਸਤਸੰਗੀ ਹਮੇਸ਼ਾ ਸਤਸੰਗੀਆਂ ਵੱਲ ਹੀ ਜਾਣਗੇ। ਜਿਹਦਾ ਮਨ ਕੱਪੜੇ ਤੇ ਹੈ ਉਹ ਹਮੇਸ਼ਾ ਕੱਪੜੇ ਦੀ ਦੁਕਾਨ ਦੀ ਤਰਫ ਜਾਏਗਾ, ਤਾਂ ਜਿਹਦੇ ਮਨ 'ਚ ਭੋਜਨ ਦੀ ਸੋਚ ਹਮੇਸ਼ਾ ਰੈਸਟੋਰੈਂਟ ਦੀ ਤਰਫ ਜਾਏਗਾ ਜਿੱਥੋਂ ਭੋਜਨ ਮਿਲਣਾ ਹੈ। ਕਿਉਂਕਿ ਜਿੱਧਰ ਸਾਡੀ ਸੋਚ ਹੁੰਦੀ ਹੈ ਸਾਡੇ ਪੈਰ ਉਧਰ ਹੀ ਤੁਰ ਪੈਂਦੇ, ਉਹੀ ਚੀਜ਼ ਸਾਡੇ ਜੀਵਨ 'ਚ ਆ ਜਾਂਦੀ ਹੈ। ਆਪਣੀ ਸੋਚ ਨੂੰ ਆਪਣੇ ਮਾਲਿਕ ਦੀ ਰਹਿਮਤ ਦੀ ਤਰਫ ਰੱਖੀਏ, ਆਪਣੇ ਮਾਲਿਕ ਦੇ ਵਿਸ਼ਵਾਸ ਦੀ ਤਰਫ ਰੱਖੀਏ, ਤਾਂ ਸਾਡੇ ਜੀਵਨ 'ਚ ਮਾਲਿਕ ਦੀਆਂ ਰਹਿਮਤਾਂ ਆਣੀਆਂ ਸ਼ੁਰੂ ਹੋ ਜਾਣਗੀਆਂ, ਸਾਡੇ ਜੀਵਨ 'ਚ ਖੁਸ਼ੀਆਂ ਆਣੀਆਂ ਸ਼ੁਰੂ ਹੋ ਜਾਣਗੀਆਂ, ਸਾਡੇ ਜੀਵਨ 'ਚ ਆਨੰਦ ਆਣਾ ਸ਼ੁਰੂ ਹੋ ਜਾਏਗਾ। ਹੁਣ ਤੁਹਾਨੂੰ ਕੀ ਚਾਹੀਦਾ ਆਪਣੇ ਜੀਵਨ 'ਚ? ਜਵਾਬ ਦੇ ਦਿਓ ਸਾਨੂੰ। ਖੁਸ਼ੀ ਚਾਹੀਦੀ ਹੈ, ਕਾਮਯਾਬੀ ਚਾਹੀਦੀ ਹੈ, ਸਫਲਤਾ ਚਾਹੀਦੀ ਹੈ, ਤੰਦਰੁਸਤੀ ਚਾਹੀਦੀ ਹੈ, ਬਰਕਤ ਚਾਹੀਦੀ ਹੈ, ਮਾਲਿਕ ਦੀ ਰਹਿਮਤ ਚਾਹੀਦੀ ਹੈ, ਤਾਂ ਫਿਰ ਹੁਣ ਤੁਸੀਂ ਦੇਖ ਲਓ ਆਪਣੀ ਸੁਰਤੀ ਅਸੀਂ ਕਿੱਧਰ ਰੱਖਣੀ ਹੈ। ਹਰ ਵੇਲੇ ਸਾਡੇ ਅੰਦਰ ਗੱਲ ਕਿਹੜੀ ਚੱਲਣੀ ਚਾਹੀਦੀ ਹੈ, ਸਾਡੀ ਜ਼ੁਬਾਨ ਤੇ ਬੋਲ ਕਿਹੜੇ ਹੋਣੇ ਚਾਹੀਦੇ ਹੈ? ਬੋਲੋ, ਸਮਝਦੇ ਹੋ? ਇਸ ਲਈ ਜੇ ਅਸੀਂ ਚਾਹੁੰਦੇ ਹਾਂ ਮੇਰੇ ਜੀਵਨ 'ਚ ਕੋਈ ਦੁੱਖ, ਕੋਈ ਦਰਦ, ਕੋਈ ਪੀੜਾ ਨਾ ਰਵੇ, ਕੋਈ ਬਿਮਾਰੀ ਨਾ ਰਵੇ, ਤਾਂ ਅੱਜ ਤੋਂ ਬਿਮਾਰੀ ਨੂੰ ਭੁੱਲ ਜਾਓ, ਇਗਨੋਰ ਕਰਨਾ ਸ਼ੁਰੂ ਕਰ ਦਿਓ। ਤਾਂ ਜਿੱਦਾਂ ਦੱਸਿਆ ਕਿ ਜਿਹਦੇ ਵੱਲ ਅਸੀਂ ਧਿਆਨ ਨਹੀਂ ਦਿੰਦੇ ਉਹ ਬਹੁਤਾ ਚਿਰ ਸਾਡੇ ਨਾਲ ਚੱਲ ਹੀ ਨਹੀਂ ਸਕਦਾ। ਉਹਨਾਂ ਕਹਿਣਾ ਤਾਂ ਮੇਰਾ ਧਿਆਨ ਹੀ ਨਹੀਂ ਦਿੰਦਾ। ਬੋਲੋ, ਸਮਝਦੇ ਹੋ ਕਿ ਨਹੀਂ? ਖਾਸ ਤੋਂ ਖਾਸ ਰਿਸ਼ਤੇਦਾਰ ਵੀ ਜੇ ਤੁਹਾਡੇ ਨਾਲ ਸਫ਼ਰ ਕਰੇ ਨਾ, ਸਫ਼ਰ ਕਰੇ, ਫਰਜ਼ ਕਰੋ ਬੰਦਾ ਕਹਿੰਦਾ ਮੈਂ ਚੰਡੀਗੜ੍ਹ ਜਾਣਾ ਹੈ, ਸਫ਼ਰ ਹੈ 2.5 ਘੰਟੇ ਦਾ ਇੱਥੋਂ। ਹੁਣ ਬੰਦਾ ਸਫ਼ਰ ਕਰੇ, ਤੁਸੀਂ ਉਹਦੇ ਨਾਲ ਦੇਖੋ ਹੀ ਨਾ, ਉਹਦੇ ਨੂੰ ਬੋਲੋ ਹੀ ਨਾ। ਅਗਲੀ ਵਾਰ ਨੂੰ ਰਿਸ਼ਤੇਦਾਰ ਨੇ ਕੀ ਕਹਿਣਾ, ਭਾਈ ਤੇਰੇ ਨਾਲ ਨਹੀਂ ਜਾਣਾ, ਤੂੰ ਤਾਂ ਸਾਰਾ ਸਫ਼ਰ ਮੇਰੇ ਨਾਲ ਦੇਖਿਆ ਨਹੀਂ, ਮੇਰੇ ਨਾਲ ਗੱਲ ਹੀ ਨਹੀਂ ਕੀਤੀ, ਮੇਰੇ ਨਾਲ ਧਿਆਨ ਹੀ ਨਹੀਂ ਦਿੱਤਾ, ਮੈਂ ਤੇਰੇ ਨਾਲ ਤੁਰਨਾ ਹੀ ਨਹੀਂ ਹੈ, ਭੁੱਲ ਹੋ ਗਈ ਮੇਰੇ ਕੋਲ ਤੇਰੇ ਨਾਲ ਆ ਕੇ। ਦੁਬਾਰਾ ਕਦੀ ਉਹ ਤੁਹਾਡੇ ਨਾਲ ਚੱਲਣ ਨੂੰ ਤਿਆਰ ਨਹੀਂ ਹੋਏਗਾ। ਤਾਂ ਜੇ ਤੁਸੀਂ ਰਸਤੇ ਜਾਂਦੇ ਜਾਂਦੇ ਕਿਤੇ ਢਾਬਾ ਆ ਗਿਆ, ਲੈ ਭਾਈ ਚਾਹ ਪੀ ਲਾ, ਲੈ ਭਾਈ ਆਲੂ ਵਾਲੇ ਪਰੌਂਠੇ ਖਾ ਲੈ, ਆ ਗੋਭੀ ਵਾਲਾ ਪਰੌਂਠਾ ਖਾ, ਆ ਰਸਤੇ ਚੱਲ ਆਹ ਪੀਂਦੇ ਆ, ਕੌਫੀ ਪੀਂਦੇ ਆ, ਲੱਸੀ ਪੀ ਲੈ। ਤੁਸੀਂ ਚੰਡੀਗੜ੍ਹ ਜਾਂਦੇ 10 ਜਗ੍ਹਾ ਰੋਕ ਕੇ ਉਹਨੂੰ ਖਿਲਾਉਂਦੇ ਜਾਂਦੇ ਹੋ, ਉਹਦੀ ਸੇਵਾ ਕਰਦੇ ਜਾਂਦੇ ਹੋ, ਉਹਦੇ ਨਾਲ ਗੱਲਾਂ ਕਰਦੇ ਜਾਂਦੇ ਹੋ, ਤਾਂ ਅਗਲੀ ਵਾਰ ਨੂੰ ਨਾ ਕਹਿਣਾ ਹੁਣ ਅਗਲੀ ਵਾਰ ਨੂੰ ਕਦੋਂ ਜਾਣਾ ਹੈ? 2 ਦਿਨ ਪਹਿਲੇ ਹੀ ਦੱਸਦੀ ਮੈਂ ਜ਼ਰੂਰ ਜਾਣਾ ਤੇਰੇ ਨਾਲ, ਕਿਉਂਕਿ ਬੜੀ ਸੇਵਾ ਹੁੰਦੀ ਹੈ। ਹਮੇਸ਼ਾ ਉਹੀ ਸਾਡੇ ਨਾਲ ਤੁਰਨ ਨੂੰ ਤਿਆਰ ਹੁੰਦਾ ਜਿਹਦੇ ਵੱਲ ਧਿਆਨ ਅਸੀਂ ਜ਼ਿਆਦਾ ਦਿੰਦੇ ਆ।
ਜਿਹਦੇ ਨਾਲ ਧਿਆਨ ਹੀ ਨਾ ਦਈਏ ਉਹ ਚੀਜ਼ ਕਦੀ ਸਾਡੇ ਨਾਲ ਚੱਲਣ ਨੂੰ ਤਿਆਰ ਹੀ ਨਹੀਂ ਹੁੰਦੀ। ਅੱਜ ਬੰਦਾ ਕਹਿੰਦਾ ਮੇਰੇ ਨਾਲ ਦੁੱਖ ਹੀ ਚੱਲ ਰਿਹਾ ਹੈ, ਮਾਲਕ ਦੀ ਰਹਿਮਤ ਕਿਉਂ ਨਹੀਂ ਚੱਲਦੀ, ਮਾਲਕ ਦੀ ਕਿਰਪਾ ਕਿਉਂ ਨਹੀਂ ਚੱਲਦੀ, ਇਹ ਮਾਲਕੋ ਤੁਸੀਂ ਕਿਉਂ ਨਹੀਂ ਚੱਲਦੇ? ਫਿਰ ਸਾਨੂੰ ਪੁੱਛਣਾ ਪੈਂਦਾ ਭਾਈ ਤੇਰਾ ਧਿਆਨ ਕਿੱਥੇ ਹੈ? ਮਾਲਕ ਵੱਲ ਧਿਆਨ ਦੇਏਗਾ, ਮਾਲਕ ਦੀ ਰਹਿਮਤ ਵੱਲ ਧਿਆਨ ਦੇਏਗਾ ਤਾਂ ਫੇਰ ਹੀ ਮਾਲਕ ਦੀ ਰਹਿਮਤ ਚਲੇਗੀ। ਹਰ ਜਗ੍ਹਾ ਰੁਕੇਗਾ ਆਪਣੇ ਮਾਲਿਕ ਦੇ ਨਾਮ ਦੇ ਨਾਲ, ਚਲੇਗਾ ਆਪਣੇ ਮਾਲਿਕ ਨੂੰ ਯਾਦ ਕਰਕੇ। ਹਰ ਵੇਲੇ ਤੇਰਾ ਧਿਆਨ ਮਾਲਿਕ ਵੱਲ ਹੋਏਗਾ ਤਾਂ ਮਾਲਿਕ ਨੇ ਵੀ ਕਹਿਣਾ ਇਹਦਾ ਧਿਆਨ ਮੇਰੇ ਵੱਲ ਬਹੁਤ ਹੈ, ਇਹ ਬੜਾ ਮੇਰੇ ਨਾਲ ਪਿਆਰ ਕਰਦਾ, ਹੁਣ ਹਰ ਵੇਲੇ ਮੈਂ ਇਹਦੇ ਨਾਲ ਜਾਣਾ ਹੈ। ਤਾਂ ਜੇ ਆਪਣੇ ਮਾਲਿਕ ਵੱਲ ਧਿਆਨ ਹੀ ਨਾ ਦੇਵਾਂਗੇ, ਧਿਆਨ ਹੀ ਦੁੱਖਾਂ ਵੱਲ ਰੱਖਾਂਗੇ ਤਾਂ ਦੁੱਖਾਂ ਨੇ ਕੀ ਕਹਿਣਾ, ਭਾਈ ਸਾਡਾ ਬੜਾ ਧਿਆਨ ਰੱਖਦਾ ਹੈ। ਹੁਣ ਤਾਂ ਅਸੀਂ ਕਦੀ ਇਹਦਾ ਪਿੱਛਾ ਛੱਡਣਾ ਹੀ ਨਹੀਂ ਹੈ, ਜਿੱਥੇ ਵੀ ਜਾਏਗਾ ਨਾਲ ਹੀ ਜਾਣਾ ਹੈ, ਸੌਂਗਾ ਤਾਂ ਨਾਲ, ਜਾਗੂਗਾ ਤਾਂ ਨਾਲ, ਹਰ ਜਗ੍ਹਾ ਨਾਲ ਹੀ ਰਹਿਣਾ ਹੈ। ਤਾਂ ਹੁਣ ਇਹ ਤੁਹਾਡੇ ਤੇ ਹੈ ਕਿ ਤੁਸੀਂ ਦੁੱਖਾਂ ਦਾ ਸਾਥ ਚਾਹੁੰਦੇ ਹੋ, ਦੁੱਖਾਂ ਨੂੰ ਆਪਣੇ ਨਾਲ ਤੋਰਨਾ ਚਾਹੁੰਦੇ ਹੋ, ਜਾਂ ਆਪਣੇ ਮਾਲਿਕ ਦੀ ਰਹਿਮਤ ਨੂੰ ਆਪਣੇ ਨਾਲ ਤੋਰਨਾ ਚਾਹੁੰਦੇ ਹੋ, ਆਪਣੇ ਮਾਲਿਕ ਨੂੰ ਆਪਣੇ ਨਾਲ ਚਲਾਉਣਾ ਚਾਹੁੰਦੇ ਹੋ। ਇਹ ਹੁਣ ਤੁਸੀਂ ਫੈਸਲਾ ਕਰਨਾ ਹੈ ਕਿ ਮੈਂ ਜਿਹਨੂੰ ਆਪਣੇ ਨਾਲ ਤੋਰਨਾ ਚਾਹੁੰਦਾ ਹਾਂ, ਜਿਹਨੂੰ ਆਪਣੇ ਨਾਲ ਚਲਾਉਣਾ ਚਾਹੁੰਦਾ ਹਾਂ, ਅੱਜ ਤੋਂ ਮੈਂ ਧਿਆਨ ਵੀ ਉੱਧਰ ਰੱਖਣਾ ਸ਼ੁਰੂ ਕਰ ਦੇਣਾ। ਜੇ ਸਾਡੇ ਮਨ 'ਚ ਸੋਚ ਹੈ ਕਿ ਇੱਥੋਂ ਅਸੀਂ ਸਤਸੰਗ 'ਚ ਉੱਠ ਕੇ ਜਾਈਏ ਤਾਂ ਹਰ ਕਦਮ ਤੇ ਮੇਰਾ ਮਾਲਿਕ ਮੇਰੇ ਨਾਲ ਹੋਵੇ, ਮੇਰੇ ਮਾਲਿਕ ਦੀ ਰਹਿਮਤ ਮੇਰੇ ਨਾਲ ਹੋਵੇ, ਮੇਰਾ ਮਾਲਿਕ ਹਰ ਜਗ੍ਹਾ ਮੇਰੀ ਰੱਖਿਆ ਕਰੇ, ਤਾਂ ਫਿਰ ਇਹ ਵਿਸ਼ਵਾਸ ਨਾਲ ਇੱਥੋਂ ਉੱਠ ਕੇ ਜਾਣਾ ਹੈ ਕਿ ਮੈਂ ਵਿਸ਼ਵਾਸ ਕਰਦਾ ਹਾਂ ਕਿ ਮੇਰਾ ਮਾਲਿਕ ਮੇਰੇ ਨਾਲ ਹੈ, ਮੈਂ ਵਿਸ਼ਵਾਸ ਕਰਦਾ ਹਾਂ ਕਿ ਮੇਰੇ ਮਾਲਿਕ ਦੀ ਰਹਿਮਤ ਮੇਰੇ ਨਾਲ ਹੈ, ਮੈਂ ਵਿਸ਼ਵਾਸ ਕਰਦਾ ਹਾਂ ਕਿ ਮੇਰਾ ਮਾਲਿਕ ਹਰ ਜਗ੍ਹਾ ਮੇਰੀ ਰੱਖਿਆ ਕਰੇਗਾ, ਮੈਂ ਵਿਸ਼ਵਾਸ ਕਰਦਾ ਮੇਰਾ ਮਾਲਿਕ ਹਰ ਜਗ੍ਹਾ ਮੈਨੂੰ ਕਾਮਯਾਬੀ ਦੇਵੇਗਾ, ਮੈਂ ਵਿਸ਼ਵਾਸ ਰੱਖਦਾ ਕਿ ਮੇਰਾ ਮਾਲਿਕ ਮੇਰੇ ਸਾਰੇ ਦੁੱਖਾਂ ਨੂੰ ਦੂਰ ਕਰੇਗਾ। ਮੈਨੂੰ ਵਿਸ਼ਵਾਸ ਹੈ ਆਪਣੇ ਮਾਲਿਕ ਦੀ ਰਹਿਮਤ ਤੇ, ਮੈਨੂੰ ਵਿਸ਼ਵਾਸ ਹੈ ਆਪਣੇ ਮਾਲਿਕ ਦੀ ਰਹਿਮਤ ਤੇ, ਮੈਨੂੰ ਪ੍ਰੇਮ ਹੈ ਆਪਣੇ ਮਾਲਿਕ ਦੇ ਨਾਲ, ਮੈਨੂੰ ਪਿਆਰ ਹੈ ਆਪਣੇ ਮਾਲਿਕ ਦੇ ਨਾਲ। ਜਦੋਂ ਇਹ ਸੋਚਾਂ ਸੋਚਦੇ ਜਾਓਗੇ ਤਾਂ ਜੋ ਸੋਚਦੇ ਜਾਓਗੇ ਉਹੀ ਅੱਗੇ ਤੁਹਾਨੂੰ ਮਿਲਦਾ ਚਲਾ ਜਾਏਗਾ, ਉਹੀ ਤੁਹਾਨੂੰ ਹਾਸਲ ਹੁੰਦਾ ਚਲਾ ਜਾਏਗਾ। ਇਸ ਲਈ ਤੁਸੀਂ ਦੇਖਣਾ ਹੈ ਮੈਂ ਕਿਹੜੀ ਚੀਜ਼ ਨੂੰ ਨਾਲ ਲੈ ਕੇ ਚੱਲਣਾ ਹੈ, ਮੈਂ ਨੈਗੇਟਿਵਿਟੀ ਨੂੰ ਲੈ ਕੇ ਚੱਲਣਾ ਹੈ, ਦੁੱਖਾਂ ਨੂੰ ਲੈ ਕੇ ਚੱਲਣਾ ਹੈ, ਜਾਂ ਖੁਸ਼ੀਆਂ ਨੂੰ ਲੈ ਕੇ ਚੱਲਣਾ ਹੈ, ਪੋਜ਼ਿਟਿਵਿਟੀ ਨੂੰ ਲੈ ਕੇ ਚੱਲਣਾ, ਆਪਣੇ ਮਾਲਿਕ ਦੀ ਰਹਿਮਤ ਨੂੰ ਲੈ ਕੇ ਚੱਲਣਾ ਹੈ। ਇਸ ਲਈ ਤੁਹਾਡੇ ਜੀਵਨ ਦੀਆਂ ਸਾਰੀਆਂ ਤਕਲੀਫਾਂ ਦੁੱਖਾਂ ਦੀ ਇਹ ਦੁਆ ਦੱਸ ਰਹੇ ਹਾਂ ਤੁਹਾਨੂੰ, ਪਹਿਲਾਂ ਹੀ ਦੱਸਿਆ ਇੱਕ ਔਸ਼ਧੀ, ਇੱਕ ਦਵਾਈ ਦੇਣੀ ਹੈ ਤੁਹਾਨੂੰ ਕਿ ਜਿਹਦੇ ਨਾਲ ਤੁਹਾਡੇ ਕਈ ਦੁੱਖ, ਕਈ ਪਰੇਸ਼ਾਨੀਆਂ, ਕਈ ਤਕਲੀਫਾਂ ਦੂਰ ਹੋ ਜਾਣੀਆਂ। ਬੋਲੋ ਸਮਝਦੇ ਹੋ ਆਪਣੇ? ਹੁਣ ਜਦੋਂ ਇਨਸਾਨ ਮਾਲਿਕ ਦੇ ਨਾਮ ਦੀ ਨਿਆਜ਼ ਦਿੰਦਾ ਹੈ ਤਾਂ ਉਹ ਤੇ ਰਹਿਮਤ ਕਿਉਂ ਹੁੰਦੀ ਹੈ? ਕਿਉਂਕਿ ਜਦੋਂ ਨਿਆਜ਼ ਦਿੰਦਾ ਹੈ ਤਾਂ ਉਹਦੀ ਸੁਰਤੀ ਕਿੱਧਰ ਜੁੜ ਜਾਂਦੀ ਹੈ ਕਿ ਮੈਂ ਮਾਲਿਕ ਦੀ ਨਿਆਜ਼ ਦਿੱਤੀ ਹੈ ਤਾਂ ਹੁਣ ਨਿਆਜ਼ ਡੁੱਬੇ ਵੇੜੇ ਬੰਨੇ ਲਾ ਦਿੰਦੀ ਹੈ। ਮਾਈ ਰੂੜੀ ਦੇ 12 ਸਾਲਾਂ ਦੇ ਡੁੱਬੇ ਵੇੜੇ ਨਿਆਜ਼ ਨੇ ਹੀ ਬੰਨੇ ਲਾਏ ਸੀ, ਕਿਉਂਕਿ ਹਜ਼ੂਰ ਗੌਸ ਦੇ ਨਾਮ ਦੀ ਜਦੋਂ ਮਾਈ ਰੂੜੀ ਨੇ ਨਿਆਜ਼ ਦਿੱਤੀ, ਹਜ਼ੂਰ ਨੇ 12 ਸਾਲ ਦੇ ਡੁੱਬੇ ਵੇੜੇ ਬੰਨੇ ਲਾ ਦਿੱਤੇ। ਤਾਂ ਉਸ ਵੇਲੇ ਜਦੋਂ ਇਨਸਾਨ ਹਜ਼ੂਰ ਦੇ ਨਾਮ ਦੀ ਖੁਸ਼ੀ ਦੀ ਨਿਆਜ਼ ਦਿੰਦਾ ਹੈ, ਵਿਸ਼ਵਾਸ ਦੇ ਨਾਲ ਦਿੰਦਾ ਹੈ, ਤਾਂ ਉਸ ਲਈ ਉਹਦਾ ਕਨੈਕਸ਼ਨ ਕਿੱਧਰ ਜੁੜ ਜਾਂਦਾ ਹੈ? ਉਹਦੀਆਂ ਰਹਿਮਤਾਂ ਦੇ ਨਾਲ, ਕਿ ਮੈਂ ਨਿਆਜ਼ ਦਿੱਤੀ ਹੈ ਤਾਂ ਮੇਰੇ ਤੇ ਰਹਿਮਤ ਹੋਏਗੀ। ਹੁਣ ਸੁਰਤੀ ਰਹਿਮਤ ਨਾਲ ਜੁੜ ਗਈ ਤਾਂ ਰਹਿਮਤ ਹੋ ਵੀ ਜਾਂਦੀ ਹੈ। ਤਾਂ ਹੀ ਤਾਂ ਕਿਹਾ ਜਾਂਦਾ ਹੈ ਕੁਝ ਚੀਜ਼ਾਂ ਹੈ ਜਿਹਦੇ ਨਾਲ ਜੁੜ ਕੇ ਅਸੀਂ ਉਹਦੀਆਂ ਰਹਿਮਤਾਂ ਨੂੰ ਬੜੀ ਆਸਾਨੀ ਨਾਲ ਪ੍ਰਾਪਤ ਕਰ ਲੈਂਦੇ ਹਾਂ। ਜੇ ਤਾਂ ਬੰਦੇ ਨੂੰ ਪਤਾ ਪਿਆਸ ਲੱਗੀ ਹੈ ਤਾਂ ਪਾਣੀ ਪੀ ਕੇ ਹੀ ਪਿਆਸ ਬੁਝਣੀ ਹੈ, ਭੁੱਖ ਲੱਗੀ ਹੈ ਤਾਂ ਰੋਟੀ ਖਾ ਕੇ ਭੁੱਖ ਮਿਟਣੀ ਹੈ, ਰਹਿਮਤ ਚਾਹੀਦੀ ਹੈ ਤਾਂ ਹਜ਼ੂਰ ਦੀ ਨਿਆਜ਼ ਦੇ ਕੇ ਮੈਂ ਉਹਦੀਆਂ ਰਹਿਮਤਾਂ ਨੂੰ ਪ੍ਰਾਪਤ ਕਰ ਸਕਦਾ ਹਾਂ। ਕਿਉਂਕਿ ਇੱਕ ਚਾਬੀ ਹੁੰਦੀ ਹੈ, ਪਿਆਸ ਨੂੰ ਬੁਝਾਉਣ ਦੀ ਚਾਬੀ ਪਾਣੀ, ਭੁੱਖ ਨੂੰ ਮਿਟਾਉਣ ਦੀ ਚਾਬੀ ਭੋਜਨ, ਤਾਂ ਰਹਿਮਤਾਂ ਨੂੰ ਪ੍ਰਾਪਤ ਕਰਨ ਦੀ ਚਾਬੀ ਉਹਦੇ ਨਾਮ ਦੀ ਨਿਆਜ਼। ਕਿਉਂਕਿ ਸੁਰਤੀ ਜੁੜ ਜਾਂਦੀ ਹੈ ਉਸ ਮਾਲਿਕ ਦੇ ਨਾਲ, ਭਾਵਨਾ ਜੁੜ ਜਾਂਦੀ ਹੈ। ਇਸ ਲਈ ਅੱਜ ਅਗਰ ਤੁਸੀਂ ਵਿਸ਼ਵਾਸ ਦੇ ਨਾਲ ਮਾਲਿਕ ਦੀ ਰਹਿਮਤ ਨੂੰ ਨਾਲ ਲੈ ਕੇ ਚੱਲਦੇ ਹੋ ਤਾਂ ਫਿਰ ਤੁਸੀਂ ਹਰ ਜਗ੍ਹਾ ਉਹਦੀ ਰਹਿਮਤ ਨੂੰ ਮਹਿਸੂਸ ਵੀ ਕਰੋਗੇ ਔਰ ਆਪਣੇ ਜੀਵਨ 'ਚ ਬਦਲਾਅ ਵੀ ਦੇਖੋਗੇ। ਪਰ ਸ਼ਰਤ ਇਹੀ ਹੈ ਕਿ ਦੁੱਖਾਂ ਵੱਲ ਧਿਆਨ ਜਾਣਾ ਨਹੀਂ ਚਾਹੀਦਾ। ਪਰ ਜੇ ਇਨਸਾਨ ਸੋਚੇ ਕਿ ਪਤਾ ਨਹੀਂ ਮੇਰੇ ਤੇ ਕਿਰਪਾ ਹੋਣੀ ਜਾਂ ਨਹੀਂ ਹੋਣੀ, ਦੁੱਖ ਬਹੁਤ ਬੜਾ ਹੈ, ਇਹ ਤਾਂ 5 ਸਾਲਾਂ ਦਾ ਦੁੱਖ ਹੈ, ਇਹ ਤਾਂ 14 ਸਾਲਾਂ ਦਾ ਦੁੱਖ ਹੈ, ਇਹ ਤਾਂ 20 ਸਾਲਾਂ ਤੋਂ ਦੁੱਖ ਨੇ ਮੇਰਾ ਪਿੱਛਾ ਨਹੀਂ ਛੱਡਿਆ, ਦੁੱਖ ਬਹੁਤ ਬੜਾ ਹੈ। ਤਾਂ ਹੁਣ ਜ਼ਰਾ ਯਾਦ ਰੱਖੋ, ਜਦੋਂ ਅਸੀਂ ਕਹਿੰਦੇ ਦੁੱਖ 20 ਸਾਲਾਂ ਦਾ ਹੈ, 5 ਸਾਲਾਂ ਦਾ ਹੈ, 6 ਮਹੀਨਿਆਂ ਦਾ ਹੈ, ਜਾਂ ਜਿੰਨੀ ਵੀ ਦੇਰ ਦਾ ਹੈ, ਜਦੋਂ ਅਸੀਂ ਕਹਿੰਦੇ ਬਹੁਤ ਬੜਾ ਹੈ ਤਾਂ ਅਸੀਂ ਕਿਹਨੂੰ ਬੜਾ ਬਣਾਇਆ? ਦੁੱਖ ਨੂੰ। ਪਰ ਜਦੋਂ ਅਸੀਂ ਕਹਿੰਦੇ ਆ 6 ਮਹੀਨੇ ਦਾ ਕੀ, ਉਹ 60 ਸਾਲ ਦਾ ਦੁੱਖ ਵੀ ਹੋਵੇ। ਹੁਣ ਇੱਕ ਕਮਰੇ 'ਚ 60 ਸਾਲ ਤੋਂ ਅੰਧੇਰਾ ਹੈ, ਇੱਕ ਕਮਰੇ 'ਚ 60 ਸਾਲ ਤੋਂ ਅੰਧੇਰਾ ਹੈ, ਤਾਂ ਜ਼ਰਾ ਜਵਾਬ ਦਿਓ ਸਾਨੂੰ ਕਿ ਉਹ ਅੰਧੇਰੇ ਨੂੰ ਦੂਰ ਕਰਨ ਵਾਸਤੇ ਕਿੰਨੀ ਦੇਰ ਲੱਗਣੀ ਹੈ? ਅਗਰ ਉੱਥੇ ਚਿਰਾਗ ਜਗਾ ਦਿੱਤਾ ਜਾਵੇ 60 ਸਾਲ ਲੱਗਣਗੇ? ਜ਼ਰਾ ਸੋਚੋ ਕਿ 60 ਸਾਲ ਤੋਂ ਕਮਰੇ 'ਚ ਲਾਈਟ ਨਹੀਂ ਜਗੀ,
60 ਸਾਲ ਤੋਂ ਅੰਧੇਰਾ ਹੈ ਤਾਂ ਹੁਣ 60 ਸਾਲ ਹੀ ਲੱਗਣਗੇ ਅੰਧੇਰੇ ਨੂੰ ਦੂਰ ਕਰਨ ਵਾਸਤੇ, ਕਿਉਂਕਿ ਇੱਥੇ 60 ਸਾਲ ਪਹਿਲਾਂ ਚਿਰਾਗ ਜਗਾਉਣਾ ਪੈਣਾ, ਦੀਵਾ ਕਰਨਾ ਪੈਣਾ ਹੈ, ਲਾਈਟ ਜਗਾਣੀ ਪੈਣੀ ਹੈ, ਫਿਰ ਜਾ ਕੇ ਅੰਧੇਰਾ ਦੂਰ ਹੋਣਾ। ਨਹੀਂ, ਲਾਈਟ ਦੇ ਜਗਦਿਆਂ ਹੀ ਉਹ 60 ਸਾਲਾਂ ਦਾ ਅੰਧਕਾਰ ਵੀ ਇੱਕ ਸੈਕਿੰਡ 'ਚ ਹੀ ਦੂਰ ਹੋ ਜਾਂਦਾ ਹੈ। ਤੁਸੀਂ ਆਪਣੇ ਕਮਰਿਆਂ ਨੂੰ ਬੰਦ ਕਰਕੇ, ਘਰ ਨੂੰ ਲੌਕ ਲਾ ਕੇ ਕਿਤੇ ਰਿਸ਼ਤੇਦਾਰਾਂ ਕੋਲ ਚਲੇ ਜਾਂਦੇ ਹੋ, 2 ਦਿਨ ਬਾਅਦ ਵਿਆਹ ਸ਼ਾਦੀ 'ਚੋਂ ਵਾਪਸ ਆਉਂਦੇ ਹੋ, ਘਰ 'ਚ ਹਨੇਰਾ ਹੈ ਤਾਂ ਆਂਦੇ ਹੀ ਤੁਸੀਂ ਬਟਨ ਦਬਾਉਂਦੇ ਹੋ ਤਾਂ ਨਾਲ ਹੀ ਹਨੇਰਾ ਦੂਰ ਹੋ ਜਾਂਦਾ। ਘਰ ਇਹ ਨਹੀਂ ਕਹਿੰਦਾ ਓਏ 2 ਦਿਨ ਤੋਂ ਮੇਰੇ 'ਚ ਹਨੇਰਾ ਹੈ, ਪਹਿਲਾਂ ਹੁਣ 2 ਦਿਨ ਬਹਿ ਕੇ ਬਟਨ ਹੀ ਦਬਾ ਫਿਰ ਅੰਧੇਰਾ ਦੂਰ ਹੋਣਾ ਹੈ। ਨਹੀਂ, ਕਿਉਂਕਿ ਅੰਧੇਰਾ ਚਾਹੇ ਹੋਵੇ 1 ਦਿਨ ਦਾ, ਅੰਧੇਰਾ ਹੋਵੇ ਚਾਹੇ 10 ਦਿਨ ਦਾ, ਅੰਧੇਰਾ ਹੋਵੇ 10 ਸਾਲ ਦਾ, ਲਾਈਟ ਦੇ ਜਗਦਿਆਂ ਹੀ ਉਹ ਖਤਮ। ਇਹੀ ਤਾਂ ਮਾਲਿਕ ਦੀ ਰਹਿਮਤ ਹੈ। ਤੁਸੀਂ ਜਦੋਂ ਕਹਿੰਦੇ ਹੋ ਮੇਰਾ ਦੁੱਖ ਬਹੁਤ ਪੁਰਾਣਾ, ਤਾਂ ਤੁਸੀਂ ਆਪਣੇ ਦੁੱਖਾਂ ਦੇ ਅੰਧੇਰੇ ਨੂੰ ਬਹੁਤ ਬੜਾ ਕਰ ਦਿੰਦੇ ਹੋ। ਪਰ ਇੱਥੇ ਕੀ ਚਾਹੀਦਾ ਹੈ ਕਿ ਹੋਵੇ ਮੇਰਾ ਦੁੱਖ ਜਿੰਨਾ ਮਰਜ਼ੀ ਪੁਰਾਣਾ, 10 ਸਾਲ ਪੁਰਾਣਾ ਹੋਵੇ, 15 ਸਾਲ ਪੁਰਾਣਾ ਹੋਵੇ, 20 ਸਾਲ ਪੁਰਾਣਾ ਹੋਵੇ, ਪਰ ਜਿੱਦਾਂ ਹੀ ਮੇਰੇ ਮਾਲਿਕ ਦੀ ਰਹਿਮਤ ਦੀ ਰੋਸ਼ਨੀ, ਉਹਦੀ ਕਿਰਪਾ ਦੀ ਰੋਸ਼ਨੀ ਮੇਰੇ ਜੀਵਨ ਚ ਆਣੀ ਹੈ, ਮੇਰਾ 20 ਸਾਲਾਂ ਦਾ 25 ਸਾਲਾਂ ਦਾ ਦੁੱਖ ਵੀ ਇੱਕ ਪਲ ਚ ਦੂਰ ਹੋ ਜਾਣਾ, ਕਿਉਂਕਿ ਮੇਰੇ ਮਾਲਿਕ ਦੀ ਰਹਿਮਤ ਬਹੁਤ ਬੜੀ ਹੈ। ਜਦੋਂ ਅਸੀਂ ਉਹਦੀ ਰਹਿਮਤ ਨੂੰ ਬੜਾ ਕਰ ਦਿੰਦੇ ਆ, ਉਹਦੀ ਬਖਸ਼ਿਸ਼ ਨੂੰ ਬੜਾ ਕਰ ਦਿੰਦੇ ਆ, ਤਾਂ ਬੜੇ ਬੜੇ ਦੁੱਖ ਵੀ ਸਾਡੇ ਛੋਟੇ ਹੋ ਜਾਂਦੇ, ਬੜੀਆਂ ਬੜੀਆਂ ਪਰੇਸ਼ਾਨੀਆਂ ਵੀ ਸਾਡੀਆਂ ਛੋਟੀਆਂ ਹੋ ਜਾਂਦੀਆਂ ਹੈ। ਇਸ ਲਈ ਦੁੱਖ ਕਿੰਨਾ ਬੜਾ ਹੈ ਉਹਦੇ ਵੱਲ ਧਿਆਨ ਨਾ ਦਿਓ। ਹੁਣ ਮਾਲਿਕ ਦੇ ਚਰਨਾਂ 'ਚ ਪਹੁੰਚ ਗਏ ਹੋ ਨਾ, ਹੁਣ ਧਿਆਨ ਦਿਓ ਕਿ ਮੇਰਾ ਮਾਲਿਕ ਕਿੱਡਾ ਬੜਾ ਹੈ, ਮੇਰੇ ਮਾਲਿਕ ਦੀ ਰਹਿਮਤ ਕਿੱਡੀ ਬੜੀ ਹੈ। ਜੇ ਵੱਡ ਆਪ ਤੇ ਵੱਡ ਤੇਰੀ ਦਾਤ, ਇਹ ਇਸ਼ਾਰਾ ਵੀ ਕੀਤਾ ਹੈ। ਮਾਲਿਕ ਯਾਨੀ ਉਹ ਪ੍ਰਮਾਤਮਾ, ਉਹ ਪ੍ਰਭੂ, ਉਹ ਨਿਰੰਕਾਰ, ਉਹਦੀ ਰਹਿਮਤ ਕਿੱਡੀ ਬੜੀ ਹੈ ਜਿਹਦਾ ਕੋਈ ਅੰਤ ਨਹੀਂ ਹੈ। ਉਹਦੀ ਰਹਿਮਤ ਵੱਲ ਧਿਆਨ ਦੇਵਾਂਗੇ ਤਾਂ ਸਾਡੇ ਕਈ ਮਹੀਨਿਆਂ ਦੇ, ਕਈ ਸਾਲਾਂ ਦੇ ਦੁੱਖ ਵੀ ਕੁਝ ਪਲਾਂ 'ਚ ਹੀ, ਕੁਝ ਦਿਨਾਂ 'ਚ ਹੀ ਦੂਰ ਹੋ ਜਾਣਗੇ। ਇਹ ਵਿਸ਼ਵਾਸ, ਕਿਉਂਕਿ ਤੁਸੀਂ ਵਿਸ਼ਵਾਸ ਨੂੰ ਆਪਣੇ ਨਾਲ ਲੈ ਕੇ ਚੱਲਣਾ ਹੈ, ਯਕੀਨ ਨੂੰ ਆਪਣੇ ਨਾਲ ਲੈ ਕੇ ਚੱਲਣਾ ਹੈ। ਇਹ ਨਹੀਂ ਦੇਖਣਾ ਡਾਕਟਰ ਕੀ ਕਹਿੰਦੇ ਆ, ਰਿਪੋਰਟਾਂ ਕੀ ਕਹਿੰਦੀਆਂ ਹੈ, ਇਹ ਨਹੀਂ ਦੇਖਣਾ ਕਿ ਦੁਨੀਆ ਕੀ ਕਹਿੰਦੀ ਹੈ, ਆਂਢੀ ਗੁਆਂਢੀ ਕੀ ਕਹਿੰਦੇ ਆ। ਬੋਲੋ ਸਮਝਦੇ ਹੋ ਕਿ ਨਹੀਂ? ਕਿਉਂਕਿ ਇਨਸਾਨ ਡਾਕਟਰਾਂ ਦੀਆਂ ਗੱਲਾਂ 'ਚ ਆ ਕੇ ਕਿ ਤੇਰੀ ਰਿਪੋਰਟ ਬੜੀ ਖਤਰਨਾਕ ਹੈ, ਬਿਮਾਰੀ ਬੜੀ ਖਤਰਨਾਕ ਹੈ, ਇਨਸਾਨ ਆਪਣੇ ਅੰਦਰ ਉਹ ਨੈਗੇਟਿਵ ਸੋਚ ਲੈ ਆਂਦਾ ਹੈ। ਹਾਲਾਂਕਿ ਇਤਿਹਾਸ ਵਿੱਚ ਇਦਾਂ ਦੀਆਂ ਬਹੁਤ ਘਟਨਾ ਹੈ ਕਿ ਜਿੱਥੇ ਡਾਕਟਰ ਜਵਾਬ ਦੇ ਚੁੱਕੇ ਸੀ, ਵਿਸ਼ਵਾਸ ਦੀ ਸ਼ਕਤੀ ਨਾਲ, ਉਹ ਮਾਲਿਕ ਦੀ ਰਹਿਮਤ ਨਾਲ ਉਹ ਵੀ ਠੀਕ ਹੋ ਗਏ। ਇਹ ਸਮਝ ਲੈਣਾ ਸਾਰਿਆਂ ਨੇ, ਕਿਉਂਕਿ ਸਭ ਤੋਂ ਬੜੀ ਤਾਕਤ ਕਿੱਥੇ ਬੈਠੀ ਹੈ? ਤੁਹਾਡੇ ਅੰਦਰ। ਇਸ ਲਈ ਆ ਜਿੰਨੀਆਂ ਮਸ਼ੀਨਾਂ ਬਣੀਆਂ, ਜਿੰਨੇ ਕੰਪਿਊਟਰ ਬਣੇ ਆ, ਇਹ ਕਿਹਨਾਂ ਬਣਾਏ? ਇਨਸਾਨ ਨੇ ਬਣਾਏ ਨਾ। ਔਰ ਇਨਸਾਨ ਨੂੰ ਸ਼ਕਤੀ ਦੇਣ ਵਾਲਾ ਕੌਣ ਹੈ? ਪਰਮਾਤਮਾ। ਤਾਂ ਜ਼ਰਾ ਸੋਚੋ, ਇਹ ਕੰਪਿਊਟਰ, ਇਹ ਮਸ਼ੀਨਾਂ ਇਨਸਾਨ ਤੋਂ ਬੜੀਆਂ ਨਹੀਂ ਹੋ ਸਕਦੀਆਂ, ਤਾਂ ਜੇ ਇਨਸਾਨ ਤੋਂ ਬੜੀਆਂ ਨਹੀਂ ਹੋ ਸਕਦੀਆਂ ਤਾਂ ਪਰਮਾਤਮਾ ਦੀ ਰਹਿਮਤ ਤੋਂ ਬੜੀਆਂ ਕਿੱਥੋਂ ਹੋ ਜਾਣਗੀਆਂ? ਜਿੱਡੀ ਬੜੀ ਮਰਜ਼ੀ ਮਸ਼ੀਨ ਹੋਵੇ, ਜਿੱਡਾ ਮਰਜ਼ੀ ਬੜਾ ਸ਼ਕਤੀਸ਼ਾਲੀ ਕੰਪਿਊਟਰ ਹੋਵੇ, ਪਰ ਇਨਸਾਨ ਦੇ ਦਿਮਾਗ ਤੋਂ ਛੋਟਾ ਹੀ ਰਹਿਣਾ ਹੈ, ਕਿਉਂਕਿ ਬਣਿਆ ਤਾਂ ਇਨਸਾਨ ਦੀ ਨੌਲੇਜ ਤੋਂ ਹੀ ਹੈ, ਉਹਦੀ ਸਮਝ ਤੋਂ ਹੀ ਬਣਿਆ ਹੈ ਨਾ। ਤਾਂ ਇਨਸਾਨ ਨੂੰ ਬਣਾਉਣ ਵਾਲਾ ਕੌਣ ਹੈ? ਉਹ ਪਰਮ ਸ਼ਕਤੀਸ਼ਾਲੀ ਪਰਮਾਤਮਾ, ਉਹ ਪ੍ਰਭੂ, ਯਾਨੀ ਸਭ ਤੋਂ ਬੜਾ ਤਾਂ ਉਹੀ ਹੈ। ਇਸ ਲਈ ਸਭ ਤੋਂ ਬੜੇ ਪ੍ਰਭੂ ਤੇ ਯਕੀਨ ਰੱਖਾਂਗੇ, ਉਹ ਤੇ ਭਰੋਸਾ ਰੱਖਾਂਗੇ, ਤਾਂ ਫਿਰ ਮਸ਼ੀਨਾਂ ਕੀ ਕਹਿੰਦੀਆਂ ਹੈ, ਸੰਸਾਰ ਕੀ ਕਹਿੰਦਾ ਹੈ, ਉਹਦੀ ਚਿੰਤਾ ਸਾਨੂੰ ਰਹੀ ਨਹੀਂ ਜਾਏਗੀ। ਕਿਉਂਕਿ ਫਿਰ ਸਾਨੂੰ ਵਿਸ਼ਵਾਸ ਹੋਏਗਾ ਕਿ ਜੇ ਮੇਰਾ ਮਾਲਿਕ ਮੇਰੇ ਨਾਲ ਹੈ, ਮੇਰੇ ਮਾਲਿਕ ਦੀ ਰਹਿਮਤ ਮੇਰੇ ਨਾਲ ਹੈ, ਤਾਂ ਅਸੰਭਵ ਵੀ ਸੰਭਵ ਹੋ ਸਕਦਾ ਹੈ। ਇਹ ਯਕੀਨ ਚਾਹੀਦਾ ਹੈ ਅੰਦਰ। ਇਸ ਲਈ ਕਹਿੰਦੇ ਹੈ, ਸਤ ਗਿਆਨ ਹੈ ਔਸ਼ਧੀ, ਸਤਗੁਰ ਦੇਹੀ ਬਤਾਏ, ਔਸ਼ਧੀ ਖਾਏ ਪਥ ਰਹੇ ਤਾਂ ਕੀ ਬੇਦਨ ਜਾਏ। ਕਿ ਸਤ ਗਿਆਨ ਇਹ ਔਸ਼ਧੀ ਹੈ, ਇਹ ਉਹ ਦਵਾਈ ਹੈ, ਵਿਸ਼ਵਾਸ ਦੀ ਦਵਾਈ, ਆਪਣੇ ਅੰਦਰ ਮਾਲਿਕ ਦੇ ਉੱਪਰ ਭਰੋਸੇ ਦੀ ਦਵਾਈ ਉਹ ਹੈ ਕਿ ਅਗਰ ਇਨਸਾਨ ਇਹਨੂੰ ਚਖ ਲਵੇ ਦਾ ਮਤਲਬ ਹੁਣ ਮੇਰੇ ਅੰਦਰ ਵਿਸ਼ਵਾਸ ਆ ਗਿਆ, ਮੇਰੇ ਅੰਦਰ ਯਕੀਨ ਆ ਗਿਆ, ਮੈਨੂੰ ਆਪਣੀ ਮਾਲਿਕ ਦੀ ਰਹਿਮਤ ਤੇ ਪੂਰਾ ਵਿਸ਼ਵਾਸ ਹੈ, ਮੈਨੂੰ ਆਪਣੇ ਮਾਲਿਕ ਦੀ ਰਹਿਮਤ ਤੇ ਪੂਰਾ ਯਕੀਨ ਹੈ। ਹੁਣ ਜਿਹਦੇ ਅੰਦਰ ਰੋਮ ਰੋਮ ਚੋਂ ਵਿਸ਼ਵਾਸ, ਉਹ ਯਕੀਨ ਆ ਗਿਆ, ਫਿਰ ਕੀ ਹੁੰਦਾ ਹੈ? ਫਿਰ ਉਹਦੀ ਸਾਰੀ ਵੇਦਨਾ, ਸਾਰੀ ਪੀੜਾ, ਸਾਰੀ ਨੈਗੇਟਿਵਿਟੀ, ਸਾਰੀਆਂ ਚਿੰਤਾਵਾਂ ਦੂਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਸ ਲਈ ਅੱਜ ਤੁਰਨਾ ਹੈ ਇੱਥੋਂ ਕੀ ਲੈ ਕੇ? ਆਪਣੇ ਮਾਲਿਕ ਦੇ ਵਿਸ਼ਵਾਸ ਨੂੰ ਲੈ ਕੇ, ਆਪਣੇ ਮਾਲਿਕ ਦੀ ਰਹਿਮਤ ਨੂੰ ਲੈ ਕੇ, ਕਿ ਮੇਰਾ ਹਰ ਉੱਠਣ ਵਾਲਾ ਕਦਮ ਮੇਰੇ ਮਾਲਿਕ ਦੇ ਸਹਾਰੇ ਨਾਲ ਉੱਠੇਗਾ। ਔਰ ਜਿਹਨੂੰ ਮਾਲਿਕ ਦਾ ਸਹਾਰਾ ਹੈ, ਉਹਨੂੰ ਹੋਰ ਕਿਸੇ ਸਹਾਰੇ ਦੀ ਜ਼ਰੂਰਤ ਹੀ ਨਹੀਂ ਹੈ। क्योंकि साथ जब से है तुम्हारा मिल गया, साथ जब से है तुम्हारा मिल गया, डूबते दिल को किनारा मिल गया। क्या जरूरत अब सहारों की मुझे, जब मुझे तेरा सहारा मिल गया।
ਜਦੋਂ ਮੈਨੂੰ ਤੇਰਾ ਸਾਥ ਮਿਲ ਗਿਆ, ਤੇਰਾ ਸਹਾਰਾ ਮਿਲ ਗਿਆ, ਤਾਂ ਹੁਣ ਮੈਨੂੰ ਹੋਰ ਸਹਾਰਿਆਂ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਸਭ ਤੋਂ ਬੜਾ ਤਾਂ ਤੂੰ ਹੈ, ਤੇਰਾ ਸਹਾਰਾ ਹੈ। ਇਸ ਲਈ ਔਸ਼ਧ ਖਾਏ ਪਥ ਰਹੇ ਤਾਂ ਕੀ ਵੇਦ ਨਾ ਜਾਏ। ਔਸ਼ਧੀ ਜਿਹੜਾ ਚਖੇਗਾ ਔਰ ਪਥ ਤੇ ਚਲੇਗਾ, ਪਥ ਯਾਨੀ ਮਾਰਗ ਤੇ ਚਲੇਗਾ, ਇਹ ਵਿਸ਼ਵਾਸ ਦਾ ਮਾਰਗ ਹੈ, ਇਹ ਭਰੋਸੇ ਦਾ ਮਾਰਗ ਹੈ, ਇਹ ਮਾਲਿਕ ਦੀ ਰਹਿਮਤ ਦਾ ਮਾਰਗ ਹੈ, ਇਹ ਮਾਲਿਕ ਦੇ ਸ਼ਬਦ ਦਾ ਮਾਰਗ ਹੈ। ਜਿਹੜਾ ਇਸ ਮਾਰਗ ਤੇ ਵਿਸ਼ਵਾਸ ਨਾਲ ਤੁਰੇਗਾ, ਉਹਦੇ ਜੀਵਨ ਦੀ ਵੇਦਨਾ, ਉਹਦੇ ਜੀਵਨ ਦੀ ਪੀੜਾ, ਉਹਦੇ ਜੀਵਨ ਦੀਆਂ ਤਕਲੀਫਾਂ, ਚਾਹੇ ਰੂਹਾਨੀਅਤ ਦੀਆਂ ਹੈ, ਚਾਹੇ ਦੁਨਿਆਵੀ ਹੈ, ਉਹ ਸਾਰੀਆਂ ਦੂਰ ਹੁੰਦੀਆਂ ਚਲੀਆਂ ਜਾਣਗੀਆਂ। ਚਾਹੇ ਸਰੀਰਿਕ ਹੈ, ਚਾਹੇ ਮਾਨਸਿਕ ਹੈ, ਚਾਹੇ ਆਤਮਿਕ ਹੈ। ਕਿਉਂਕਿ ਤ੍ਰਿਵਿਧੀ ਕਹਿੰਦੇ, ਤ੍ਰਿਵਿਧੀ ਯਾਨੀ 3 ਪ੍ਰਕਾਰ ਦੀ ਪੀੜਾ ਹੁੰਦੀ ਹੈ, ਸਰੀਰਿਕ, ਮਾਨਸਿਕ ਔਰ ਆਤਮਿਕ। ਸਰੀਰਿਕ ਪੀੜਾ ਕਸ਼ਟ यानी कोई दुख आ गया, मानसिक पीड़ा चिंता, और आत्मिक पीड़ा कि मेरी आत्मा प्रभु ਨੂੰ पाना चाहती है। कई सालों तो, कई जन्मों तो, बहुत जन्म बिछड़े थे माधो, ये कई जन्मों तो बिछड़ी हुई है, हुण कुछ ऐसा कर दे ये जन्म तुम्हारे लेखे। ये आत्मा की पीड़ा मुक जाती है। यही आत्मा की पीड़ा की गल इत्थे श्री गुरु रविदास जी कर रहे हैं कि बहुत जन्म हो गए बिछड़ी नूं, कई बार तू शरीर धारण किया तो कई बार ये शरीर छड्डिया, पर तेरी आत्मा तड़फ रही है अपने माधो, अपने प्रभु नूं पाण वास्ते, अपने मालिक नूं पाण वास्ते। तेरी आत्मा व्याकुल है। इस जन्म च कुछ ऐसा कर कि ये तेरा जन्म ओदे लेखे लग जाए, इस जन्म च ओदे नाल मेल हो जाए, क्योंकि जे इस जन्म च मेल ना कीता तो अब के बिछड़त मिलन दुहेला। बोलो समझते हो कि नहीं? फिर कहते हैं कि हुण जे मेल ना होया तो फिर बहुत मुश्किल हो जाएगा। इसलिए ऐ प्यारिया, जे हुण मौका मिलिया है, समझ मिली है, तो उस मार्ग ते चल, उस पथ ते चल, जिस पथ ते चल के तेरे जीवन च आनंद आवे, तेरे जीवन च शांति आवे, तेरे जीवन च खुशियां आण, तेनू अपने मालिक दी रहमत बख्शिश कृपा मिले। और उसी मार्ग ते असीं तुहानू तोरना चाहते हैं ताकि तुहाडे जीवन च आनंद आवे, क्योंकि जिंदगी तुहानू आनंद लैण वास्ते मिली है, ये जीवन तुहानू खुशियां लैण वास्ते मिलिया है। पर इंसान ये जीवन दे विच छुपे हुए आनंद नू समझ नहीं पाता और इंसान अपनी जिंदगी दुखों च ही गुजार दिंदा है। परमात्मा ने तो सानू जीवन दिता कि असीं जीवन च आनंद लईए, खुशी प्यार दे नाल जीवन जीए, पर इंसान अपने अंदर नैगेटिविटी इन्नी भर लैंदा, अपनी सोच नू इन्ना बुरा कर लैंदा है कि इंसान माड़ी माड़ी बीमारी नू, माड़ी माड़ी गल नू लैके इन्नी चिंता करदा है कि इंसान दा जीवन तकलीफां दुखां नाल ही भर जाता है। इसलिए समझना सारिਆਂ ने कि जे असीं चाहते हैं कि साडा जीवन आनंद नाल भरपूर होवे, साडे जीवन च खुशियां आण, तो अज तो ये औषधि नू असीं चखना भी है और इस पथ ते असीं चलना भी है। पता लग गया ना किहड़ा पथ है, वो किहड़ी औषधि है? अपने मालिक दे विश्वास दी, अपने मालिक दे शब्द दी, अपने मालिक नाल जुड़िए, दिलों जुड़िए, विश्वास नाल जुड़िए, तो फिर साडे जीवन च खुशियां भी जरूर आएंगियां, सानू कामयाबी सफलता भी जरूर मिलेगी, फिर जीवन च कोई कमी नहीं रहेगी, फिर जीवन च कोई तोट नहीं रहेगी, फिर जीवन च कोई घाट नहीं रहेगी। इसलिए अज तो अपने दुखों वाल ध्यान देना बंद कर दिओ। हुण आखिरले वचनां च कहांगे क्योंकि समा काफ़ी हो गया। की कहना है हुण? अपने आप नूं यह संदेश देना कि अज तो मैं दुखों वाल ध्यान देना बंद कर दिता, अज तो मैं दुखों की गल करनी बंद कर दी कि दुख होवे भी तो उसकी तां भी गल नहीं करनी। हाँ, डॉक्टर को जाके माड़ा मोटा दसना तो दस सकते हो, क्योंकि फर्ज करो टैंपरेचर डॉक्टर को जाके तो दसना ही है, उत्थे जाके कहोगे नहीं जी मैं ठीक हाँ, फिर डॉक्टर ने कहना मेरे को की करना है। सो डॉक्टर को जाके दसो मैनू आ तकलीफ है, उतों दवाई ले लो, पर जिद्दां ही बाहर निकले और चर्चा करनी बंद, घर आके चर्चा नहीं करनी, आंडियां गुआंढियां नाल अपने दुखों की गल नहीं करनी, अपने परिवार के मैंबरों नाल अपनी पीड़ा की गल नहीं करनी। बोलो समझते हो कि नहीं? क्योंकि ठीक है पीड़ा है, हुण गल्लां करन दे नालों पीड़ा ठीक तो होनी नहीं। फर्ज करो बंदा कहता है मैं अपनी पीड़ा अपने गुआंढी नूं दस रहा हाँ, पर हुण गुआंढी की करेगा? सुनेगा ही, ਉਹਦਾ हल करेगा कोई? जे गुआंढी हल कर सकता तो फिर डॉक्टर को जाने की लोड़ है, फिर तो गुआंढी को चले जाते पहले। हुण आंडियां गुआंढियां ने गल्लां करके साडा दुख तो दूर होना नहीं, पर ਉਹਦੀ चर्चा कर करके असीं नैगेटिविटी नूं ज़्यादा ਵਧਾ ਲੈਂਦੇ, अपने मन नूं दुखों ਵੱਲ ला ਲੈਂਦੇ हैं। और जिद्दां ਅਸੀਂ ਦੱਸਿਆ कि मन जिधर लगेगा ਉਹੀ चीज़ ਤੁਹਾਡੇ जीवन च आनी शुरू हो जानी है। इसलिए फिर कहांगे दुख यानी कचरा, ये दुखों का कचरा हर वेले ਤੁਹਾਡੇ दिमाग च रहेगा तो कुदरत ने होर दुख भेजने हैं, क्योंकि जिथे कचरा होएगा उत्थे होर कचरा ही आना है।
ਤੇ ਜੇ ਯਕੀਨ ਦੇ ਵਿਸ਼ਵਾਸ ਦੇ ਫੁੱਲ ਰਹਿਣਗੇ ਸਾਡੇ ਜੀਵਨ 'ਚ, ਤਾਂ ਫਿਰ ਕੁਦਰਤ ਨੇ ਹੋਰ ਖੁਸ਼ੀਆਂ ਦੇਣੀਆਂ। ਕਹਿਣਾ ਇਹ ਫੁੱਲਦਾਨ ਹੈ 'ਚ ਫੁੱਲ ਹੀ ਰੱਖੇ ਜਾਂਦੇ, ਇਹਨੂੰ ਹੋਰ ਫੁੱਲ ਦਿਓ। ਇਸ ਲਈ ਜਿਹੜਾ ਬੰਦਾ ਖੁਸ਼ ਹੁੰਦਾ ਹੈ ਉਹਦੇ ਜੀਵਨ 'ਚ ਖੁਸ਼ੀਆਂ ਆਉਂਦੀਆਂ ਚਲੀਆਂ ਜਾਂਦੀਆਂ ਹੈ। ਜਿਹੜਾ ਬੰਦਾ ਦੁਖੀ ਹੁੰਦਾ ਹੈ ਉਹਦੇ ਜੀਵਨ 'ਚ ਹੋਰ ਜ਼ਿਆਦਾ ਦੁੱਖ ਆਉਂਦੇ ਚਲੇ ਜਾਂਦੇ ਆ। ਤਾਂ ਹੀ ਬੰਦਾ ਕਹਿੰਦਾ ਇੱਕ ਦੁੱਖ ਮੁੱਕਦਾ ਦੂਜਾ ਆ ਜਾਂਦਾ, ਦੂਜਾ ਮੁੱਕਦਾ ਤੀਜਾ ਆ ਜਾਂਦਾ, ਮੇਰੇ ਜੀਵਨ 'ਚ ਦੁੱਖ ਹੀ ਦੁੱਖ ਹੈ। ਜ਼ਰਾ ਹੁਣ ਸੋਚਣਾ ਸਮਝਣਾ ਇਸ ਨੂੰ, ਜੇ ਉਹਦੇ ਜੀਵਨ 'ਚ ਦੁੱਖ ਹੀ ਦੁੱਖ ਹੈ ਤੇ ਇਹਦਾ ਮਤਲਬ ਉਹਦਾ ਮਾਈਂਡ ਦੁੱਖਾਂ ਤੇ ਸੈੱਟ ਹੋ ਚੁੱਕਾ ਹੈ, ਉਹਦਾ ਧਿਆਨ ਦੁੱਖਾਂ ਵੱਲ ਜ਼ਿਆਦਾ ਹੈ। ਔਰ ਜਿੱਧਰ ਧਿਆਨ ਹੈ ਉਹੀ ਚੀਜ਼ ਸਾਡੇ ਜੀਵਨ 'ਚ ਵਧਣੀ ਹੈ, ਉਹੀ ਚੀਜ਼ ਸਾਡੇ ਜੀਵਨ ਦੀ ਤਰਫ ਆਣੀ ਹੈ। ਇਹ ਦੁਬਾਰਾ ਰਿਪੀਟ ਕਿਉਂ ਕਰ ਰਹੇ ਹਾਂ? ਕਿਉਂਕਿ ਸਤਸੰਗ ਦੀ ਸਮਾਪਤੀ ਤੋਂ ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹ ਗੱਲ ਨੂੰ ਪੂਰੀ ਤਰ੍ਹਾਂ ਸਮਝ ਲਓ ਕਿ ਜੇ ਅਸੀਂ ਖੁਸ਼ੀ ਚਾਹੁੰਦੇ ਹਾਂ ਤਾਂ ਹੀ ਅਸੀਂ ਸਤਸੰਗ ਤੋਂ ਪਹਿਲਾਂ ਕਹੀਦਾ ਮੁਸਕਰਾਓ, ਹੱਸੋ। ਇਹਦਾ ਕਾਰਨ ਹੈ ਕਿ ਜਦੋਂ ਤੁਸੀਂ ਸਮਾਈਲ ਕਰਨੀ ਸ਼ੁਰੂ ਕਰ ਦਿੰਦੇ ਆ ਤਾਂ ਤੁਹਾਡਾ ਬ੍ਰੇਨ ਖੁਸ਼ੀ ਦੀਆਂ ਤਰੰਗਾਂ ਛੱਡਣੀਆਂ ਸ਼ੁਰੂ ਹੋ ਜਾਂਦੀਆਂ ਹੈ। ਫਿਰ ਚਾਰੋਂ ਪਾਸੇ ਉਹ ਖੁਸ਼ੀਆਂ ਦੀ એનર્ਜੀ ਤੁਹਾਡੇ ਵੱਲ ਆਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਜੈਸੀਆਂ ਤਰੰਗਾਂ ਤੁਹਾਡਾ ਦਿਮਾਗ ਛੱਡਦਾ ਹੈ ਉਹੀ ਸੋਚਾਂ, ਜਿੱਦਾਂ ਹੀ ਪਹਿਲਾਂ ਦੱਸਿਆ ਕਿ ਦੁੱਖ ਬਾਰੇ ਸੋਚਾਂਗੇ ਅੱਖਾਂ 'ਚ ਪਾਣੀ ਆ ਜਾਏਗਾ, ਸਮਾਈਲ ਬਾਰੇ ਖੁਸ਼ੀ ਬਾਰੇ ਸੋਚਾਂਗੇ ਚਿਹਰੇ ਤੇ ਸਮਾਈਲ ਆ ਜਾਏਗੀ, ਭੋਜਨ ਬਾਰੇ ਸੋਚਾਂਗੇ ਮੂੰਹ 'ਚ ਪਾਣੀ ਆ ਜਾਏਗਾ। ਤਾਂ ਜਦੋਂ ਮਾਲਕ ਦੀਆਂ ਰਹਿਮਤਾਂ ਬਾਰੇ ਸੋਚਾਂਗੇ, ਉਹ ਮਾਲਿਕ ਬਾਰੇ ਸੋਚਾਂਗੇ ਤਾਂ ਜੀਵਨ 'ਚ ਮਾਲਕ ਦੀਆਂ ਰਹਿਮਤਾਂ ਆਣਗੀਆਂ। ਕਿਉਂਕਿ ਜੋ ਸਾਡੇ ਦਿਮਾਗ 'ਚੋਂ ਸੋਚ ਨਿਕਲਣੀ ਹੈ ਸਾਡੇ ਸਰੀਰ ਨੇ ਉਦਾਂ ਦਾ ਚੁੰਬਕ ਬਣ ਕੇ ਉਹਨੂੰ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦੇਣਾ ਹੈ। ਇਸ ਲਈ ਤੁਸੀਂ ਕੀ ਚਾਹੁੰਦੇ ਹੋ? ਖੁਸ਼ੀਆਂ ਦੇ ਚੁੰਬਕ ਬਣਨਾ ਜਾਂ ਦੁੱਖਾਂ ਦੇ ਚੁੰਬਕ ਬਣਨਾ? ਜਵਾਬ ਦੇ ਦਿਓ ਸਾਨੂੰ। ਖੁਸ਼ੀਆਂ ਦੇ ਚਾਹੁੰਦੇ ਹੋ ਨਾ ਤਾਂ ਅੱਜ ਤੋਂ ਵੀ ਖੁਸ਼ ਹੋਣਾ ਸ਼ੁਰੂ ਕਰੋ। ਤੁਹਾਡੇ ਚਿਹਰੇ ਤੇ ਸਮਾਈਲ ਰਹਿੰਦੀ ਹੈ, ਤੁਸੀਂ ਫਿਰ ਸਮਾਈਲ ਦੇ ਕੇ ਚੁੰਬਕ ਬਣ ਜਾਂਦੇ ਹੋ ਖੁਸ਼ੀਆਂ ਦੇ, ਫਿਰ ਖੁਸ਼ੀਆਂ ਹੀ ਆਣੀਆਂ ਸ਼ੁਰੂ ਹੋ ਜਾਂਦੀਆਂ ਤੁਹਾਡੀ ਤਰਫ। ਤਾਂ ਹੀ ਅਸੀਂ ਕਹੀਦਾ ਹੱਸੋ, ਮੁਸਕਰਾਓ। ਹੁਣ ਕਈ ਕਹਿੰਦੇ ਐ ਉਹ ਹੱਸਣਾ ਨਹੀਂ ਚਾਹੀਦਾ, ਜਿੰਨਾ ਹੱਸੂਗੇ ਬਾਅਦ ਚ ਰੋਣਾ ਵੀ ਪੈਣਾ ਹੈ। ਹੁਣ ਜਿਹੜੇ ਬੰਦੇ ਇਦਾਂ ਦੀ ਸੋਚ ਰੱਖਦੇ ਵਾਕਈ ਉਹਨਾਂ ਦੇ ਜੀਵਨ 'ਚ ਰੋਣਾ ਜ਼ਿਆਦਾ ਹੁੰਦਾ, ਹੱਸ ਘੱਟ ਹੁੰਦਾ ਹੈ। ਉਹ ਹੱਸਣਗੇ ਵੀ ਨਹੀਂ, ਖੁਸ਼ੀ ਦੇ ਟਾਈਮ ਤੇ ਵੀ ਨਹੀਂ ਹੱਸਣਗੇ। ਕਈ ਜਗ੍ਹਾ ਦੇਖਿਆ ਗੱਲ ਖੁਸ਼ੀ ਦੀ ਹੋਏਗੀ ਫਿਰ ਵੀ ਮੂੰਹ ਵੱਟ ਕੇ ਬੈਠੇ ਰਹਿਣਗੇ। ਹੱਸਦਾ ਕਿਉਂ ਨਹੀਂ ਹੈ? ਲੈ ਸੁਣਿਆ ਆ ਬਜ਼ੁਰਗ ਕਹਿੰਦੇ ਸੀ ਜੇ ਹੱਸਾਂਗੇ ਤਾਂ ਬਾਅਦ 'ਚ ਉਹਨਾਂ ਰੋਣਾ ਪੈਣਾ। ਮੈਂ ਨਹੀਂ ਚਾਹੁੰਦਾ ਮੈਂ ਰੋਵਾਂ। ਉਹ ਬਾਅਦ ਦੇ ਰੋਣ ਦੀ ਫਿਕਰ ਹੈ, ਹੁਣ ਹਾਸੀ ਦਾ ਮਜ਼ਾ ਤਾਂ ਲੈ ਲਾ, ਹੁਣ ਖੁਸ਼ੀ ਦਾ ਮਜ਼ਾ ਤਾਂ ਲੈ ਲਾ। ਉਹ ਰੋਣਾ ਪਤਾ ਨਹੀਂ ਆਣਾ ਜਾਂ ਨਹੀਂ ਆਣਾ, ਹੁਣ ਖੁਸ਼ੀ ਦੇ ਪਲਾਂ ਨੂੰ ਉਹਨੂੰ ਸੋਚ ਸੋਚ ਕੇ ਤੂੰ ਬਰਬਾਦ ਕਰ ਰਿਹਾ। ਹੁਣ ਜਿਹੜਾ ਪਹਿਲਾਂ ਹੀ ਸੋਚ ਲਿਆ ਜੇ ਮੈਂ ਹੱਸਿਆ ਮੈਨੂੰ ਰੋਣਾ ਪਏਗਾ ਤਾਂ ਉਹਦਾ ਧਿਆਨ ਕਿੱਥੇ ਹੈ? ਰੋਣ ਤੇ ਹੈ। ਤਾਂ ਉਹਦੇ ਜੀਵਨ 'ਚ ਰੋਣਾ ਹੀ ਆਣਾ ਹੈ। ਤਾਂ ਜਿਹੜਾ ਸੋਚੇ ਮੈਂ ਕਿਉਂ ਰੋਵਾਂ, ਮੈਂ ਤਾਂ ਹਮੇਸ਼ਾ ਖੁਸ਼ ਰਹਿਣਾ ਭਾਈ, ਮੈਂ ਕਿਉਂ ਰੋਵਾਂ? ਮੈਨੂੰ ਯਕੀਨ ਹੈ ਮੇਰੇ ਜੀਵਨ 'ਚ ਖੁਸ਼ੀ ਰਹਿਣੀ ਹੈ, ਮੇਰੇ ਜੀਵਨ 'ਚ ਆਨੰਦ ਰਹਿਣਾ ਹੈ। ਕਿਉਂਕਿ ਮੇਰਾ ਮਾਲਿਕ ਹੋਵੇ ਮੇਰੇ ਨਾਲ ਤਾਂ ਫਿਰ ਰੋਣਾ ਕਦੀ ਮੇਰੇ ਜੀਵਨ 'ਚ ਆ ਹੀ ਨਹੀਂ ਸਕਦਾ। ਬਾਕੀ ਠੀਕ ਹੈ, ਜੰਮਣ ਮਰਨ ਦੁਨੀਆ ਤੇ ਤੁਰਿਆ ਰਹਿੰਦਾ ਹੈ, ਆਪਣਿਆਂ ਨੇ ਆਣਾ ਵੀ ਹੈ ਤਾਂ ਜਾਣਾ ਵੀ ਹੈ, ਉਹ ਗੱਲ ਅਲੱਗ ਹੈ। ਉਹ ਸੰਸਾਰ ਦਾ ਨਿਯਮ ਹੈ ਔਰ ਮੈਨੂੰ ਨਿਯਮ ਨੂੰ ਵੀ ਮੰਨਣਾ ਪੈਣਾ ਹੈ। ਇਹ ਥੋੜੀ ਹੁਣ ਮਾਲਿਕ ਮੇਰੇ ਨਾਲ ਹੈ ਤਾਂ ਮੈਂ ਕਦੀ ਰੋਣਾ ਨਹੀਂ, ਕੋਈ ਆਪਣਾ ਚਲਾ ਗਿਆ ਤਾਂ ਦੁੱਖ ਤਾਂ ਹੋਣਾ ਹੀ ਹੈ। ਪਰ ਇੱਥੇ ਅਸੀਂ ਤਿਆਰ ਹਾਂ, ਇਹ ਸੰਸਾਰ ਦਾ ਨਿਯਮ ਹੈ, ਸੰਸਾਰ ਦਾ ਨਿਯਮ ਹੈ। ਜੋ ਆਇਆ ਉਸਨੇ ਜਾਣਾ ਹੀ ਹੈ। ਪਰ ਮੈਂ ਕਿਉਂ ਰੋਵਾਂ? ਕਿਉਂਕਿ ਜਿਹਨੇ ਜੀਵਨ ਦਿੱਤਾ ਹੈ ਉਹ ਲੈ ਗਿਆ, ਉਹਦੀ ਚੀਜ਼ ਸੀ ਉਹਦੇ ਕੋਲ ਚਲੀ ਗਈ, ਉਹਦਾ ਸ਼ੁਕਰ। ਜਿਹਦਾ ਇੱਕ ਫਕੀਰ ਦੀ ਗੱਲ ਦੱਸਦੀ ਹੈ ਫਿਰ ਸਤਸੰਗ ਦੀ ਸਮਾਪਤੀ ਕਰੀਏ। ਇੱਕ ਫਕੀਰ ਦਾ ਇੱਕ ਬੇਟਾ ਸੀ ਜਿਹਦੀ ਉਮਰ 15 ਸਾਲ ਦੀ ਸੀ। ਇੱਕ ਦਿਨ ਉਹ ਬੇਟੇ ਦੀ ਕਿਸੇ ਹਾਦਸੇ 'ਚ ਮ੍ਰਿਤਿੂ ਹੋ ਗਈ। ਉਹ ਫਕੀਰ ਆਪਣੇ ਬੇਟੇ ਨਾਲ ਬੜਾ ਪਿਆਰ ਕਰਦੇ ਸੀ। ਹੁਣ ਫਕੀਰ ਕਿਤੇ ਬਾਹਰ ਗਏ ਸੀ, ਜਦੋਂ ਬਾਹਰ ਗਏ ਸੀ ਤਾਂ ਪਿੱਛੋਂ ਬੇਟੇ ਦੀ ਮੌਤ ਹੋ ਗਈ। ਤਾਂ ਪਤਨੀ ਨੂੰ ਬੜੀ ਫਿਕਰ ਹੋਈ ਕਿ ਜਦੋਂ ਮੇਰੇ ਪਤੀ ਨੂੰ ਪਤਾ ਲੱਗੇਗਾ, ਯਾਨੀ ਮਾਂ ਨੇ ਕਿਹਾ ਜਦੋਂ ਇਹਦੇ ਪਿਤਾ ਨੂੰ ਪਤਾ ਲੱਗੇਗਾ ਕਿ ਬੇਟਾ ਮਰ ਗਿਆ, ਇੱਕੋ ਹੀ ਇੱਕ ਬੇਟਾ, ਤਾਂ ਇਹ ਬੜਾ ਦੁਖੀ ਹੋਣਗੇ, ਬੜਾ ਪਰੇਸ਼ਾਨ ਹੋਣਗੇ। ਮੈਨੂੰ ਤਾਂ ਡਰ ਹੈ ਕਿਤੇ ਇਹਨਾਂ ਨੂੰ ਕੁਝ ਨਾ ਹੋ ਜਾਵੇ। ਹੁਣ ਬੇਟਾ ਤਾਂ ਗਿਆ ਹੀ ਗਿਆ, ਜੇ ਇਹਨਾਂ ਨੂੰ ਕੁਝ ਹੋ ਗਿਆ ਤਾਂ ਫਿਰ ਤਾਂ ਮੈਂ ਇਕੱਲੀ ਰਹਿ ਜਾਊਂਗੀ। ਇਸ ਲਈ ਉਹ ਮਾਂ ਬੜੀ ਚਿੰਤਤ ਸੀ, ਯਾਨੀ ਉਹ ਪਤਨੀ ਬੜੀ ਚਿੰਤਤ ਸੀ ਕਿ ਆਪਣੇ ਪਤੀ ਫਕੀਰ ਨੂੰ ਕਿੱਦਾਂ ਦੱਸਾਂ। ਇੱਧਰ ਫਕੀਰ ਜਦੋਂ ਵਾਪਸ ਆਏ, ਆ ਕੇ ਪੁੱਛਿਆ ਬੇਟਾ ਕਿੱਥੇ ਹੈ? ਤਾਂ ਪਤਨੀ ਨੇ ਕਿਹਾ ਜੀ ਮੇਰੇ ਇੱਕ ਸਵਾਲ ਦਾ ਜਵਾਬ ਦਿਓ ਫਿਰ ਮੈਂ ਦੱਸੂਗੀ ਬੇਟਾ ਕਿੱਥੇ ਹੈ। ਫਕੀਰ ਨੇ ਕਿਹਾ ਦੱਸ ਵੀ ਕੀ ਸਵਾਲ ਹੈ? ਉਹ ਕਹਿੰਦੀ ਇੱਕ ਚੀਜ਼ ਦੱਸੋ, ਅਸੀਂ ਕਿਸੇ ਤੋਂ ਕੋਈ ਚੀਜ਼ ਉਧਾਰੀ ਲੈਂਦੇ ਹਾਂ ਕੁਝ ਦਿਨਾਂ ਵਾਸਤੇ, ਕਿਸੇ ਤੋਂ ਕੋਈ ਚੀਜ਼ ਉਧਾਰੀ ਲਿਆਂਦੇ ਆ ਆਪਣੇ ਘਰ ਕੁਝ ਦਿਨਾਂ ਵਾਸਤੇ। ਹੁਣ ਕੁਝ ਦਿਨ ਅਸੀਂ ਉਹ ਚੀਜ਼ ਨੂੰ ਵਰਤਦੇ ਹਾਂ, ਫਿਰ ਉਹ ਮਾਲਿਕ ਆਂਦਾ ਔਰ ਆਪਣੀ ਚੀਜ਼ ਨੂੰ ਲੈ ਕੇ ਵਾਪਸ ਚਲਾ ਜਾਂਦਾ ਹੈ। ਹੁਣ ਦੱਸੋ ਸਾਨੂੰ ਖੁਸ਼ ਹੋਣਾ ਚਾਹੀਦਾ ਜਾਂ ਸਾਨੂੰ ਰੋਣਾ ਚਾਹੀਦਾ? ਤਾਂ ਉਸ ਵੇਲੇ ਫਕੀਰ ਨੇ ਕਿਹਾ ਜੇ ਕਿਸੇ ਦੀ ਉਧਾਰੀ ਸਾਡੇ ਕੋਲ ਹੈ ਤਾਂ ਜਦੋਂ ਉਹ ਆਪਣੀ ਉਧਾਰੀ ਵਾਪਸ ਲੈ ਜਾਵੇ, ਯਾਨੀ ਉਹ ਮਾਲਿਕ ਦੀ ਚੀਜ਼ ਜਦੋਂ ਉਹ ਵਾਪਸ ਲੈ ਜਾਵੇ, ਸਾਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਸਾਡੇ ਸਿਰੋਂ ਭਾਰ ਉਤਰ ਗਿਆ। ਜਿਹਦੀ ਚੀਜ਼ ਸੀ ਉਹ ਲੈ ਗਿਆ, ਉਹ ਤਾਂ ਖੁਸ਼ੀ ਦੀ ਗੱਲ ਹੈ, ਰੋਣ ਦੀ ਗੱਲ ਕੀ ਹੈ? ਕਹਿੰਦੀ ਬਸ ਜੀ ਫਿਰ ਮੈਂ ਇਹੀ ਦੱਸਣਾ ਚਾਹੁੰਦੀ ਹਾਂ ਕਿ ਸਾਨੂੰ ਉਹ ਰੱਬ ਨੇ ਬੇਟਾ ਦਿੱਤਾ ਸੀ, ਪਰ ਉਸਨੇ ਅੱਜ
ਉਹ ਬੇਟੇ ਨੂੰ ਵਾਪਸ ਆਪਣੇ ਕੋ ਬੁਲਾ ਲਿਆ। ਉਹਦੀ ਚੀਜ਼ ਸੀ, ਉਹ ਵਾਪਸ ਲੈ ਗਿਆ। ਹੁਣ ਤੁਸੀਂ ਹਿੰਮਤ ਰੱਖਣੀ ਹੈ। ਫਕੀਰ ਨੇ ਕਿਹਾ ਕਿੱਥੇ ਆ ਬੇਟਾ? ਦੇਖਿਆ ਅੰਦਰ ਉਹਨੂੰ, ਉਹਦੀ ਲਾਸ਼ ਰੱਖੀ ਹੋਈ ਹੈ। ਫਕੀਰਾਂ ਨੇ ਉਹਦਾ ਮੂੰਹ ਦੇਖਿਆ, ਬੇਟੇ ਨੂੰ ਗੋਦ 'ਚ ਉਠਾਇਆ, ਗਏ ਜੋ ਵੀ ਉਹਦਾ ਸੰਸਕਾਰ ਕਰਨਾ ਸੀ ਉਹ ਕੀਤਾ, ਔਰ ਵਾਪਸ ਆ ਕੇ ਕਹਿੰਦੇ ਲਿਆ ਭੁੱਖ ਲੱਗੀ ਭੋਜਨ ਕਰੀਏ। ਪਤਨੀ ਹੈਰਾਨ, ਕਹਿੰਦੀ ਤੁਹਾਨੂੰ ਦੁੱਖ ਨਹੀਂ ਹੋਇਆ? ਤੁਹਾਡੀਆਂ ਅੱਖਾਂ 'ਚ ਪਾਣੀ ਤੱਕ ਨਹੀਂ ਆਇਆ? ਮੈਂ ਤਾਂ ਐਵੇਂ ਹੀ ਡਰਦੀ ਰਹੀ ਕਿ ਤੁਹਾਨੂੰ ਪਤਾ ਲੱਗਾ ਕਿ ਤੁਹਾਨੂੰ ਨਾ ਕੁਝ ਹੋ ਜਾਵੇ। ਤੁਸੀਂ ਤਾਂ ਉਫ ਤੱਕ ਨਹੀਂ ਕੀਤੀ, ਹਾਏ ਤੱਕ ਨਹੀਂ ਕੀਤੀ, ਰੋਏ ਤੱਕ ਨਹੀਂ। ਤਾਂ ਫਕੀਰ ਕਹਿੰਦੇ ਕਿ ਸਾਈਂ ਨੇ ਦਿਆ ਮੁਝੇ ਨਖ ਸਿੱਖ ਸਕਲ ਸ਼ਰੀਰ। ਇਹ ਸਭ ਕੁਝ ਨਖ ਸਿੱਖ ਯਾਨੀ ਪੈਰ ਦੇ ਨਾਖੂਨ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਰੀਰ ਦੇਣ ਵਾਲਾ ਕੌਣ ਹੈ? ਉਹ ਸਾਈਂ। साईं ने सब कुछ दिया, नख सिख सगल शरीर, जिसका था सो ले गया, अब काहे रोए फकीर। कहते जेदा सी वो लै गया तो फकीर ने कहदा रोना? ये तो शुक्र है कि उन्हें कुछ समा उस बच्चे नूं सानू दिता, असीं उहदे नाल खेडे, आनंद लिया, फिर उन्हें वापस लै लिया उहदी मौज, क्योंकि एक दिन जाना तो सब नहीं है। ਹੁਣ ਜਦੋਂ ਬੰਦਾ ਕਹਿੰਦਾ ਚੀਜ਼ ਮੇਰੀ ਸੀ ਕਿਉਂ ਲੈ ਗਿਆ, ਦੁੱਖ ਉਦੋਂ ਹੁੰਦਾ ਹੈ। ਹਾਲਾਂਕਿ ਤੇਰਾ ਹੈ ਕੀ? ਤੇਰਾ ਤਾਂ ਆਪਣਾ ਸਰੀਰ ਵੀ ਨਹੀਂ ਹੈ। ਜਦੋਂ ਤੇਰੀ ਮੌਤ ਆਣੀ ਤਾਂ ਤੂੰ ਆਪਣਾ ਸਰੀਰ ਵੀ ਇੱਥੇ ਛੱਡ ਜਾਣਾ ਹੈ। ਤੇਰਾ ਆਪਣਾ ਸਰੀਰ ਆਪਣਾ ਨਹੀਂ ਹੈ ਤਾਂ ਦੂਜਿਆਂ ਦੇ ਸਰੀਰ ਤੇ ਤੂੰ ਕੀ ਕਬਜ਼ਾ ਕਰਕੇ ਬੈਠਾ ਹੈ? ਦੂਜਿਆਂ ਦੇ ਸਰੀਰ ਨੂੰ ਕੀ ਆਪਣਾ ਮੰਨ ਕੇ ਬੈਠਾ ਹੈ? ਇਸ ਲਈ ਇਸ ਭਰਮ ਚੋਂ ਨਿਕਲੀਏ, ਸੱਚਾਈ ਨੂੰ ਸਮਝੀਏ ਕਿ ਜਿਹੜੇ ਮਾਲਿਕ ਨਾਲ ਪਿਆਰ ਕਰਨ ਵਾਲੇ ਉਹ ਸੱਚਾਈ ਸਮਝਦੇ ਹੈ ਕਿ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਕਰ ਫਿਰ ਕਿਆ ਲਾਗੇ ਮੇਰਾ। ਉਹ ਕਹਿੰਦੇ ਹੈ ਹੀ ਤੇਰਾ ਸਭ ਕੁਝ। ਸਾਨੂੰ ਤਾਂ ਧੰਨਵਾਦ ਕਰਨਾ ਚਾਹੀਦਾ ਹੈ। ਜੇ ਇੱਕ ਦੋਸਤ ਤੁਹਾਨੂੰ 2 ਦਿਨ ਗੱਡੀ ਚਲਾਉਣ ਨੂੰ ਦੇ ਦੇਵੇ ਕਿ ਲੈ ਭਾਈ ਮੇਰੀ ਕਾਰ ਦੀ ਚਾਬੀ 2 ਦਿਨ ਚਲਾ, ਫਿਰ 2 ਦਿਨ ਬਾਅਦ ਵਾਪਸ ਕਰ ਦੇ। ਹੁਣ ਜਦੋਂ ਵਾਪਸ ਲੈਣ ਆਵੇ ਤੁਹਾਨੂੰ ਉਹਦਾ ਥੈਂਕ ਯੂ ਕਰਨਾ ਚਾਹੀਦਾ ਜਾਂ ਰੋਣਾ ਚਾਹੀਦਾ ਹੈ? ਉਹਨੂੰ ਗਾਲਾਂ ਕੱਢਣੀਆਂ ਚਾਹੀਦੀਆਂ ਕਿ ਲੈ 2 ਦਿਨ ਗੱਡੀ ਦੇ ਕੇ ਲੈ ਚਲਾ ਵਾਪਸ, ਤੇਰਾ ਕੱਖ ਨਾ ਰਵੇ, ਤੇਰਾ ਇਹ ਹੋ ਜਾਵੇ, ਤੇਰਾ ਉਹ ਹੋ ਜਾਵੇ। ਤੁਸੀਂ ਉਹਨੂੰ ਬੁਰਾ ਬੋਲਣਾ ਸ਼ੁਰੂ ਕਰ ਦੇਵੋ ਤਾਂ ਦੋਸਤ ਨੇ ਵੀ ਕਹਿਣਾ ਕਮਾਲ ਦੀ ਗੱਲ ਹੈ, ਅਹਿਸਾਨ ਮੰਨਣ ਦੀ ਬਜਾਏ, ਧੰਨਵਾਦ ਕਰਨ ਦੀ ਬਜਾਏ ਮੈਨੂੰ ਗਾਲਾਂ ਕੱਢ ਰਿਹਾ ਹੈ। ਤੈਨੂੰ ਤਾਂ ਸ਼ੁਕਰ ਕਰਨਾ ਚਾਹੀਦਾ 2 ਦਿਨ ਨਹੀਂ ਦਿੱਤੀ, ਪਰ ਦਿੱਤੀ ਤਾਂ ਸੀ। ਜੇ ਨਾ ਦਿੰਦਾ 2 ਦਿਨ ਵਾਸਤੇ ਤੂੰ ਮੇਰਾ ਕੀ ਕਰ ਲੈਣਾ ਸੀ? ਹੁਣ ਇਹੀ ਚੀਜ਼ ਸੋਚੋ, ਰੱਬ ਸਾਨੂੰ ਦਾਤਾਂ ਦਿੰਦਾ, ਧੀਆਂ ਪੁੱਤਰ ਦਿੰਦਾ ਹੈ, ਜਿੰਨੀ ਢੇਰ ਵੀ ਦਿੰਦਾ ਹੈ, ਸਾਨੂੰ ਇਹਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਰੱਬਾ ਤੂੰ ਦਿੱਤਾ, ਤੇਰਾ ਸ਼ੁਕਰ ਹੈ। ਜੇ ਤੂੰ ਦਿੰਦਾ ਹੀ ਨਾ, ਸਾਡੇ ਔਲਾਦ ਹੀ ਨਾ ਹੁੰਦੀ ਤਾਂ ਫਿਰ ਵੀ ਅਸੀਂ ਤੇਰਾ ਕੀ ਵਿਗਾੜ ਲੈਣਾ ਸੀ? ਜੇ ਤੂੰ ਦਿੱਤਾ, ਚਾਹੇ ਅਸੀਂ 10 ਸਾਲ ਖੇਲੇ, 15 ਸਾਲ ਖੇਲੇ, 20 ਸਾਲ ਖੇਲੇ, ਜਿੰਨਾ ਵੀ ਤੂੰ ਦਿੱਤਾ ਇਹ ਤੇਰਾ ਸ਼ੁਕਰ ਹੈ ਕਿ ਮੌਕਾ ਦਿੱਤਾ ਸਾਨੂੰ ਉਹਦੇ ਨਾਲ ਜ਼ਿੰਦਗੀ ਜੀਣ ਦਾ। ਹੁਣ ਤੂੰ ਵਾਪਸ ਲੈ ਲਿਆ ਤਾਂ ਤੇਰੀ ਚੀਜ਼ ਸੀ, ਇੱਕ ਦਿਨ ਸਭ ਨੇ ਵਾਪਸ ਤੇਰੇ ਕੋਲ ਜਾਣਾ ਹੈ, ਤਾਂ ਰੋਣ ਦੀ ਗੱਲ ਕੀ ਹੈ? ਠੀਕ ਹੈ, ਥੋੜੀ ਪੀੜਾ ਹੁੰਦੀ ਹੈ, ਕੋਈ ਗੱਲ ਨਹੀਂ, ਪਰ ਫਿਰ ਇਹ ਵੀ ਸੋਚੋ ਕਿ ਜੋ ਆਇਆ ਹੈ ਉਸਨੇ ਜਾਣਾ ਹੈ। ਕੱਲੇ ਆਏ ਨਾਨਕਾ ਸੱਦੇ ਉੱਠ ਜਾਈਏ, ਨਿਯਮ ਹੈ ਸੰਸਾਰ ਦਾ। ਇਸ ਲਈ ਜਿਹੜੇ ਪ੍ਰਭੂ ਦੇ ਪਿਆਰੇ ਹੈ ਉਹ ਜ਼ਿਆਦਾਤਰ ਕਿਸੇ ਚੀਜ਼ ਦਾ ਦੁੱਖ ਨਹੀਂ ਮਨਾਉਂਦੇ, ਪਰ ਕਈ ਇਦਾਂ ਦੇ ਮੂਰਖ, ਇਦਾਂ ਦੇ ਮੋਹ ਦੇ ਵਿੱਚ ਫਸੇ ਹੁੰਦੇ ਆ ਕਿ 10 ਸਾਲ ਪਹਿਲਾਂ ਦੀ ਗੱਲ ਨੂੰ, 20 ਸਾਲ ਪਹਿਲਾਂ ਦੀ ਗੱਲ ਨੂੰ ਯਾਦ ਕਰਕੇ ਅੱਜ ਵੀ ਰੋਈ ਜਾਂਦੇ, ਮੇਰੇ ਨਾਲ ਰੱਬ ਨੇ ਇਦਾਂ ਕਿਉਂ ਕੀਤੀ, ਰੱਬ ਨੇ ਮੇਰੇ ਨਾਲ ਆਹ ਕਿਹੜਾ ਬਦਲਾ ਲੈ ਲਿਆ, ਆਹ ਕੀ ਲੈ ਲਿਆ, ਮੇਰੇ ਨਾਲ ਇਦਾਂ ਕਿਉਂ ਹੋਈ। ਤਾਂ ਨਹੀਂ, ਉਹਦੀਆਂ ਦਾਤਾਂ ਹੈ, ਜਿਸ ਕੀ ਵਸਤ ਤਿਸ ਆਗੇ ਰਾਖੇ ਪ੍ਰਭੂ ਕੀ ਆਗਿਆ ਮਾਨੇ ਸਿਰ ਮਾਥੇ। ਸ਼ੁਕਰ ਕਰੀਏ ਉਸ ਦਾ। ਇਸ ਲਈ ਰੱਬ ਦੇ ਪਿਆਰੇ ਹਮੇਸ਼ਾ ਆਪਣੇ ਮਾਲਿਕ ਨੂੰ ਯਾਦ ਕਰਕੇ ਖੁਸ਼ ਰਹਿੰਦੇ, ਉਹ ਚਿੰਤਾ ਨਹੀਂ ਕਰਦੇ, ਉਹ ਰੋਂਦੇ ਨਹੀਂ ਆ, ਹਮੇਸ਼ਾ खुश रहते हैं, आनंदित रहते हैं। इसलिए एक गल ऐसी कही दी है, फिर दोहरा दो, जब मेरा मालिक मेरे साथ है तो डरने की क्या, जब मेरा मालिक मेरे साथ है तो डरने की क्या, जब मेरा मालिक मेरे साथ है तो डरने की क्या। इसलिए ये हुंदा मालिक दे प्यारियां दे अंदरों जवाब कि मैं क्यों डरा, मैं क्यों दुखों की गल करा, मैं क्यों परेशानियां की गल करा, जब मेरा मालिक मेरे साथ है तो मैंने किसी चीज तो डरन की जरूरत नहीं है। इसलिए अज तो बाद आंडियां गुआंढियां नाल किसी नाल भी दुख दीयां गल्लां करनियां बंद करो, क्योंकि किसी ने दुखों दीयां गल्लां करके असीं दुख की सोच के एनर्जी दुख नूं दे रहे हैं, उही वधनी है। असीं मालिक दीयां रहमतां दी गल करिए। जे तुसीं बीमार भी हो ना, कोई आवे पुछण तां इह ना कहो हाय मेरे इत्थे दर्द हुंदी है, मेरी बीमारी बहुत है, बहुत दर्द ज़्यादा, इदां ना कहो, बल्कि कहो कोई नहीं, मालिक मेरे नाल है, उसकी रहमत मेरे नाल है, ये बीमारी तो ऐदा ठीक हो जानी है। और देखो जो चुटकी बजा के कहोगे ना ऐदा ठीक हो जानी है, तो तुम पाओगे ऐदा ही ठीक हो गई। हुण जे किसी कोई पीड़ा है, कोई दर्द है ना इस वेले ही, तो देखो चुटकी बजा के लै मेरा मालिक मेरे नाल है, ऐदा ठीक हो जानी है। तुसीं पाना अद्धा दुख तो ऐदा ही झड़ गया, करके देख लो, नहीं तो इस कोई शक नहीं है, क्योंकि मालिक की आवाज़ नहीं आई, पर आवाज़ आनी चाहिए है, क्योंकि फोकियां गल्लां तो फोकियां चुटकियां नाल गल नहीं बननी, आवाज आनी चाहिए। ये दुख की चीज है,
परेशानी की चीज है ये तो मैं चुटकी बजा के दूर कर दूं, क्योंकि मेरा मालिक मेरे साथ है। तो दुखों तो की मैं डरना, परेशानियां तो की डरना, ये तो ऐदा जिदा बंदा ना चुटकी बजा के काम कर दूं। कोई काम होंगे ना कई बार सौखे जे काम की कह देंगे वो लै तेनों औखा लगता मैं एवं ही कर दूं, ऐदा चुटकी बजा के काम कर दूं। बस यही सोचा करो, कोई आवे ना तुहाडे कोल, की गल हो गई, की गल हो गई, बीमार हो गया, बोल आ बीमारी ऐदा ठीक हो जानी है। जब तुम कहना ऐदा ठीक हो जानी क्योंकि मेरा मालिक मेरे नाल है, ऐदा कहते तुम पाना कि अद्धी बीमारी तो ऐदा ही चढ़ गई, क्योंकि ऐदा की एनर्जी अंदरों मिलनी है तुहानू। क्योंकि जो तुम कहना ना ऐदा ही ठीक हो जानी है, ये तुसी नहीं कह रहे, ये तुहाडे अंदरला विश्वास कह रहा है, ये तुहाडे अंदरला यकीन कह रहा है जो मालिक के प्रति है। और जो मालिक के प्रति पूरे यकीन नाल तुसी कहोगे तो मालिक ने भी कहना जे इन्ने भरोसे ना किया तो हुण इहनूं ठीक कर ही देवां। समझ लो जरा, यही तो मालिक की रहमत है। इसलिए कोई जीवन च दुख है, परेशानी है तो की करना है, ऐदा ठीक हो जानी है, मैनू नहीं डर इहदा। इहनूं अज तो समझ लो, ये भी एक मंत्र ही है, इहनूं याद रखना अज तो। क्योंकि गल सिर्फ सुनो ही ना, उत्ते अमल करके देखो, कह के देखियो तुसी पाओगे। जो मैं दुख नूं छोटा समझना शुरू कर दिता, मालिक की रहमत नूं बड़ा समझना शुरू कर दिता, तो मेरे जीवन च रहमत वधदी चली गई, तो दुख घटते चले गए। क्योंकि दुखों वाल ध्यान नहीं देवांगे तो दुख कभी साडे नाल ज़्यादा देर तुरनगे ही नहीं। खुशियां वाल ध्यान देवांगे तो खुशी हर कदम ते चलेगी, रहमत वाल ध्यान देवांगे तो रहमत हर कदम ते चलेगी। इस अज तो बाद दुखी 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 की गल नहीं करनी, मेरे घर च बरकत है नहीं, बरकत है नहीं, ये गल नहीं करनी, बल्कि कहना मेरे घर च बहुत बरकत है, मेरे घर च बहुत खुशियां है, क्योंकि हुण मेरा मालिक मेरे नाल है, मैनूं मिल गई मेरे मालिक की रहमत। पर अगे रहमत करने वाला भी चाहिए है। बोलो समझते हो कि नहीं? ये भी गल याद रखना कि जे बंदा उत्ते ही किते विश्वास करके बह जाए। हुण फर्ज करो एक जगह करंट ही है नहीं, उत्ते जिन्नियां मर्जी तारां लैके बह जाओ, उन्ना लाइट नहीं जगनी, लाइट भी उत्थे जगनी जिथे पिछे करंट भी होना चाहिए है। ਅਸੀਂ ਉਹਨਾਂ ਫਕੀਰਾਂ ਨੂੰ, ਗੁਰੂਆਂ ਰਹਿਬਰਾਂ ਨੂੰ ਯਾਦ ਕਰਕੇ ਜਦੋਂ ਉਹਨਾਂ ਨੂੰ ਯਾਦ ਕਰਾਂਗੇ ਤਾਂ ਫੇਰ ਹੀ ਰਹਿਮਤ ਵੱਲ ਆਏਗੀ। ਜਿਹੜੇ ਰਹਿਮਤ ਨਾਲ ਜੁੜੇ ਹੋਣ ਉਹਨਾਂ ਨੂੰ ਯਾਦ ਕਰਕੇ ਰਹਿਮਤ ਸਾਡੇ ਤੱਕ ਪਹੁੰਚਣੀ ਹੈ। ਤਾਂ ਜਿਹੜੇ ਆਪ ਹੀ ਰਹਿਮਤ ਨਾਲ ਨਹੀਂ ਜੁੜੇ ਹੋਏ, ਆਪ ਹੀ ਲੈ ਕੇ ਬੈਠੇ ਹੋਏ ਆ, ਤਾਂ ਉਹਨਾਂ ਨੇ ਤੁਹਾਨੂੰ ਵੀ ਉੱਧਰ ਹੀ ਲਾਣਾ ਹੈ। ਲੈ ਭਾਈ ਪਹਿਲਾਂ ਸੂਟਾ ਖਿੱਚ, ਆ ਭੰਗੜਾ ਸੂਟਾ ਲਾ ਲਾ, ਆ ਫਲਾਨਾ ਸੂਟਾ ਲਾ ਲਾ, ਜਾਂ ਆਹ ਕੰਮ ਪਹਿਲਾਂ ਕਰ ਲੈ, ਜਾਂ ਚੁਰਾਹੇ 'ਚ ਜਾ ਕੇ ਦੀਵਾ ਬਾਲਿਆ, ਜਾਂ ਕਾਲਾ ਮੁਰਗਾ ਲੈ ਕੇ ਰਾਤ ਨੂੰ ਦਰਿਆ ਦੇ ਕਿਨਾਰੇ ਆ ਜੀ। ਜਿਹੜੇ ਇਦਾਂ ਦੇ ਪੁੱਠੇ ਕੰਮ ਦੱਸਣ ਵਾਲੇ ਆ ਨਾ, ਇਹਦਾ ਮਤਲਬ ਇਹਨਾਂ ਪੱਲੇ ਰਹਿਮਤ ਹੈ ਹੀ ਨਹੀਂ। ਤਾਂ ਇਹਨਾਂ ਨਾਲ ਜੁੜ ਕੇ ਸਾਡੇ ਤੱਕ ਰਹਿਮਤ ਕੀ ਪਹੁੰਚਣੀ ਹੈ? ਅੱਜ ਉਹਨਾਂ ਦੇ ਕਹਿਣ ਤੇ ਕਾਲੇ ਮੁਰਗੇ ਵੱਢੂਗੇ ਤਾਂ ਅਗਲੇ ਜਨਮ ਤੁਸੀਂ ਵੀ ਕੁਕੜੂ ਕੁੜੂ ਕਰਦੇ ਫਿਰਨਾ, ਕਿਉਂਕਿ ਜੈਸਾ ਬੀਜਣਾ ਵੱਢਣਾ ਤਾਂ ਸਾਨੂੰ ਪੈਣਾ ਹੀ ਹੈ। ਮੁਰਗਾ ਮਾਰਾਂਗੇ ਤਾਂ ਅਗਲੇ ਜਨਮ ਮੁਰਗਾ ਹੀ ਬਣਾਂਗੇ, ਫਿਰ ਬੱਕਰੇ ਵੱਢਾਂਗੇ ਪੀਰਾਂ ਫਕੀਰਾਂ ਦੇ ਨਾਂ ਤੇ ਤਾਂ ਅਗਲੇ ਜਨਮ ਬੱਕਰੇ ਬਣ ਕੇ ਘੁੰਮਣਾ ਮੈਂ ਕਰਦੇ। सच्चे फकीर, सच्चे संत, सच्चे रहमतां दे भंडार कदी सानू इदां दी चीज़ां वल नहीं तोड़दे। वो कहंदे रहमत तां साडे अंदर है, साडे नाल जुड़ जा, रहमत तक आप ही पहुंच जाएगा। इसलिए असीं एक गल कही दी है कि फकीरी मिजाज हूं मैं, अपनी गल कई बार करते हैं असीं कि फकीरी मिजाज हूं मैं, अपना अंदाज सबसे जुदा रखता हूं। कोई पूछे ना मालिको तुहाडा अंदाज की है? ਹੁਣ ਕਈ ਕਹਿੰਦੇ ਮਾਲਕੋ ਤੁਸੀਂ ਦਾੜੀ ਨਹੀਂ ਰੱਖੀ, ਤੁਸੀਂ ਆਹ ਨਹੀਂ ਕੀਤਾ, ਤੁਸੀਂ ਉਹ ਨਹੀਂ ਕੀਤਾ, ਤੁਸੀਂ ਇਦਾਂ ਦੇ ਕੱਪੜੇ ਨਹੀਂ ਪਾਉਂਦੇ, ਉਦਾਂ ਨਹੀਂ ਪਾਉਂਦੇ। ਇਹੀ ਕਿ ਭਾਈ ਸਾਡਾ ਅੰਦਾਜ਼ ਸਾਰਿਆਂ ਤੋਂ ਅਲੱਗ ਹੈ, ਅਸੀਂ ਕਿਸੇ ਦੀ ਨਕਲ ਨਹੀਂ ਕਰਦੇ, ਸਾਡਾ ਤਾਂ ਆਪਣਾ ਅੰਦਾਜ਼ ਹੈ, ਆਪਣੀ ਮੌਜ ਹੈ, ਆਪਣੀ ਰਜ਼ਾ ਹੈ। ਇਸ ਲਈ ਫਕੀਰੀ ਮਿਜ਼ਾਜ ਹੂੰ मैं, अपना अंदाज सबसे जुदा रखता हूं। लोग ढूंढते हैं मंदिर मस्जिद में, मैं अपने दिल में खुदा रखता हूं। ਜਿਹਨੂੰ ਦੁਨੀਆ ਮੰਦਰਾਂ ਮਸਜਿਦਾਂ 'ਚ ਤੀਰਥਾਂ ਤੇ ਮੱਕੇ ਜਾ ਕੇ ਲੱਭਦੀ ਹੈ, ਅਸੀਂ ਕਦੀ ਮੱਕੇ ਵੱਲ ਨਹੀਂ ਜਾਂਦੇ, ਤੀਰਥਾਂ ਵੱਲ ਨਹੀਂ ਜਾਂਦੇ। ਇਹ ਕਹਿੰਦੇ ਖੁਦਾ ਤਾਂ ਸਾਡੇ ਅੰਦਰ ਹੈ, ਔਰ ਅਸੀਂ ਇਹੀ ਚਾਹੁੰਦੇ ਖੁਦਾ ਤੁਹਾਡੇ ਅੰਦਰ ਵੀ ਹੈ, ਉਹ ਪ੍ਰਮਾਤਮਾ ਤੁਹਾਡੇ ਅੰਦਰ ਵੀ ਹੈ। ਆਪਣੇ ਅੰਦਰਲੇ ਖੁਦਾ ਨਾਲ ਜੁੜੋ, ਆਪਣੇ ਅੰਦਰਲੇ ਭਗਵਾਨ ਨਾਲ ਜੁੜੋ, ਬਾਹਰ ਲੱਭਦੇ ਨਾ ਫਿਰੋ, ਕਿਉਂਕਿ ਬਾਹਰ ਲੱਭਾਂਗੇ ਠੋਕਰਾਂ ਖਾਵਾਂਗੇ। ਯੁਕਤੀ ਲੈ ਕੇ ਆਪਣੇ ਅੰਦਰ ਤਲਾਸ਼ ਕਰਾਂਗੇ ਤਾਂ ਆਪਣੇ ਅੰਦਰੋਂ ਉਹਦੀ ਝਲਕ ਪਾਵਾਂਗੇ। ਔਰ ਇਹ ਯਾਦ ਰੱਖਣਾ, ਇਹਨੂੰ ਕੋਈ ਹੰਕਾਰ ਨਾ ਸਮਝੇ। ਬੋਲੋ ਸਮਝਦੇ ਹੋ ਕਿ ਨਹੀਂ? कई बार जिदा शाह मंसूर ने कहा सी ऐनल हक, मैं ही हक हाँ, तो वह हंकार नहीं सी, वो उन्होंने ज्ञान सी, समझ सी, क्योंकि जान लिया कि मेरे अंदर वो है, तो जिहड़ी चीज़ मेरे अंदर है वो कह भी दिता जाए तो कोई हंकार नहीं होंदा। हंकार तो उत्थे आंदा मेरे अंदर ही रब है, होर किते रब है ही नहीं। मेरे अंदर ही रब है, तू तो पापी है, तू कित्थों भगवान, भगवान तो मैं हाँ, वो हंकार है। पर जिथे आंदा मेरे अंदर भगवान है पर तुहाडे अंदर भी है,
ਮੈਂ ਜਾਣ ਲਿਆ, ਹਾਲੇ ਤੁਹਾਡਾ ਜਾਣਨਾ ਬਾਕੀ ਹੈ। ਤੁਸੀਂ ਮਿਹਨਤ ਕਰੋਗੇ, ਜਿੱਦਾਂ ਇੱਕ ਡਾਕਟਰ ਕਹਿੰਦਾ ਮੈਂ ਮਿਹਨਤ ਕਰਕੇ ਡਿਗਰੀ ਲਈ ਡਾਕਟਰ ਦੀ, ਜੇ ਮੈਂ ਅੱਜ ਡਾਕਟਰ ਦੀ ਵਰਦੀ ਪਾ ਕੇ ਬੈਠਾ ਤਾਂ ਤੁਸੀਂ ਵੀ ਮਿਹਨਤ ਕਰਕੇ ਡਾਕਟਰ ਬਣ ਸਕਦੇ ਹੋ। ਬਸ ਤੁਹਾਨੂੰ ਵੀ ਮਿਹਨਤ ਦੀ ਲੋੜ ਹੈ, ਪੜ੍ਹਾਈ ਕਰਨ ਦੀ ਲੋੜ ਹੈ, ਉਹ ਗਿਆਨ ਦੀ ਲੋੜ ਹੈ। ਤਾਂ ਹੁਣ ਜਦੋਂ ਡਿਗਰੀ ਲੈ ਕੇ ਕੋਈ ਡਾਕਟਰ ਬਣ ਜਾਂਦਾ ਤਾਂ ਆਪਣੇ ਆਪ ਨੂੰ ਕਹੇ ਮੈਂ ਡਾਕਟਰ, ਤਾਂ ਉਹਦਾ ਹੰਕਾਰ ਨਹੀਂ ਹੈ, ਉਹਦਾ ਗਿਆਨ ਹੈ। ਬੋਲੋ ਸਮਝਦੇ ਹੋ? ਹੁਣ ਇੱਕ ਵਕੀਲ ਆਪਣੇ ਆਪ ਨੂੰ ਕਹੇ ਮੈਂ ਵਕੀਲ, ਤਾਂ ਤੁਸੀਂ ਕਹਿਣਾ ਹਾਂ ਭਾਈ ਤੂੰ ਵਕਾਲਤ ਕੀਤੀ ਹੈ ਤਾਂ ਵਕੀਲ ਹੀ ਹੈ। ਕੋਈ ਕਹੇ ਮੈਂ ਫਲਾਨਾ ਅਫਸਰ, ਮੈਂ ਜੱਜ, ਹਾਂ ਭਾਈ ਤੁਸੀਂ ਮਿਹਨਤ ਕੀਤੀ ਹੈ ਤਾਂ ਹੀ ਅਫਸਰ ਬਣ ਕੇ ਗੱਦੀ ਤੇ ਬੈਠੇ ਹੋ, ਕੁਰਸੀ ਤੇ ਬੈਠੇ ਹੋ, ਕਿਉਂਕਿ ਮਿਹਨਤ ਹੀ ਸਾਨੂੰ ਉਹ ਮੁਕਾਮ ਦਿੰਦੀ ਹੈ। ਪਰ ਜਦੋਂ ਗਿਆਨ ਹੋਵੇ ਹੀ ਨਾ, ਉਹ ਪਾਵਰ ਹੋਵੇ ਹੀ ਨਾ, ਤਾਂ ਫਿਰ ਆਪਣੇ ਆਪ ਨੂੰ ਕਹਿਣਾ ਕਿ ਮੈਂ ਹੀ ਮੈਂ ਹਾਂ, ਉਹ ਤਾਂ ਫਿਰ ਹੰਕਾਰ ਹੈ। ਇਸ ਲਈ ਸਮਝਣਾ ਸਾਰੇ ਜੀਵਾਂ ਕਿ ਸੁਰਤੀ ਵੀ ਉੱਧਰ ਜੋੜੀਏ ਜਿੱਥੇ ਉਹ ਰਹਿਮਤ ਦਾ ਭੰਡਾਰ ਹੋਵੇ, ਕਿਉਂਕਿ ਭੰਡਾਰਾਂ ਨਾਲ ਜੁੜਾਂਗੇ ਤਾਂ ਫੇਰ ਹੀ ਭੰਡਾਰ ਸਾਡੇ ਤੱਕ ਪਹੁੰਚਣਗੇ। ਉਸੇ ਕੂਏ ਚੋਂ ਜਲ ਸਾਨੂੰ ਮਿਲੇਗਾ ਜਿਹੜੇ ਕੂਏ 'ਚ ਜਲ ਹੋਵੇ। ਜਿਹੜਾ ਪਹਿਲੇ ਸੁੱਕ ਚੁੱਕਾ ਹੈ ਉਹ 'ਚ ਜਿੰਨੀਆਂ ਮਰਜ਼ੀ ਬਾਲਟੀਆਂ ਪਾਈ ਜਾਓ, ਬਾਲਟੀ ਖਾਲੀ ਬਾਹਰ ਆਣੀ ਹੈ। ਸਮਝ ਰਹੇ ਹੋ ਕਿ ਨਹੀਂ? ਇਸ ਲਈ ਇਹ ਮਾਲਕ ਦੀ ਰਹਿਮਤ ਦਾ ਭੰਡਾਰ ਹੈ, ਕਿਉਂਕਿ ਗੌਸ ਦੇ ਦਰ ਤੋਂ ਸਭ ਕੁਝ ਮਿਲਦਾ, ਪਰ ਹੈ ਯਕੀਨ ਜ਼ਰੂਰੀ, ਕਰੇ ਮੁਰਾਦ ਹਰ ਇੱਕ ਦੀ ਪੂਰੀ, ਰਹੇ ਨਾ ਬਾਤ ਅਧੂਰੀ, ਭਰ ਭਰ ਕੇ ਬੁੱਕ ਪੀ ਲੋ। ਇਹ ਹੈ ਰਹਿਮਤ ਦਾ ਦਰਿਆ, ਮਾਲਿਕ ਦੇ ਦਰ ਆ ਉਹ ਬੰਦਿਆ, ਮਾਲਿਕ ਦੇ ਦਰ ਆ, ਬਿਨ ਮੁਰਸ਼ਦ ਤੋਂ ਰੱਬ ਦੇ ਘਰ ਦਾ ਕੋਈ ਨਾ ਦੱਸਦਾ ਰਾਹ। ਜੇ ਰੱਬ ਤੱਕ ਪਹੁੰਚਣਾ ਹੈ ਤਾਂ ਬਿਨਾਂ ਗੁਰੂ ਤੋਂ ਕੋਈ ਉਹ ਰੱਬ ਦੇ ਘਰ ਦਾ ਰਾਹ ਨਹੀਂ ਦੱਸਦਾ। ਇਸ ਲਈ ਯਕੀਨ ਦੇ ਨਾਲ ਸਭ ਕੁਝ ਇਨਸਾਨ ਨੂੰ ਮਿਲ ਜਾਂਦਾ ਹੈ। ਜਦੋਂ ਇਨਸਾਨ ਵਿਸ਼ਵਾਸ ਨਾਲ ਮਾਲਿਕ ਦੇ ਦਰ ਤੇ ਆ ਜਾਂਦਾ ਹੈ ਔਰ ਉਹ ਦਰਿਆ ਕੋ ਪਹੁੰਚ ਗਏ ਤਾਂ ਫਿਰ ਬੁੱਕ ਭਰ ਭਰ ਕੇ ਜਿੰਨਾ ਮਰਜ਼ੀ ਪੀ ਲਓ, ਉੱਥੇ ਕੋਈ ਕਮੀ ਨਹੀਂ ਹੈ। ਅੱਜ ਤੋਂ ਵਿਸ਼ਵਾਸ ਰੱਖਣਾ ਹੈ ਕਿ ਮੈਂ ਵੀ ਮਾਲਿਕ ਦੇ ਘਰ ਤੱਕ ਆ ਗਿਆ, ਮਾਲਿਕ ਦੀਆਂ ਰਹਿਮਤਾਂ ਦੇ ਦਰਿਆ ਤੱਕ ਆ ਗਿਆ। ਹੁਣ ਮਾਲਿਕ ਦੀ ਰਹਿਮਤ ਹਰ ਕਦਮ ਤੇ ਮੇਰੇ ਨਾਲ ਹੈ, ਤਾਂ ਮੇਰੇ ਜੀਵਨ 'ਚ ਖੁਸ਼ੀਆਂ ਹੀ ਖੁਸ਼ੀਆਂ ਹੈ, ਮੇਰੇ ਜੀਵਨ 'ਚ ਆਨੰਦ ਹੀ। ਇਸ ਲਈ ਅੱਜ ਮਹਿਸੂਸ ਕਰਨਾ ਹੈ। ਹੱਥ ਕਰ ਲਓ ਇਦਾਂ, ਫਿਰ ਹੁਣ ਸਮਾਪਤੀ ਕਰੀਏ। ਇਦਾਂ ਥੋੜਾ ਜਿਹਾ ਮੂੰਹ ਥੋੜਾ ਉੱਪਰ ਨੂੰ, ਕਿਉਂਕਿ ਉੱਪਰ ਨੂੰ ਥੋੜਾ ਧਿਆਨ ਹੋ। ਮਹਿਸੂਸ ਕਰੋ ਮੈਂ ਮਾਲਿਕ ਦੀ ਰਹਿਮਤ ਨਾਲ ਭਰਪੂਰ ਹੋ ਗਿਆ, ਮੈਂ ਮਾਲਿਕ ਦੀ ਰਹਿਮਤ ਨਾਲ ਭਰਪੂਰ ਹੋ ਗਿਆ। ਮੈਨੂੰ ਪੂਰਾ ਵਿਸ਼ਵਾਸ ਹੈ ਆਪਣੇ ਮਾਲਿਕ ਤੇ ਕਿ ਮੇਰੇ ਮਾਲਿਕ ਦੀ ਰਹਿਮਤ ਮੇਰੇ ਤੇ ਵਰਸ ਰਹੀ ਹੈ, ਮੇਰੇ ਮਾਲਿਕ ਦੀ ਰਹਿਮਤ ਦੀ ਬਰਸਾਤ ਮੇਰੇ ਤੇ ਹੋ ਰਹੀ ਹੈ। ਮੈਂ ਬਰਸਾਤ ਨੂੰ ਮਹਿਸੂਸ ਕਰ ਰਿਹਾ ਹਾਂ, ਮੈਂ ਖੁਸ਼ੀਆਂ ਨੂੰ ਮਹਿਸੂਸ ਕਰ ਰਿਹਾ ਹਾਂ। ਖੁਸ਼ੀਆਂ ਮੇਰੇ ਜੀਵਨ 'ਚ ਆ ਰਹੀਆਂ ਹੈ, ਹਰ ਦਿਸ਼ਾ 'ਚੋਂ ਖੁਸ਼ੀਆਂ ਮੇਰੇ ਜੀਵਨ 'ਚ ਆ ਰਹੀਆਂ ਹੈ, ਹਰ ਦਿਸ਼ਾ 'ਚੋਂ ਖੁਸ਼ੀਆਂ ਮੇਰੇ ਜੀਵਨ 'ਚ ਆ ਰਹੀਆਂ, ਕਿਉਂਕਿ ਮੇਰਾ ਮਾਲਿਕ ਮੇਰੇ ਮੇਰੇ ਜੀਵਨ ਦੇ ਸਾਰੇ ਦੁੱਖ ਅੱਜ ਦੂਰ ਹੋ ਗਏ, ਮੇਰੇ ਜੀਵਨ ਦੇ ਸਾਰੇ ਦੁੱਖ ਦੂਰ ਹੋ ਗਏ, ਮੇਰੇ ਜੀਵਨ ਦੇ ਸਾਰੇ ਦੁੱਖ ਦੂਰ ਹੋ ਗਏ। ਮੇਰਾ ਜੀਵਨ ਖੁਸ਼ੀਆਂ ਨਾਲ ਭਰਪੂਰ ਹੋ ਗਿਆ, ਮੇਰਾ ਜੀਵਨ ਖੁਸ਼ੀਆਂ ਨਾਲ ਭਰਪੂਰ ਹੋ ਗਿਆ, ਮੇਰਾ ਜੀਵਨ ਖੁਸ਼ੀਆਂ ਨਾਲ ਭਰਪੂਰ ਹੋ ਗਿਆ। ਮੈਂ ਖੁਸ਼ੀਆਂ ਲੈ ਕੇ ਜਾ ਰਿਹਾ ਹਾਂ, ਅੱਜ ਮੈਂ ਖੁਸ਼ੀਆਂ ਦੇ ਭੰਡਾਰ ਲੈ ਕੇ ਆਪਣੇ ਘਰ ਜਾ ਰਿਹਾ ਹਾਂ, ਔਰ ਮੈਨੂੰ ਪੂਰਾ ਵਿਸ਼ਵਾਸ ਹੈ ਮੇਰੇ ਜੀਵਨ 'ਚ ਖੁਸ਼ੀਆਂ ਹੀ ਖੁਸ਼ੀਆਂ ਆਣਗੀਆਂ, ਕਿਉਂਕਿ ਮੈਂ ਆਪਣੇ ਮਾਲਿਕ ਦੀ ਰਹਿਮਤ ਦੇ ਸਹਾਰੇ ਚੱਲ ਰਿਹਾ ਹਾਂ, ਆਪਣੇ ਮਾਲਿਕ ਦੀ ਰਹਿਮਤ ਦਾ ਸਾਥ ਲੈ ਕੇ ਚੱਲ ਰਿਹਾ ਹਾਂ। ਮੇਰਾ ਮਾਲਿਕ ਹਰ ਕਦਮ ਤੇ ਮੇਰੇ ਨਾਲ ਹੈ, ਮੇਰੇ ਮਾਲਿਕ ਦੀਆਂ ਰਹਿਮਤਾਂ ਮੇਰੇ ਨਾਲ ਹੈ, ਮੇਰੇ ਜੀਵਨ 'ਚ ਖੁਸ਼ੀਆਂ ਹੀ ਖੁਸ਼ੀਆਂ ਹੈ, ਮੇਰੇ ਜੀਵਨ 'ਚ ਆਨੰਦ ਹੀ ਆਨੰਦ ਹੈ, ਮੇਰੇ ਜੀਵਨ 'ਚ ਕਾਮਯਾਬੀ ਹੈ, ਸਫਲਤਾ ਹੈ, ਸਮਰਿੱਧੀ ਹੈ, ਹਰ ਸੁੱਖ ਮੇਰੇ ਜੀਵਨ 'ਚ ਆ ਰਿਹਾ ਹੈ, ਕਿਉਂਕਿ ਜਿੱਥੇ ਮੇਰਾ ਮਾਲਿਕ ਹੈ ਉੱਥੇ ਸਾਰੀਆਂ ਖੁਸ਼ੀਆਂ ਹੈ, ਕਿਸੇ ਚੀਜ਼ ਦੀ ਮੈਨੂੰ ਕਮੀ ਨਹੀਂ ਹੈ। ਮੇਰੇ ਕੋਲ ਬੇਸ਼ੁਮਾਰ ਦੌਲਤ ਆ ਰਹੀ ਹੈ, ਬੇਸ਼ੁਮਾਰ ਖੁਸ਼ੀਆਂ ਆ ਰਹੀਆਂ ਹੈ, ਮੈਂ ਆਨੰਦਿਤ ਹਾਂ, ਮੇਰੇ ਜੀਵਨ 'ਚ ਆਨੰਦ ਦਾ ਦਰਿਆ ਵਗ ਰਿਹਾ ਹੈ, ਮੇਰੇ ਰੋਮ ਰੋਮ 'ਚ ਆਨੰਦ ਸਮਾ ਰਿਹਾ ਹੈ, ਮੇਰਾ ਰੋਮ ਰੋਮ ਸ਼ਾਂਤੀ ਨਾਲ ਭਰਪੂਰ ਹੋ ਗਿਆ, ਖੁਸ਼ੀਆਂ ਨਾਲ ਭਰਪੂਰ ਹੋ ਗਿਆ। ਮੈਂ ਭਰਪੂਰ ਹੋ ਗਿਆ ਅੱਜ ਮਾਲਿਕ ਦੀ ਰਹਿਮਤ ਨਾਲ, ਮੈਂ ਭਰਪੂਰ ਹੋ ਗਿਆ ਮਾਲਿਕ ਦੀਆਂ ਬਖਸ਼ਿਸ਼ਾਂ ਨਾਲ। ਮੈਨੂੰ ਆਪਣੇ ਮਾਲਿਕ ਦੀ ਰਹਿਮਤ ਤੇ ਪੂਰਾ ਵਿਸ਼ਵਾਸ ਹੈ। सोना सोना मेरा मुर्शिद सोना।